ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਵਾਹਿਗੁਰੂ। ਤੋਹੀ ਤੋ 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 ਤੋਹੀ 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 ਤੋਹੀ। ਤੇਰਾ 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 ਤੇਰਾ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬਾਂਕੇ ਤੁਧ ਭਾਵਾ ਸਰਨਾਵਾ ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਮਾਘ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੁਖਾਰੀ ਰਾਗ ਉਹਨਾਂ ਦੇ ਸੱਚਖੰਡ ਜਾਣ ਤੋਂ ਕੁਝ ਸਹਿਮਾਂ ਦੀ ਆਖਰੀ ਰਚਨਾ ਸੋ ਮਾਘ ਦੇ ਮਹੀਨੇ ਤੁਖਾਰੀ ਰਾਗ ਦੀ ਜੋ ਕਥਾ ਹੈ ਸੰਪਰਦਾਇਕ ਦਮਦਮੀ ਟਕਸਾਲ ਜੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਗੁਰਬਾਣੀ ਦੇ ਅਰਥ ਕੀਤੇ, ਉਹਨਾਂ ਦੇ ਮੁਤਾਬਕ ਇਹ ਟਕਸਾਲਾਂ ਅਰਥਾਂ ਦੀਆਂ ਚੱਲੀਆਂ ਬਾਬਾ ਦੀਪ ਸਿੰਘ ਤੋਂ ਲੈ ਕੇ ਸੰਤ ਜਰਨੈਲ ਸਿੰਘ ਖਾਲਸਾ ਤੱਕ ਸੰਪਰਦਾ
ਪੀੜ੍ਹੀ ਦਰ ਪੀੜ੍ਹੀ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੇ ਵਚਨ ਮੁਤਾਬਕ ਘੜੀਏ ਸ਼ਬਦ ਸੱਚੀ ਟਕਸਾਲ। ਟਕਸਾਲੀ ਅਰਥ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਵਿਖੇ ਕੀਤੇ, ਉਹਨਾਂ ਮੁਤਾਬਕ ਇਹ ਮਾਘ ਦੇ ਮਹੀਨੇ ਦੀ ਕਥਾ ਜੋ ਕਿ ਮਹਾਰਾਜ ਜੀ ਪਹਿਲੀ ਪੰਕਤੀ ਦੇ ਅਰਥ ਪ੍ਰਾਰੰਭ ਕਰਦੇ ਹਾਂ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਜਿਸ ਵੇਲੇ ਮਾਘ ਦੇ ਮਹੀਨੇ ਮਕਰ ਰਾਸ਼ੀ ਵਿੱਚ ਸੂਰਜ ਗ੍ਰਹਿਣ ਲੱਗਦਾ ਹੈ, ਉਸ ਵੇਲੇ ਪ੍ਰਯਾਗਰਾਜ ਤੀਰਥ ਪਰ ਜਿਸ ਨੇ ਵਿਧੀ ਪੂਰਵਕ ਇਸ਼ਨਾਨ ਕਰਨਾ ਜਾਣਿਆ ਹੈ, ਉਹ ਜੀਵ ਰੂਪੀ ਇਸਤਰੀ ਪੁਨੀਤ ਭਈ ਪਵਿੱਤਰ ਹੋਈ ਹੈ। ਮਾਘ ਮਕਰ ਰਵ ਗਤ ਜਬ ਹੋਈ, ਤੀਰਥ ਪਤ ਹੈ ਆਪ ਸਭ ਕੋਈ। ਇਹ ਤੁਲਸੀਦਾਸ ਜੀ ਨੇ ਆਪਣੀ ਰਮਾਇਣ ਵਿੱਚ ਬਾਲਕਾਂਡ 'ਚ ਲਿਖਿਆ, ਉਹਨਾਂ ਦੇ ਸਨਾਤਨ ਮਤ ਵਿੱਚ। ਸੋ ਇਸੇ ਪ੍ਰਕਾਰ ਸਤੋਗੁਣੀ ਰੂਪ ਮਾਘ ਦਾ ਮਹੀਨਾ ਹੈ। ਸ਼ਰਧਾ ਰੂਪੀ ਮਕਰ ਰਾਸ਼ੀ ਹੈ। ਗਿਆਨ ਰੂਪੀ ਸੂਰਜ ਦਾ ਹਮੇਸ਼ਾ ਪੁਰਬ ਲੱਗਾ ਰਹਿੰਦਾ ਹੈ। ਸੋ ਰਜੋ ਤਮੋ ਸਤੋ 3 ਗੁਣ ਹੁੰਦੇ ਆ। ਸੋ ਸਾਤਵਿਕ ਗੁਣ ਇਹ ਮਾਘ ਦੇ ਮਹੀਨੇ ਨੂੰ ਕਿਹਾ, ਕਿਉਂਕਿ ਜਪਜੀ ਸਾਹਿਬ ਦੀ 3 ਪੌੜੀਆਂ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾਓ ਰਜੋ ਗੁਣੀ ਆ, ਅਤੇ ਦੂਜੀ ਪੌੜੀ ਵਿੱਚ ਤਮੋ ਗੁਣੀ ਸ੍ਰਿਸ਼ਟੀ ਆ। ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਗਲਵੜ ਹੱਤਿਆ ਕਮਾਏ। ਉਹ ਤੀਜੀ ਜਿਹੜੀ ਅਸੰਖ ਨਾਉ ਸੰਖ ਥਾਓ ਤਮੋ ਗੁਣੀ ਆ, ਅਤੇ ਤੀਜੀ ਅਸੰਖ ਨਾਉ ਸੰਖ ਥਾਓ ਅਗੰਮ ਗੰਮ ਸੰਖ ਲੋ ਸਤੋ ਗੁਣੀ ਆ। ਵੱਖਰੀ ਨਾਮ ਵੱਖਰੀ ਸਾਲਾ ਆਖਰੀ ਗਿਆਨ ਗੀਤ ਗੁਣ ਗਾ। ਸੋ ਸਤੋ ਗੁਣੀ ਰੂਪ ਮਾਘ ਦਾ ਮਹੀਨਾ ਗਿਣਿਆ। ਸ਼ਰਧਾ ਰੂਪੀ ਮਕਰ ਰਾਸ਼ੀ ਹੈ। ਜਿਵੇਂ ਸਨਾਤਨ ਮਤ ਵਿੱਚ ਮਕਰ ਰਾਸ਼ੀਆਂ ਮੰਨਦੇ ਆ, ਇਸ ਤਰ੍ਹਾਂ ਇਹ ਜਿਹੜੀ ਸ਼ਰਧਾ ਆ ਗੁਰਸਿੱਖਾਂ ਵਾਸਤੇ ਗੁਰਮਤਿ ਅੰਦਰ ਰੱਬ 'ਚ ਸ਼ਰਧਾ ਰੱਖਣੀ, ਧਰਮ 'ਚ ਸ਼ਰਧਾ ਰੱਖਣੀ, ਉਹਨੂੰ ਸਮਝ ਲਓ ਕਿ ਮਕਰ ਰਾਸ਼ੀ ਹੈ। ਗਿਆਨ ਰੂਪੀ ਸੂਰਜ, ਕਿਉਂਕਿ ਜੇ ਸੋਚਣ ਦਾ ਉਗਮੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੋਦਿਆਂ ਗੁਰਬਿਨ ਘੁਰ ਅੰਧਾਰ। ਸੋ ਗਿਆਨ ਰੂਪੀ ਸੂਰਜ ਗੁਰੂ ਸਾਹਿਬ ਗਿਆਨ ਰੂਪ ਹੋ ਕੇ ਪ੍ਰਕਾਸ਼ ਕਰਨ ਡਏ ਆ, ਗਿਆਨ ਦਾ ਪ੍ਰਕਾਸ਼ ਦੇਣ ਡਏ ਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਅਗਿਆਨਤਾ ਦੇ ਹਨੇਰੇ, ਅਗਿਆਨਤਾ ਦੀ ਧੁੰਦ ਹਟ ਗਈ ਅਤੇ ਗਿਆਨ ਰੂਪੀ ਸੂਰਜ ਗੁਰੂ ਨਾਨਕ ਸਾਹਿਬ ਚੜ੍ਹੇ। ਆਪ ਨਾਰਾਇਣ ਕਲਾਤਾ ਜਗ ਮਹਿ ਪਰਵਰਿਓ, ਭਵਿੱਖਤ ਪ੍ਰਾਪਕ ਆਪ ਪਰਮੇਸ਼ਰ ਅਵਤਾਰ। ਖੁਦ ਰੱਬ ਨੇ ਅਵਤਾਰ ਧਾਰਨ ਕੀਤਾ। 4 ਯੁਗਾਂ ਤੱਕ ਉਹ ਸਾਰੇ ਦੇਵੀ ਦੇਵਤਿਆਂ ਜਿਹਾ। 10ਵੇਂ ਪਾਤਸ਼ਾਹ ਬਚਿੱਤਰ ਨਾਟਕ 'ਚ ਵੀ ਲਿਖਦੇ ਆ ਕਿ ਰੱਬ ਹੇਮਕੁੰਡ ਸਾਹਿਬ 'ਚ ਗੱਲਾਂ ਕਰਦੇ ਕਿ ਮੈਂ ਇੰਨੇ ਦੇਵੀ ਦੇਵਤੇ ਭੇਜੇ, ਸਭ ਨੇ ਆਪਣੀ ਪੂਜਾ ਕਰਾਈ। ਗੁਰੂ ਨਾਨਕ ਸਾਹਿਬ ਮੂਲ ਮੰਤਰ ਅਤੇ ਰਹਿਰਾਸ ਸਾਹਿਬ ਦੇ ਉਚਾਰਨ ਵੇਲੇ ਸੱਚਖੰਡ ਗਏ। ਸਾਰੇ ਦੇਵੀ ਦੇਵਤੇ ਅੰਬਰੌਲੀਏ ਜਿੰਨੇ ਸਭ ਬਾਹਰ ਖੜ੍ਹੇ ਸੀ। ਸੱਚਖੰਡ ਕਿਸੇ ਨੂੰ ਐਂਟਰੀ ਨਹੀਂ ਸੀ। ਜਦੋਂ ਅੰਦਰੋਂ ਜਾ ਕੇ ਪੁੱਛਿਆ ਤਾਂ ਆਵਾਜ਼ ਆਈ, ਐ ਨਾਨਕ ਤੂੰ ਗੁਰ ਪਰਮੇਸ਼ਰ ਆ, ਮੈਂ ਪਾਰ ਬ੍ਰਹਮ ਪਰਮੇਸ਼ਰ ਆ, ਮੈਂ ਪਰਮਾਤਮਾ ਆ, ਤੂੰ ਮੇਰਾ ਸਰੀਰ ਆ। ਪਰ ਇਹਨਾਂ ਵਾਂਗੂ ਗਲਤੀ ਨਾ ਕਰੀ, ਆਪਣੇ ਆਪ ਨੂੰ ਰੱਬ ਨਾ ਕਹਾਈ। ਤਾਂ 10ਵੇਂ ਪਾਤਸ਼ਾਹ ਨੇ ਲਿਖਾ, ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰ ਹੈ, ਤੂੰ ਗੁਰੂ ਕਹਿਲਾਈ। ਸੋ 10 ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਆ। ਸੋ ਗਿਆਨ ਰੂਪੀ ਗੁਰੂ, ਸ਼ਬਦ ਗੁਰੂ ਪ੍ਰਗਾਸਿਆ, ਸ਼ਬਦ ਗੁਰੂ ਸੁਰਤ ਤੋਂ ਚੇਲਾ। ਗੁਰੂ ਨਾਨਕ ਸਾਹਿਬ ਸਿੱਧਾ ਕੋ ਕਹਿੰਦੇ ਕਿਹੜੀ ਸ਼ਕਤੀ ਨਾਲ ਸਾਡੇ ਤੱਕ ਪਹੁੰਚਿਆ। ਮਹਾਰਾਜ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ। ਸ਼ਬਦ ਨੂੰ ਗੁਰੂ ਬਣਾਇਆ, ਸੁਰਤ ਨੂੰ ਚੇਲੀ ਬਣਾਇਆ। ਸੋ ਗਿਆਨ ਰੂਪੀ ਸੂਰਜ ਦੇ ਭੰਡਾਰ ਗੁਰੂ ਨਾਨਕ ਸਾਹਿਬ ਧਰਤੀ 'ਤੇ ਆਪ ਨਾਰਾਇਣ ਕਲਾ ਧਾਰ ਆ ਗਏ ਅਤੇ ਉਹਨਾਂ ਨੇ ਗਿਆਨ, ਗੁਰਮਤਿ ਗਿਆਨ ਜੋ ਪ੍ਰਕਾਸ਼ਿਆ ਦੁਨੀਆ ਨੂੰ ਦਿੱਤਾ, ਉਹ ਗਿਆਨ ਇਹੀ ਸੀ ਕਿ ਕੈਂਚੀ ਉਸਤਰੇ ਵਿੱਚੋਂ ਹਿੰਦੂ ਮਤ ਚੱਲਿਆ ਸੀ। ਸਨਾਤਨ ਜਿਹਨੂੰ ਮਤ ਨੇ ਹਿੰਦੂ ਮਤ ਦਾ ਰੂਪ ਧਾਰਨ ਕਰ ਲਿਆ। ਕ੍ਰਿਸ਼ਨ ਮਹਾਰਾਜ ਨੇ ਕਿਸੇ ਦੋਸਤ ਨੇ ਗਲਤੀ ਕੀਤੀ ਤਾਂ ਉਹਦੇ ਵਾੜ ਕੱਟ ਕੇ ਬੋਦੀ ਰੱਖਤੀ। ਵੀਰਭੱਦਰ ਉਹਨਾਂ ਦੇ ਭਰਾ ਨੇ ਕਿਹਾ, ਕਿਸੇ ਨੇ ਕੀ ਕੀਤਾ, ਦੰਡ ਬੈਠ ਕਢਾ ਦਿੰਦਾ, ਦੜਾ ਦਿੰਦਾ, ਪਰ ਹੁਣ ਤੂੰ ਅਵਤਾਰੀ ਪੁਰਸ਼ ਆ। ਐਸਾ ਕਲਯੁਗ ਚੜ੍ਹਨਾ, ਲੋਕਾਂ ਨੇ ਵਿਕਾਰਾਂ ਵੱਲ ਜ਼ਿਆਦਾ ਦੌੜਨਾ, ਝੂਠ ਨੂੰ ਸੱਚ ਬਣਾ ਲੈਣਾ। ਸੋ ਸਜ਼ਾ ਨੂੰ ਧਾਰਮਿਕ ਚਿੰਨ੍ਹ ਬਣਾ ਕੇ ਉਹਨਾਂ ਨੇ ਪ੍ਰਗਟ ਕਰ ਲਿਆ ਕਿ ਹਿੰਦੂ ਹੀ ਉਹ ਆ ਜਿਹੜਾ ਸਾਰਾ ਸਿਰ ਮੁੰਨ ਲਵੇ ਅਤੇ ਇੱਕ ਬੋਦੀ ਰੱਖੇ। ਸਨਾਤਨ ਮਤ ਵਿੱਚ
ਤੇ ਇਸਲਾਮ ਮਤ ਵਿੱਚ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਆਪਣੀ ਘਰਵਾਲੀ ਨਾਲ ਸ਼ਰਤ ਲੱਗ ਗਈ। ਸ਼ਿਕਾਰ ਖੇਡਣ ਜਾਂਦੇ ਆ, ਇੱਕ ਇਸਤਰੀ ਨੱਚ ਟੱਪ ਕੇ ਪਰਮਾਤਮਾ ਦੀ ਮਾਇਆ ਉਹਨਾਂ ਨੂੰ ਮੋਹਿਤ ਕਰ ਲੈਂਦੀ 16 ਸਿੰਗਾਰ ਕਰਕੇ। ਉਹਨਾਂ ਦੀ ਘਰਵਾਲੀ ਨੇ ਕਿਹਾ ਤੁਸੀਂ ਸ਼ਰਤ ਤੋੜੀ ਆ, ਤਾਂ ਉਹਦੀ ਸੁੰਨਤ ਕਰਤੀ ਸਜ਼ਾ ਰੂਪ ਵਿੱਚ। ਉੱਥੋਂ ਇਸਲਾਮ ਮਤ ਚੱਲ ਪਿਆ। ਸੋ ਇਸ ਤਰ੍ਹਾਂ ਦੋਨਾਂ ਮਤਾਂ ਨੂੰ ਗਿਆਨ ਦੇਣ ਲਈ ਮਹਾਰਾਜ ਕਿਹਾ ਤੁਸੀਂ ਮਨੁੱਖ ਆ। ਗੁਰੂ ਨਾਨਕ ਸਾਹਿਬ ਨੇ ਗਿਆਨ ਦਾ ਸੂਰਜ ਦਿੱਤਾ। ਇੱਕ ਪਿਤਾ ਇੱਕ ਅਸਕੇ ਹੰਬਾਰਿਕ, ਇੱਕ ਅਲੋਕ ਸ਼ਕਤੀ ਆ ਜੋ ਸੰਸਾਰ ਨੂੰ ਚਲਾਉਣ ਲਈ ਉਹ ਰੱਬ ਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ। ਉਹਨਾਂ ਜੁੜੋ ਤੇ ਸਾਰੇ ਮਨੁੱਖ ਆ, ਇੱਕੋ ਜਾਤ ਆ। ਮਨੁੱਖ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਪੋ। ਮਨੁੱਖ ਫਾਰਸੀ ਦਾ ਲਫ਼ਜ਼ ਆ, ਫਾਰਸੀ ਮਨੁੱਖ ਦਾ ਅਰਥ ਆ ਸਿੱਖ। ਜਿਨ੍ਹਾਂ ਨੇ ਉਹਨਾਂ ਦਾ ਗਿਆਨ ਸੁਣਿਆ ਉਹ ਸਿੱਖ ਕਹਿਲਾਏ। ਅਤੇ ਸਿੱਖ ਨੂੰ ਫਿਰ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਵਿਸਾਖੀ ਵੇਲੇ ਦਿਨ 10ਵੇਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨੂੰ ਖਾਲਸਾ ਰੂਪ ਦੇ ਦਿੱਤਾ ਮਨੁੱਖ ਨੂੰ। ਸੋ ਇਹ ਗਿਆਨ ਸੀ। ਸੋ ਗਿਆਨ ਰੂਪੀ ਸੂਰਜ ਦਾ ਹਮੇਸ਼ਾ ਪੁਰਬ ਲੱਗਾ ਰਹਿੰਦਾ ਹੈ। ਸੰਤ ਸਮਾਗਮ ਰੂਪੀ ਪ੍ਰਯਾਗਰਾਜ ਤੀਰਥ ਹੈ। प्रयागराज ਵਿੱਚ ਬੜੇ ਸੰਤ ਇਕੱਠੇ ਹੁੰਦੇ ਆ। ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਤ ਪ੍ਰਾਣਪਤੀ ਕੇ। ਸੰਤ ਤੂੰ ਬਥੇਰੇ ਮਤੀ ਦੇ ਆ, ਪਰ ਇੱਕ ਪਰਮਾਤਮਾ ਨਾਲ ਜੁੜਿਆ ਸਿੱਧਾ ਅਕਾਲ ਪੁਰਖ ਵਾਹਿਗੁਰੂ ਦੀ ਆਰਾਧਨਾ ਕਰਨ ਵਾਲਾ ਸੰਤ ਕੋਈ ਹੁੰਦਾ ਹੈ। ਨਹੀਂ ਤਾਂ ਕਾਹੂਲੇ ਪਾਹਨ ਪੂਜ ਤੇਰੇ ਸਿਰ, ਕਾਹੂਲੇ ਲਿੰਗ ਗਰੇ ਲਟਕਾਇਆ। ਕੋਈ ਸ਼ਿਵਲਿੰਗ ਗਰੇ 'ਚ ਲਟਕਾਉਂਦਾ, ਕੋਈ ਪੱਥਰ ਪੂਜਦਾ। ਕਾਹੂ ਲਖੇ ਰਵਾਚੀ ਦਿਸ਼ਾਵੇਂ, ਕਾਹੂ ਪਛਾ ਕੋ ਸੀਸ ਨਾ। ਕੋਈ ਪੂਰਬ 'ਚ ਰਾਵੇਸ਼ਵਰ ਨੂੰ ਰੱਬ ਨੂੰ ਦੱਸਦਾ, ਕੋਈ ਮੱਕੇ ਵੱਲ ਨੂੰ ਖੁਦਾ ਨੂੰ ਦੱਸਦਾ ਹੈ, ਕੋਈ ਕਬਰਾਂ ਨੂੰ ਪੂਜਦਾ ਹੈ। ਸੋ ਮਹਾਰਾਜ ਕਹਿੰਦੇ ਕੂਰ ਕਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਆ। ਅਸਲੀ ਭਗਵਾਨ ਦਾ ਭੇਦ ਨਹੀਂ ਕਿਸੇ ਨੇ ਪਾਇਆ। ਪਰਮਾਤਮਾ ਤੱਕ ਪਹੁੰਚਣ ਲਈ ਮਹਾਰਾਜ ਕਹਿੰਦੇ ਫੋਕਟ ਕਰਮ ਤਿਆਗ ਕੇ ਨਾਮ ਜਪੋ। ਨਾਮ ਜਪਣ, ਕਿਉਂਕਿ ਜਦ ਤੋਂ ਸੰਸਾਰ ਬਣਿਆ ਨਾਮ ਜਪਣ ਦੀ ਮਹਿਮਾ ਆ। ਵੇਦ ਵੀ ਕਹਿੰਦੇ ਨਾਮ ਜਪੋ ਭਾਈ, ਨਾਮ ਜਪੇ ਬਿਨਾਂ ਪਾਰ ਉਤਾਰਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਕਰਮ ਕਾਂਡ ਛੱਡੋ, ਨਾਮ ਜਪੋ। ਹਿੰਦੂ ਰਾਮ ਰਾਮ ਉਚਰੇ, ਮੁਸਲਮਾਨ ਕਾ ਇੱਕ ਖੁਦਾ ਹੈ, ਕਬੀਰ ਕਾ स्वामी रहे असमाए। ਸੋ ਸਿੱਖ ਨੇ ਵਾਹਿਗੁਰੂ ਵਾਹਿਗੁਰੂ ਕਰਨਾ ਹੈ। ਹਿੰਦੂ ਲੋਕ ਰਾਮ ਰਾਮ ਜਪਦੇ ਆ, ਮੁਸਲਮਾਨ ਲੋਕ ਅੱਲਾ ਅੱਲਾ ਖੁਦਾ ਖੁਦਾ ਜਪਦੇ ਆ। ਸੋ ਪਰਮਾਤਮਾ ਦੇ ਨਾਮ ਜਪਣ 'ਚ ਹੀ ਫਾਇਦਾ ਹੈ। ਸੋ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਸਾਰੀ ਸ੍ਰਿਸ਼ਟੀ ਦਾ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਗੁਰੂ ਆ। ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਰੇ ਜਗਤ ਨੂੰ ਇੱਕੋ ਉਪਦੇਸ਼ ਦਿੰਦਾ। ਗੁਰੂ ਗ੍ਰੰਥ ਸਾਹਿਬ ਸਾਂਝੇ ਰਹਿਬਰ ਆ, ਉਹਨਾਂ ਵਿੱਚ ਰਾਮ ਵੀ ਆ, ਅੱਲਾ ਵੀ ਆ, ਪ੍ਰਭੂ ਵੀ ਆ। ਸੋ ਸਾਰਾ ਕੁਛ ਲਿਖਿਆ ਹੈ। ਇੱਥੇ ਭੀਖਣ ਸ਼ਾਹ ਉਹ ਫਰੀਦ ਸਾਹਿਬ ਆ, ਮੁਸਲਮਾਨਾਂ 'ਚੋਂ, ਰਵਿਦਾਸ ਚਮਾਰਾਂ 'ਚੋਂ, ਨਾਮਦੇਵ ਜੀ ਛੀਂਬਿਆਂ 'ਚੋਂ, ਜੱਟਾਂ ਵਿੱਚੋਂ ਧੰਨਾ। ਸੋ ਸਾਰੇ ਹਾਜ਼ਰ ਨੇ, ਸਾਰੇ ਭਗਤ। ਇਹ ਜਾਤ ਪਾਤ ਦੇ ਬੰਧਨ ਟੁੱਟ ਜਾਂਦੇ ਜਦੋਂ ਭਗਤੀ ਕਰਦੇ ਆ, ਇੱਕ ਪਰਮਾਤਮਾ ਦੇ ਪਿਆਰੇ ਬਣ ਗਏ। ਸੋ ਇਸ ਕਰਕੇ ਹਾਂ ਨਾਮ ਜਪੋ ਜੀ ਐਸੇ ਐਸੇ, ਧੁਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸੋ ਸੰਤ ਸਮਾਗਮ ਰੂਪ ਪ੍ਰਯਾਗਰਾਜ ਤੀਰਥ ਹੈ, ਜਿੱਥੇ ਸੰਤ ਇਕੱਠੇ ਹੁੰਦੇ। ਸੰਤ ਸਾਈ ਰਾਮ ਕੇ ਕਰ ਕਿਰਪਾ ਬਿਨਾ ਦੀਆ ਮਿਲਾਏ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੇ ਹਰਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸਹੀ। ਸੰਤ ਜਿਹੜੇ ਦਿਨ ਰਾਤ ਅੱਠੇ ਪੈਰ ਆਰਾਧਦੇ ਆ, ਉਹਨਾਂ ਨੂੰ ਸੰਤ ਕਹਿੰਦੇ। ਸੰਤ ਸਹਿਤ ਸੁਣੋ ਸੁਣੋ ਮੇਰੇ ਮੀਤਾ ਸੰਤ ਰਹਿਤ। ਸੋ ਸੰਤਾਂ ਦਾ ਕੰਮ ਆ। ਬਾਕੀ ਜਿਹੜੇ ਸਿੱਖ ਆ, ਸਿੱਖ ਤੋਂ ਸੰਤ ਬਣਦੇ ਆ। ਪਹਿਲਾਂ ਸਿੱਖ ਆ, ਸਿੱਖ ਦਾ ਕੰਮ ਆ ਕਿਰਤ ਕਰਨੀ ਅਤੇ ਅੰਮ੍ਰਿਤ ਵੇਲੇ ਨਿਤਨੇਮ ਕਰਨਾ, ਸਵੇਰੇ ਸ਼ਾਮ ਸਤਸੰਗ ਕਰਨੀ। ਇਹ ਸਿੱਖ ਦੇ ਕਰਮ ਆ, ਦਸਵੰਧ ਕੱਢਣਾ। ਅਤੇ ਜਦੋਂ ਸਿੱਖ ਸੰਤ 'ਚ ਤਬਦੀਲ ਹੋ ਜਾਂਦਾ ਹੈ, ਫਿਰ 1 ਘੰਟੇ 2 ਘੰਟੇ 5 ਘੰਟੇ ਨਹੀਂ, 24 ਘੰਟੇ ਸਿਮਰਨ ਕਰਦਾ। ਤਾਂ ਮਹਾਰਾਜ ਕਹਿੰਦੇ 8 ਪੈਰ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਤ, ਕਰੇ ਭਗਤ ਆਤਮ ਕੈ ਚਾਹੇ, ਪ੍ਰਭ ਆਪਣੇ ਸੋ ਰਹੇ ਸਮਾਏ। 8 ਪੈਰ ਪਰ ਬਸੈ ਹਜੂਰੇ, ਕਹੋ ਨਾਨਕ ਸਹੀ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇ, ਮਨ ਤਨ ਆਪਣਾ ਤਿੰਨ ਜਨ ਦੇਹ। ਉਸ ਸੁਖਮਨੀ ਸਾਹਿਬ 'ਚ ਮਹਾਰਾਜ ਕਹਿੰਦੇ ਫਿਰ ਉਹ ਸੰਤ ਬ੍ਰਹਮ ਗਿਆਨੀ ਬਣ ਜਾਂਦਾ। ਫਿਰ ਤਾਂ ਉਹਨਾਂ ਦੇ ਚਰਨ ਫੜਨੇ ਚਾਹੀਦੇ। ਤਿਸ ਜਨ ਕੇ ਪੂਜੋ ਸਦ ਪੈਰਾ। ਇਹ ਨਹੀਂ ਕਿ ਸੰਤ ਬਾਬੇ ਭਜਾਓ ਅਤੇ ਪੰਥ ਬਚਾਓ। ਸੰਤ ਅਤੇ ਬਾਬਾ ਗੁਰਬਾਣੀ ਦਾ ਸ਼ਬਦ ਕੋਈ ਮਾਈ ਦਾ ਲਾਲ ਭਜਾ ਨਹੀਂ ਸਕਦਾ। ਜੁਗੋ ਜੁਗੋ ਟਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਬਾ ਅਤੇ ਸੰਤ ਆਏ ਆ। ਇਹ ਮਿਸ਼ਨਰੀ ਪ੍ਰੋਫੈਸਰ ਦੁਨੀਆ ਦੀ ਪੜ੍ਹਾਈ 'ਚ ਆ। ਗੁਰੂ ਨਾਨਕ ਸਾਹਿਬ ਦੀ ਪੜ੍ਹਾਈ 'ਚ ਜਨਨੀ ਜਨੇ ਸੋ ਭਗਤ ਜਨ ਕਹਿ ਦਾਤਾ ਕਹਿ ਸੂਰ। ਭਗਤ ਸੰਤ ਸਾਧੂ ਬ੍ਰਹਮ ਗਿਆਨੀ ਦਾਨੀ ਅਤੇ ਸੂਰਮੇ ਤਿੰਨਾਂ ਨੂੰ ਜਨਨੀ ਜਨਮ ਦੇਵੇ। ਨਾਮ ਜਪਦਾ ਆ, ਭਗਤੀ ਕਰਦਾ ਹੈ ਅਤੇ ਸੰਤ ਬਣਦਾ ਹੈ। ਹੋਰ ਨਾਮ ਰੂਪੀ ਦਵਾ ਖਾਂਦਾ ਹੈ ਅਤੇ ਮੋਹ ਟੁੱਟਦਾ ਆ। ਮਾਇਆ ਦੇ ਪਦਾਰਥ ਅਤੇ ਮਾਇਆ ਤੋਂ ਮੋਹ ਟੁੱਟ ਜਾਂਦਾ। ਫਿਰ ਇਹ ਆ ਮੇਰੀ ਇਸਤਰੀ, ਆ ਮੇਰਾ ਪੁੱਤਰ, ਆ ਮੇਰੇ ਭਰਾ ਭੈਣ ਦੋਸਤ ਆ, ਇਹ ਸਭ ਮਾਇਆ ਆ। ਇਹਨਾਂ ਤੋਂ ਵੀ ਮੋਹ ਛੁੱਟ ਜਾਂਦਾ, ਫਿਰ ਰੱਬ ਨਾਲ ਜੁੜ ਜਾਂਦਾ। ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸਿਵ ਕੇ ਕਾਰਜ ਰਾਸ, ਅਵਰ ਕਾਸ਼ ਤੇਰੇ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇ ਬਣਾ। ਫਿਰ ਸ਼ਹੀਦ ਹੁੰਦਾ ਹੈ ਜਦੋਂ ਆਪਣੇ ਸਰੀਰ ਦਾ ਵੀ ਮੋਹ ਟੁੱਟ ਜਾਂਦਾ ਹੈ, ਫਿਰ ਪਰਮਾਤਮਾ ਨਾਲ ਜੁੜ ਜਾਂਦਾ ਹੈ, ਸੱਚ 'ਤੇ ਪਹਿਰਾ ਦਿੰਦਾ ਹੈ। ਫਿਰ ਮਹਾਰਾਜ ਕਹਿੰਦੇ ਅਲਫਾਰ ਸੁਲਭ ਸੁਨਿੰਦਰਾ ਦਇਆ ਛੇ ਮਾਤਾ ਪ੍ਰੀਤ। ਜਿਵੇਂ ਇੱਕ ਇਸਤਰੀ ਦਾ ਪਤੀ ਪ੍ਰਦੇਸਾਂ ਚਲ ਜਾਏ, ਰੋਟੀ ਵੀ ਛੁੱਟ ਜਾਂਦੀ ਉਹਦੇ ਪਿਆਰ ਵਿੱਚ, ਭੁੱਖ ਨਹੀਂ ਲੱਗਦੀ।
ਅਤੇ ਨੀਂਦ ਵੀ ਨਹੀਂ ਆਉਂਦੀ ਬਿਸਤਰੇ 'ਤੇ, ਅਤੇ ਕੱਪੜਾ ਵੀ ਨਹੀਂ ਚੰਗਾ ਲੱਗਦਾ। ਹਰ ਵੇ ਨੀਂਦ ਭੂਖ ਕੋ ਕੈਸੀ ਕਾਪੜ ਤਰਨਾ ਸੁਖਾਵੇ। ਇਹੋ ਜਿਹੀ ਅਵਸਥਾ ਬਣ ਜਾਂਦੀ ਸਾਧੂਆਂ ਸੰਤਾਂ ਦੀ। ਬਹੁਤ ਜਨਮ ਵਿਛੜੇ ਤੇ ਮਾਧੋ ਜਨਮ ਤੁਮਾਰੇ ਲੇਖੇ। ਸੋ ਇਹ ਸੀ ਸੰਤ। ਸ਼ਾਸਤਰ ਦਾ ਇਹ ਨਿਯਮ ਹੈ, ਜਿਵੇਂ ਮਕਰ ਰਾਸ਼ੀ ਵਿੱਚ ਸੂਰਜ ਗ੍ਰਹਿਣ ਲੱਗਦਾ ਹੈ, ਤਿਵੇਂ ਸ਼ਰਧਾ ਰੂਪੀ ਮਕਰ ਰਾਸ਼ੀ ਵਿੱਚ ਗਿਆਨ ਰੂਪ ਸੂਰਜ ਦੀ ਪ੍ਰਾਪਤੀ ਹੁੰਦੀ ਹੈ। ਸ਼ਰਧਾ ਨਾਲ ਹੀ ਗਿਆਨ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦਾ ਜੋ ਗੁਰਮਤਿ ਗਿਆਨ ਹੈ ਉਹ ਸ਼ਰਧਾ ਨਾਲ ਹੀ ਪ੍ਰਾਪਤ ਹੋ ਸਕਦਾ। ਜੇ ਗੁਰੂ ਸਾਹਿਬ 'ਚ ਸ਼ਰਧਾ ਹੋਊਗੀ, ਕਿਉਂਕਿ ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੈ। ਉਹ ਗੁਰੂ ਵੀ ਐਸਾ ਸਾਚ ਕੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪੈ। ਉਹ ਜਿਹਨੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਇਹੋ ਜਿਹੀ ਠੰਡ ਅੰਦਰ। ਅਤੇ ਸਿੱਖਾਂ ਨੇ ਵੀ ਫਿਰ ਘੱਟ ਨਹੀਂ ਕੀਤੀ। ਮਾਘ ਦੇ ਮਹੀਨੇ ਮੁਕਤਸਰ ਮੇਲਾ ਮਾਘੀ ਲੱਗਦਾ ਹੈ ਕਿ ਸਿੱਖਾਂ ਨੇ ਵੀ ਉੱਥੇ ਬਹੁਤ ਕੁਰਬਾਨੀ ਦਿੱਤੀ ਆ। 40 ਮੁਕਤੇ ਜਿਹੜੇ ਆ ਉਹ ਬਦਾਵਾ ਲਿਖ ਕੇ ਚਲ ਗਏ ਸੀ। ਮਹਾਰਾਜ ਨੂੰ ਪਤਾ ਸੀ ਇਹਨਾਂ ਨੇ ਸਾਡੇ ਕੋਲ ਆਉਣਾ, ਜੇ ਕੋ ਗੁਰ ਤੇ ਬੇਵਕੂਫ ਮੈਂ ਸਤਿਗੁਰੂ ਮੁਕਤ ਨਾ ਪਾਵੇ। ਮਹਾਰਾਜ ਨੇ ਕਮਰ ਕੱਸੇ 'ਚੋਂ ਕੱਢ ਕੇ ਬਦਾਵਾ ਜਿਹੜਾ ਆ ਉਹਨਾਂ ਸਿੱਖਾਂ ਦਾ ਪਾੜ ਦਿੱਤਾ ਸੀ। ਸੋ ਸਾਧ ਸੰਗਤ ਜੀ, ਸੱਚਖੰਡ ਦਾ ਬੂਹਾ ਖੋਲ੍ਹਿਆ ਸੀ। ਆ ਮੇਰੇ ਇੰਨੇ ਹਜ਼ਾਰੀ ਆ, ਮੇਰੇ ਇੰਨੇ ਹਜ਼ਾਰੀ ਸਿੱਖਿਆ। ਸੋ ਮਹਾਰਾਜ ਜੀ ਨੇ ਇਹ 40 ਮੁਕਤੇ ਹੋਏ ਆ, ਉਹ ਫਿਰ ਲੜੇ ਆ। ਮਾਈ ਭਾਗੋ ਨੇ ਕਿਹਾ ਇਸਤਰੀਆਂ ਧਰਮ ਕੀ ਰਖਵਾਲੀਆਂ ਹੋਤੀਆਂ। ਉਹ ਲੱਕ ਨਾਲ ਬੰਨ੍ਹ ਕੇ ਮਾਈ ਭਾਗੋ ਫਿਰ ਤੁਰ ਪਈ। ਕਹਿੰਦੀ ਤੁਸੀਂ ਬੱਚੇ ਸਾਂਭੋ, ਘਰ ਗ੍ਰਸਤੀ ਦੇ ਕੰਮ ਸਾਂਭੋ। ਜੰਗੇ ਮੈਦਾਨ 'ਚ ਜੂਝੀ ਤਾਂ ਫਿਰ ਮਗਰੇ ਸਿੰਘ ਵੀ ਤੁਰ ਪਏ ਜਿਹਨੇ ਬਦਾਵਾ ਲਿਖਿਆ ਸੀ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਉਹ ਬਦਾਵਾ ਮਹਾਂ ਸਿੰਘ ਨੂੰ ਪੁੱਛਿਆ, ਮੰਗਲਾ ਜੋ ਮੰਗਣਾ ਆਖਰੀ ਸਾਹ ਚੱਲਦੇ ਸੀ। ਸੋ ਮੁਕਤਸਰ ਦੀ ਧਰਤੀ 'ਤੇ ਜਿਹੜੀ ਜੰਗ ਹੋਈ ਅਤੇ ਉਹਦਾ ਬਦਾਵਾ ਪਾੜਿਆ, ਸੱਚਖੰਡ ਨੂੰ ਤੋਰਿਆ। ਕਹਿੰਦਾ ਮਹਾਰਾਜ ਉਹ ਕਾਗਜ਼ ਪਾੜ ਦੋ, ਅਸੀਂ ਤੇਰੇ ਗੁਰੂ ਨਹੀਂ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਸੋ ਇਸ ਤਰ੍ਹਾਂ ਸ਼ਰਧਾ ਵਿਹੀਨ ਛੀਨ ਕੈਸੇ ਕਹਿ ਤਰਤ ਹੈ। ਸ਼ਰਧਾਵਾਨ ਲਭ ਤੇ ਗਿਆਨਮ ਤਤ ਧਰ ਸੰਯਤੇ ਇੰਦਰਿਆ। ਸੋ ਇਸ ਤਰ੍ਹਾਂ ਦਾ ਗਿਆਨ ਹੈ। ਸਤੋ ਗੁਣੀ ਰੂਪ ਮਾਘ ਦੇ ਮਹੀਨੇ ਸ਼ਰਧਾ ਰੂਪੀ ਮਕਰ ਰਾਸ਼ੀ ਵਿੱਚ ਸੰਤ ਸਮਾਗਮ ਰੂਪੀ ਤੀਰਥ ਪਰ ਸੰਤਾਂ ਦੀ ਸੰਗਤ ਕਰਨੀ, ਸਾਧੂਆਂ ਦੀ ਸੰਗਤ 'ਚ ਬੈਠਣਾ, ਉਹ ਇੱਕ ਤੀਰਥ ਆ। ਚਰਨ ਸਾਧ ਕੇ ਧੋਤੇ ਪੀਅਰ ਪ੍ਰਸਾਦ ਕੋ ਆਪਣਾ ਜੀਓ। ਜਲ ਵਿੱਚ ਜਿਸ ਨੇ ਇਸ਼ਨਾਨ ਕਰਨਾ ਜਾਣਿਆ ਹੈ, ਉਸਦੀ ਬੁੱਧੀ ਪੁਨੀਤ ਭਈ ਪਵਿੱਤਰ ਹੋ ਜਾਂਦੀ ਹੈ। ਕਿਉਂਕਿ ਸਾਧੂ ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹਨੇ ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕਰੇ ਧਰਮ ਕਮਾਇਆ, ਉਹਦੀ ਦੁਨੀਆ ਤੋੜੇ ਬੰਧਨ ਨਾਲ ਪਾਣੀ ਥੋੜ੍ਹਾ ਖਾਇਆ। ਜਿਹੜੇ ਜੀਂਦੇ ਮੁਕਤ ਆ, ਜਿਨ੍ਹਾਂ ਨੇ ਕਾਮ ਕ੍ਰੋਧ ਮੋਹ ਹੰਕਾਰ ਦੇ ਉੱਤੇ ਕਾਬੂ ਪਾ ਲਿਆ, ਉਹਨਾਂ ਨੂੰ ਕਹਿੰਦੇ ਸਾਧੂ। ਉਹ ਆ ਖੁਦ ਮੁਕਤ ਨੇ। ਉਹਨਾਂ ਕੋਲ ਕੰਟਰੋਲ ਸਵਿੱਚ ਆ, ਜਿਵੇਂ ਪੱਖੇ ਦਾ ਰੈਗੂਲੇਟਰ ਹੁੰਦਾ ਆ, 0 ਕਰ ਦਿਓ 0 ਹੋ ਜਾਂਦਾ, ਫੁੱਲ ਕਰੋ ਫੁੱਲ ਭੱਜਦਾ, ਮੀਡੀਅਮ ਰੱਖੋ ਮੀਡੀਅਮ। ਉਹਨਾਂ ਕੋਲ ਕੰਟਰੋਲ ਕੁੰਜੀ ਸੰਤ ਨੂੰ ਸੌਂਪੀ। ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ, ਪ੍ਰਮਾਤਮਾ ਦੀ ਕਿਰਪਾ ਨਾਲ ਆਪ ਮੁਕਤ ਮੋਹਿ ਤਾਰੈ। ਉਹ ਸਾਧੂ ਹੋ ਜਾਂਦੇ ਜਿਨ੍ਹਾਂ ਨੇ ਮਨ 'ਤੇ ਕਾਬੂ ਪਾ ਲਿਆ, ਜਿਨ੍ਹਾਂ ਨੇ ਕਾਮ ਕ੍ਰੋਧ ਹੰਕਾਰ ਆਪਣੇ 'ਚੋਂ ਭਜਾ ਦਿੱਤੇ ਅਤੇ ਦਇਆ ਕਪਾ ਸੰਤੋਖ ਸੂਝ ਜਤ ਗੰਢੀ ਸਤ ਵਟ ਇਹ ਚੰਗੇ ਗੁਣ ਧਾਰਨ ਕੀਤੇ। ਈਰਖਾ ਨਿੰਦਿਆ ਇਹਨਾਂ ਤੋਂ ਜਿਹੜੇ ਬਚੇ। ਸੋ ਇਸ ਕਰਕੇ ਸਾਧ ਸੰਗਤ ਜੀ, ਉਹਨਾਂ ਸਾਧੂਆਂ ਦੀ ਸੰਗਤ 'ਚ ਜਾਵਾਂਗੇ ਅਤੇ ਸਾਡੇ ਵੀ ਵਿਕਾਰ ਨਸ਼ਟ ਹੋ ਜਾਏ। ਅਸੀਂ ਆਪਣੇ ਉਸਤਾਦ ਜੀ ਨੂੰ ਪੁੱਛਿਆ, ਸੀ ਸਾਧੂ ਹੁੰਦੇ ਆ? ਉਹਨਾਂ ਨੇ ਕਿਹਾ ਹੁੰਦੇ। ਝਮੇਲੀ ਦਾ ਫੁੱਲ ਕਹਿੰਦਾ ਨਹੀਂ ਕਿ ਮੈਨੂੰ ਸੁਗੰਧ ਆਉਂਦੀ। ਉਹਨਾਂ ਕੋਲ ਬੈਠੋ, ਸਵਾਸ ਸਿਮਰਨ ਚੱਲ ਪੈਂਦਾ। ਉਹਨਾਂ ਕੋਲ ਬੈਠਾਂਗੇ ਤਾਂ ਸਾਡੇ ਵੀ ਵਿਸ਼ਾ ਵਿਕਾਰ ਚੱਲ ਜਾਣਗੇ। ਉਹਨਾਂ ਕੋਲ ਬੈਠਾਂਗੇ ਤਾਂ ਆਪਣੇ ਆਪ ਹੀ ਅੰਦਰ ਸਵਾਸ ਸਿਮਰਨ ਚੱਲ ਪੈਂਦਾ। ਜਿਨੀ ਨਾਮ ਧਿਆਇਆ ਗਿਆ ਮਸਕਤ ਘਾਲ, ਨਾਨਕ ਤੇ ਖੁਜਲੇ ਕੀਤੀ ਛੁੱਟੀ ਨਾਲ। ਸੋ ਇਸ ਤਰ੍ਹਾਂ ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਜਾਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਮਨੁੱਖ ਦੇ ਪਾਸ ਮਾਇਆ ਹੋਵੇ ਤਾਂ ਜਾ ਸਕਦਾ ਹੈ। ਮਾਇਆ ਵਾਲੇ ਤੀਰਥਾਂ 'ਤੇ ਜਾਂਦਾ ਹੈ, ਕਿਰਾਇਆ ਲੱਗਦਾ ਹੈ, ਮੁਸਾਫਰੀ ਦਾ ਦੁੱਖ ਸਹਾਰਨਾ ਪੈਂਦਾ ਹੈ। ਪਰ ਅੰਤਰੀਵ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਤੀਰਥ ਦੁਰਲੱਭ ਹੈ। ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ 'ਚ ਬੈਠਣ ਵਾਲਾ ਜਿਹੜਾ ਤੀਰਥ ਆ, ਉਹ ਸਤਸੰਗ ਤਾਂ ਕਿਤੇ ਵੀ ਕੀਤੀ ਜਾ ਸਕਦੀ ਹੈ। ਕਿ ਸਿੱਖ ਦੋਏ ਸਾਧ ਸੰਗ ਪੰਜੀਹ ਪਰਮੇਸ਼ਰ। ਭਾਈ ਗੁਰਦਾਸ ਜੀ ਕਹਿੰਦੇ ਇਕੱਲਾ ਸਿੱਖਿਆ ਸਿੱਖੀ ਸਿੱਖਿਆ ਗੁਰ ਵਿਚਾਰ, ਦੋ ਇਕੱਠੇ ਹੋ ਗਏ ਸਾਧ ਸੰਗਤ ਬਣ ਜਾਂਦੀ ਹੈ। ਅਤੇ ਪੰਜੀ ਪਰਮੇਸ਼ਰ, ਜਿੱਥੇ ਪੰਜ ਹੁੰਦੇ ਉੱਥੇ ਪਰਮੇਸ਼ਰ ਦਾ ਵਾਸ ਹੋ ਜਾਂਦਾ। ਸੋ ਸਤਸੰਗ ਹੋ ਜਾਂਦੀ। ਕਿਉਂਕਿ ਮਾਤ ਪਿਤਾ ਬਿਨ ਬਾਲ ਨਾ ਹੋਈ, ਘੋੜ ਬਿਨ ਨਾਹੀ ਅਸਵਾਰ, ਸਾਧੂ ਬਿਨ ਨਾਹੀ ਦਰਬਾਰ, ਢੂੰਡ ਸੰਤ ਸੱਜਣ ਪੱਕਿਆਂ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਡੋਰੀ ਪੱਕੀ ਰੱਬ ਦੇ ਨਾਲ, ਇਹੋ ਸੰਤ ਇਹੋ ਸਾਧੂਆਂ ਦਾ ਸੰਗਤ ਟੋੜ, ਜਿਹੜੇ ਇੱਥੇ ਵੀ ਸਾਥ ਨਿਭਾਉਣਗੇ ਅਤੇ ਅਗਲੇ ਪਾਸੇ ਵੀ ਤੇਰਾ ਸਾਥ ਦੇਣਗੇ। ਕਿਉਂਕਿ ਇਸ ਤੀਰਥ ਪਰ ਨਾ ਮਾਇਆ ਦਾ ਕੋਈ ਖਰਚ ਨਹੀਂ, ਨਾ ਹੀ ਮੁਸਾਫਰੀ ਦਾ ਦੁੱਖ ਹੈ। ਪ੍ਰਤੱਖ ਪ੍ਰਯਾਗਰਾਜ ਇੱਕ ਤੀਰਥ, ਇੱਕ ਦੇਸੀ ਹੈ, ਇੱਕ ਦੇਸ਼ ਵਿੱਚ ਪ੍ਰਯਾਗਰਾਜ ਹੈ। ਸੋ ਅਰਥਾਤ ਸਿੱਖਾਂ ਵਾਸਤੇ ਦਰਬਾਰ ਸਾਹਿਬ ਦੇ ਇਸ਼ਨਾਨ ਆ। ਅੱਜ ਕਈ ਨਾਸਤਕ ਕਹਿ ਦਿੰਦੇ ਦਰਬਾਰ ਸਾਹਿਬ 'ਚ ਕੁਛ ਨਹੀਂ ਰੱਖਿਆ। ਸੋ
ਭਾਈ ਗੁਰਦਾਸ ਜੀ ਸਿੱਖੀ ਦੇ ਵੇਦ ਵਿਆਸ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਘੋੜੇ ਖਰੀਦਣ ਭੇਜੇ ਸੀ। ਉਹਨਾਂ 'ਚ ਮਨ 'ਚ ਮਾਣ ਆ ਗਿਆ ਸੀ ਕਿ ਮਹਾਰਾਜ ਮੇਰੇ ਤੋਂ ਹੀ ਸਾਰੇ ਕੰਮ ਕਰਾਉਂਦੇ ਆ। ਮਹਾਰਾਜ ਨੇ ਮਾਣ ਤੋੜਨ ਲਈ ਉਹਦੇ ਮੋਹਰਾਂ ਜਿਹੜੀ ਠੀਕਰੀਆਂ ਬਣ ਗਈਆਂ ਸੀ। ਸੌਦਾ ਕਰ ਬੈਠੇ, ਪਰ ਹੁਣ ਮੋਹਰਾਂ ਠੀਕਰੀਆਂ ਬਣ ਗਈਆਂ ਤਾਂ ਉਹ ਹਿੰਦੂਆਂ ਦੀ ਨਗਰੀ ਕਾਸ਼ੀ ਚਲੇ ਗਏ। ਉੱਥੇ ਦੇ ਰਾਜੇ ਨੇ ਸਤਿਕਾਰ ਕੀਤਾ। ਬਾਹਮਣਾਂ ਨੇ ਸੋਚਿਆ ਸਿੱਖੀ ਦੇ ਵੇਦ ਵਿਆਸ ਆ, ਇਹਨਾਂ ਨੂੰ ਸਵਾਲ ਜਵਾਬ ਕਰਕੇ ਵੇਦ ਸ਼ਾਸਤਰ ਚਰਚਾ 'ਚ ਹਰਾ ਦਿਆਂਗੇ। ਉਹਨਾਂ ਨੇ 3 ਸਵਾਲ ਪੁੱਛੇ, ਅਸੀਂ ਰਾਮ ਨਾਮ ਜਪਦੇ, ਤੁਸੀਂ ਵਾਹਿਗੁਰੂ ਕਹਿੰਦੇ, ਕੀ ਫਰਕ ਆ? ਸਾਡੇ ਇੰਨੇ ਧਾਰਮਿਕ ਗ੍ਰੰਥ 4 ਵੇਦ 27 ਸਿਮਰਤੀਆਂ 18 ਪੁਰਾਣੀਆਂ ਅਤੇ ਗੁਰੂ ਗ੍ਰੰਥ ਸਾਹਿਬ 'ਚ ਕੀ ਫਰਕ ਆ? ਅਤੇ ਤੀਜਾ, ਅਸੀਂ 68 ਤੀਰਥਾਂ 'ਤੇ ਇਸ਼ਨਾਨ ਕਰਦੇ ਹਾਂ, ਪੁੰਨਦਾਨ ਦਾ ਫਲ ਮਿਲਦਾ ਹੈ, ਅਤੇ ਤੁਹਾਨੂੰ ਕਾਹਦਾ ਫਲ ਮਿਲੂਗਾ? ਅਤੇ ਫਿਰ ਸਾਧ ਸੰਗਤ ਜੀ 68 ਤੀਰਥਾਂ 'ਤੇ ਜਾ ਕੇ ਜੋ ਉਹਨਾਂ ਨੂੰ ਪੁੰਨਦਾਨ ਦਾ ਫਲ ਮਿਲਦਾ, ਅਤੇ ਇਹਦੇ ਜਵਾਬ ਫਿਰ ਭਾਈ ਗੁਰਦਾਸ ਜੀ ਨੇ ਦਿੱਤੇ ਸੀ। ਕਹਿੰਦੇ ਪਹਿਲੇ ਸਵਾਲ ਦਾ ਜਵਾਬ ਇਹ ਆ ਕਿ ਸਤਯੁਗ ਦਾ ਜਾਪ ਆ ਵਾਤੋ ਵਾਸੁਦੇਵ ਵਾਸੁਦੇਵ। ਫਿਰ ਤ੍ਰੇਤਾ ਆ ਗਿਆ, ਰਾਮ ਚੰਦਰ ਜੀ ਦਾ ਅਵਤਾਰ ਹੋਇਆ। ਤ੍ਰੇਤੇ 'ਤੇ ਰਾਮ ਰਘੁਵੰਸ਼ ਕਹਾਇਓ। ਤ੍ਰੇਤੇ ਦੀ ਸੰਗਤ ਜਪਦੀ ਸੀ ਹਾਹੇ ਤੋਂ ਹਰੀ ਹਰੀ। ਫਿਰ ਦੁਆਪਰ ਆ ਗਿਆ, ਦੁਆਪਰ ਦੀ ਸੰਗਤ ਜਪਦੀ ਸੀ ਰਾਰੇ ਤੋਂ ਰਾਮ ਰਾਮ। ਫਿਰ ਕਲਯੁਗ ਆ ਗਿਆ, ਕਲਯੁਗ ਵਿੱਚ ਗੱਗੇ ਤੋਂ ਗੁਰੂ ਨਾਨਕ ਗੁਰੂ ਅਵਤਾਰ ਆ, ਗੁਰ ਅਵਤਾਰ ਆ ਗੁਰੂ ਨਾਨਕ ਸਾਹਿਬ ਦੇ। ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ, ਦਸੇ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਜੀ ਤੋਂ ਗੁਰੂ ਗੁਰੂ ਜਪਦੇ। 4 ਯੁਗਾਂ ਦੇ ਜਾਪ ਨੂੰ ਇਕੱਠੇ ਕਰਕੇ ਵਾਹਿਗੁਰੂ ਬਣਾ ਤਾ। ਵਾਹਿਗੁਰੂ ਜਪਣ ਨਾਲ ਵਿੱਚ ਹੀ ਹਰੀ ਵੀ ਕਹਿ ਹੋ ਜਾਂਦਾ, ਵਿੱਚ ਹੀ ਰਾਮ ਵੀ ਕਹਿ ਹੋ ਜਾਂਦਾ। ਉਹ 4 ਯੁਗਾਂ ਦਾ ਜਾਪ ਇਕੱਠਾ ਹੋ ਜਾਂਦਾ ਹੈ। ਉਹ ਰਾਮ ਰਾਮ ਕਹਿਣ ਨਾਲ ਇਕੱਲਾ ਇੱਕੋ ਹੀ ਯੁੱਗ ਦਾ ਜਾਪ ਚੱਲਦਾ। ਅਤੇ ਪੰਡਿਤ ਵੀ ਫਿਰ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ ਸੀ। ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਤੁਹਾਡੇ ਰਮਾਇਣ ਆ 18 ਪੁਰਾਣ 27 ਸਿਮਰਤੀਆਂ 'ਚ ਅੱਲਾ ਅੱਖਰ ਹੈ ਨਹੀਂ ਜੋ ਮੁਸਲਮਾਨ ਨਹੀਂ ਪੜ੍ਹ ਸਕਦੇ, ਅਤੇ ਮੁਸਲਮਾਨਾਂ ਦੇ ਗ੍ਰੰਥ ਕੁਰਾਨ ਸ਼ਰੀਫਾਂ 'ਚ ਰਾਮ ਹੈ ਨਹੀਂ, ਉਹਨਾਂ ਦੀ ਮਸੀਹ 'ਚ ਹਿੰਦੂ ਨਹੀਂ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਗੁਰੂ ਆ, ਗੁਰਬਾਣੀ ਸਰਬ ਸਾਂਝੀ ਆ। ਇਹਦੇ ਅੰਦਰ ਫਰੀਦ ਸਾਹਿਬ ਵਰਗੇ ਕੱਟੜ ਮੁਸਲਮਾਨਾਂ ਦੀ ਬਾਣੀ ਜਿਹੜੇ ਅੱਲਾ ਅਤੇ ਖੁਦਾ ਕਰਕੇ ਮੁਖੱਲਤ ਕਰਦੇ ਪਰਮਾਤਮਾ ਨੂੰ। ਦੂਜੇ ਪਾਸੇ ਬੇਣੀ ਪੰਡਿਤ ਜੀ ਆ, ਤੀਜੇ ਪਾਸੇ ਧੰਨਾ ਜੱਟ ਆ, ਚੌਥੇ ਪਾਸੇ ਰਵਿਦਾਸ ਚਮਾਰਿਆ, ਪੰਜਵੇਂ ਪਾਸੇ ਭਗਤ ਨਾਮਦੇਵ ਜੀ ਛੀਂਬਾ ਆ। ਕਿੰਨੇ ਭਗਤਾਂ ਦੀ ਬਾਣੀ? 15 ਭਗਤ ਆ ਤਕਰੀਬਨ। ਸੋ ਵਿੱਚ ਰਾਮ ਵੀ, ਅੱਲਾ ਵੀ, ਪ੍ਰਭੂ ਵੀ, ਸਭ ਕੁਛ ਲਿਖਿਆ। ਅੱਜ UNO ਵਿੱਚ ਵਿਚਾਰ ਗੋਸ਼ਟੀ ਹੋਏ ਕਿ ਸਾਰੇ ਜਗਤ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਕਰ ਸਕਦੇ, ਅਤੇ ਗੁਰੂ ਗ੍ਰੰਥ ਸਾਹਿਬ ਹੀ ਜਗਤ ਗੁਰੂ ਆ। ਪੂਰੇ ਵਿਸ਼ਵ ਨੂੰ ਇੱਕ ਰਸਤੇ 'ਚ ਪਰਾਉਂਦੇ, ਸਾਰੇ ਝਗੜੇ ਖਤਮ ਕਰ ਦਿੰਦੇ ਆ। ਮਾਨੁਖ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ। ਸੋ ਇਸ ਕਰਕੇ ਇੱਕ ਪਿਤਾ ਇੱਕ ਸਕੇ ਹਮਾਰੇ, ਇੱਕ ਪਿਤਾ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਔਰ ਇਕੱਲਾ ਮਨੁੱਖ ਬਣਾਇਆ। ਮਨੁੱਖ ਫਾਰਸੀ ਵਿੱਚ ਉਹਨੂੰ ਸਿੱਖ ਕਹਿੰਦੇ, 10ਵੇਂ ਪਾਤਸ਼ਾਹ ਨੇ ਖੰਡੇ ਬਾਟੇ ਧਰਮ ਛਕਾ ਕੇ ਉਹਨੂੰ ਖਾਲਸਾ ਕਹਿਤਾ। ਸੋ ਇਸ ਤਰ੍ਹਾਂ ਇਹ ਅਸੀਂ ਦੱਸਦੇ ਸੀ ਕਿ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਸਮਝਾਇਆ ਪੰਡਤਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਸਾਰੇ ਜਗਤ ਦੇ ਗੁਰੂ ਆ। ਉਸ ਸਰਬ ਸਾਂਝੀ ਗੁਰਬਾਣੀ ਤੋਂ ਉਹ ਵੀ ਬਾਣੀ ਪੜ੍ਹਨ ਲੱਗ। ਉਹਨਾਂ ਨੇ ਵੀ ਕਿਹਾ ਵੀ ਜਿਹੜੇ ਗੁਰੂ ਅਰਜਨ ਦੇਵ ਜੀ ਬਾਣੀ ਰਚਨਾ ਕਰਦੇ ਸੀ ਉਦੋਂ ਵੀ ਆਏ ਸੀ ਪੰਡਿਤ, ਕਹਿੰਦੇ ਵੀ ਨਾ ਰਚੋ, ਵੇਦਾਂ ਵਿੱਚ ਬੜਾ ਗਿਆਨ। ਤਾਂ ਉਹ ਕਹਿੰਦੇ ਉਹ ਤਾਂ ਖੁਦ ਹੀ ਨਹੀਂ ਆਈਆਂ। 12 ਸਾਨੂੰ ਲੱਗਦੇ 36 ਸਾਲ ਕਾਸ਼ੀ ਜਾ ਕੇ ਸੰਸਕ੍ਰਿਤ ਪੜ੍ਹਨੀ ਪੈਂਦੀ, ਫਿਰ ਜਾ ਕੇ 24 ਸਾਲ ਅਤੇ 36 ਸਾਲੀ ਇੱਕ ਵਿਦਵਾਨ ਤਿਆਰ ਹੁੰਦਾ। ਗੁਰਬਾਣੀ ਐਸੀ ਸਾਰਿਆਂ ਦੇ ਸਮਝ ਆ ਜਾਂਦੀ, ਮੀਂਹ ਦੀ ਨਹੀਂ ਆਈਆਂ। ਜਦ ਮੀਂਹ ਪੈਂਦਾ ਸਭ ਜਗ੍ਹਾ ਹਰਿਆਲੀ ਛਾ ਜਾਂਦੀ ਹੈ, ਸਾਰੀ ਜ਼ਮੀਨ ਗਿੱਲੀ ਕਰ ਦਿੰਦਾ ਹੈ। ਸੋ ਖੂਹ 'ਚੋਂ ਤਾਂ ਬਾਲਟੀ ਪਾ ਕੇ ਕੱਢੋਗੇ ਤਾਂ। ਅਤੇ ਦੂਜਾ ਅਹੰਗ ਬ੍ਰਹਮ ਉਹ 'ਚ ਲਿਖਿਆ ਹੈ, ਉਹ ਹਉਮੈ ਵਿੱਚ ਉਚਾਰਨ ਕੀਤੇ ਬ੍ਰਹਮਾ ਜੀ ਨੇ। ਤਾਂ ਪੜ੍ਹਨ ਵਿੱਚ ਵੀ ਹਉਮੈ ਆਉਂਦੀ, ਅਤੇ ਬਾਣੀ ਨਿਮਾਣੇਪਣ 'ਚ ਉਚਾਰਨ ਕੀਤੀ। ਹਮ ਨਿਰਗੁਣ ਯਾਰ ਨੀਚ ਜਾਨ, ਹੁਣ ਪਾਕੀ ਹੋ ਪਾਪੀ ਗੁਨਾਹਗਾਰ ਬਾਣੀ 'ਚ ਲਿਖਿਆ ਮਹਾਰਾਜ ਨੇ। ਬਾਣੀ ਪੜ੍ਹਨ ਨਾਲ ਨਮਰਤਾ ਆਉਂਦੀ ਹੈ। ਹਉਮੈ ਨਾਉ ਵਿਰੋਧ ਹੈ, ਦੋਏ ਨਾ ਵਸੈ ਇਕੱਠਾ। ਸੋ ਇਸ ਕਰਕੇ ਬਾਣੀ ਸਰਬ ਸਾਂਝੀ ਹੈ। ਤਾਂ ਉਹਨਾਂ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਤਾ। ਕਹਿੰਦੇ ਸਤਿਯੁਗ ਅੰਦਰ 68 ਤੀਰਥ 'ਤੇ ਇਸ਼ਨਾਨ ਕਰਨ ਦਾ ਜੋ ਪੁੰਨ ਫਲ ਮਿਲਦਾ ਸੀ, ਕਲਯੁਗ 'ਚ ਉਮਰ ਹੀ ਘੱਟ ਆ। ਸਤਿਯੁਗ 'ਚ ਉਮਰ ਸੀ 1 ਲੱਖ ਸਾਲ, ਤ੍ਰੇਤੇ 'ਚ ਉਮਰ ਸੀ 10,000, ਦੁਆਪਰ 'ਚ ਉਮਰ ਸੀ 1,000, ਅਤੇ ਕਲਯੁਗ 'ਚ ਉਮਰ 100 ਸਾਲ ਲਿਖੀ ਹੋਈ ਤਾਂ 100 ਤੋਂ ਵੀ ਘੱਟ ਗਈ। ਸੋ ਇਸ ਕਰਕੇ ਖੁਰਾਕਾਂ ਵੀ ਘੱਟ ਗਈਆਂ, ਅਤੇ ਝੂਠ ਵੀ ਦੁਨੀਆ 'ਚ ਬਹੁਤ ਆ। ਸੋ ਕਰਮ ਵੀ ਮਾੜੇ ਹੋ ਗਏ। ਸੋ ਇਸ ਕਰਕੇ ਹੁਣ ਇੱਕੋ ਹੀ ਤੀਰਥ ਬਣਾ ਤਾ ਸ਼੍ਰੀ ਦਰਬਾਰ ਸਾਹਿਬ, ਉਹ 'ਚ ਇਸ਼ਨਾਨ ਕਰ ਲਓ, ਸਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਂਦਾ। ਅਤੇ ਬਾਹਮਣ ਕਹਿੰਦੇ ਸਾਨੂੰ ਵੀ ਦਰਬਾਰ ਸਾਹਿਬ ਲੈ ਚਲੋ, ਪੰਡਿਤ ਕਹਿਣ ਲੱਗੇ। ਸੋ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਇਹ ਬਹੁਤ ਬੜਾ ਮਹਾਤਮ ਦੱਸਿਆ। ਅਤੇ ਅਸੀਂ ਇਤਨੀ ਕੁ ਕਥਾ ਪ੍ਰਾਰੰਭ ਕੀਤੀ ਸੀ।
ਸੋ ਸਤੋਗੁਣੀ ਰੂਪ ਮਾਘ ਦੇ ਮਹੀਨੇ ਸ਼ਾਰਦਾ ਰੂਪੀ ਮਕਰ ਰਾਸ਼ੀ ਵਿੱਚ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਰੂਪੀ ਤੀਰਥ ਪਰ ਨਾਮ ਜਲ ਵਿੱਚ ਇਸ ਨੇ ਇਸ਼ਨਾਨ ਕਰਨਾ ਜਾਣਿਆ ਹੈ। ਉਸ ਦੀ ਬੁੱਧੀ ਪੁਨੀਤ ਭਈ ਪਵਿੱਤਰ ਹੋਈ ਹੈ। ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਜਾਣਾ ਬਹੁਤ ਮੁਸ਼ਕਿਲ ਹੈ, ਕਿਉਂਕਿ ਮਨੁੱਖ ਦੇ ਪਾਸ ਮਾਇਆ ਹੋਵੇ ਤਾਂ ਜਾ ਸਕਦਾ ਹੈ। ਦੂਜਾ, ਮੁਸਾਫਰੀ ਦਾ ਦੁੱਖ ਸਹਾਰਨਾ ਪੈਂਦਾ ਹੈ। ਅਤੇ ਅੰਤਰੀਵ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਤੀਰਥ ਦੁਰਲਭ ਹੈ, ਕਿਉਂਕਿ ਇਸ ਤੀਰਥ ਪਰ ਨਾ ਮਾਇਆ ਦਾ ਕੋਈ ਖਰਚ ਨਹੀਂ, ਨਾ ਹੀ ਮੁਸਾਫਰੀ ਦਾ ਕੋਈ ਕਸ਼ਟ ਹੈ। ਪ੍ਰਤੱਖ ਪ੍ਰਯਾਗਰਾਜ ਤੀਰਥ ਇੱਕ ਦੇਸ਼ ਵਿੱਚ ਹੈ, ਅਰਥਾਤ ਇੱਕ ਸਥਾਨ ਪਰ ਹੀ ਹੈ ਅਤੇ ਉੱਥੇ ਜਾਣਾ ਪੈਂਦਾ ਹੈ। ਅੰਤਰੀਵ ਸੰਤ ਸਮਾਗਮ ਜੋ ਹੈ, ਸਾਧੂ ਮਹਾਂਪੁਰਖਾਂ ਦੇ ਨਾਲ ਬੈਠ ਕੇ ਸਤਸੰਗ ਕਰਨੀ। ਪ੍ਰਯਾਗਰਾਜ ਤੀਰਥ ਸਰਬਦੇਸੀ ਹੈ, ਅਰਥਾਤ ਹਰ ਦੇਸ਼, ਹਰ ਨਗਰ, ਹਰ ਮਹੱਲੇ ਵਿੱਚ ਥੋੜ੍ਹਾ ਬਹੁਤ ਸਤਸੰਗ ਹੁੰਦਾ ਹੀ ਰਹਿੰਦਾ ਹੈ, ਕਿਉਂਕਿ ਸਤਸੰਗ ਤਾਂ ਸਭ ਜਗ੍ਹਾ ਹੀ ਹੁੰਦਾ ਹੈ। ਇਸ ਕਰਕੇ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਤੀਰਥ ਉੱਤਮ ਹੈ। ਸੋ ਇੱਕ ਤਾਂ ਪੂਰਨ ਸਾਧੂਆਂ ਦੀ ਸੰਗਤ ਕਰਨੀ, ਉਹਨੂੰ ਕਹਿ ਦਿੰਦੇ ਆ ਸੰਤ ਸੰਗਤ, ਅਤੇ ਇੱਕ ਹੁੰਦੀ ਸਤਸੰਗ, ਕਿਉਂਕਿ ਜਿਹੜੇ ਸਤਸੰਗੀ ਹੁੰਦੇ 1% ਸੰਤ ਬਣਨ ਲਈ ਇਕੱਠੇ ਹੁੰਦੇ ਆ। ਇਹ ਗੁਰੂ ਨਾਨਕ ਸਾਹਿਬ ਦੀ ਕਲਾਸ ਹੈ, ਅਤੇ ਪਹਿਲਾਂ ਸੰਤ ਸਾਧ ਬ੍ਰਹਮ ਗਿਆਨੀ ਪਰਮੇਸ਼ਰ ਬਣਨਾ ਹੈ। ਸੋ ਕੋਈ 10% ਸੰਤ ਬਣਦਾ ਹੈ ਪਹਿਲੇ ਦਿਨ ਹੀ, ਮਾਲਾ ਚੁੱਕ ਲਓ ਅਤੇ ਭਗਤ ਦੁਨੀਆ ਕਹਿਣ ਲੱਗ ਪੈਂਦੀ ਆ। ਫਿਰ ਜਿਹੜੇ ਮਨਮੁਖਿਆ ਉਹ ਕਹਿ ਦਿੰਦੇ, ਜਿਹੜੇ ਨਹੀਂ ਕਦੇ ਸਤਸੰਗ ਜਾਂਦੇ, ਕਹਿੰਦੇ ਜੀ 100 ਚੂਹੇ ਖਾ ਕੇ ਬਿੱਲੀ ਹਜ ਨੂੰ ਤੁਰੀ। ਜੇ ਕਹਿੰਦੇ ਕੱਲ੍ਹ ਤੱਕ ਸਾਡੇ ਕੋਲ ਹੀ ਬੈਠਾ ਗੱਪਾਂ ਮਾਰਦਾ ਸੀ, ਸਮਾਂ ਬਰਬਾਦ ਕਰਦਾ ਸੀ, ਹੁਣ ਇਹਨੂੰ ਸਤਸੰਗ ਸੁੱਝੀ ਹੈ। ਸੋ ਪਹਿਲਾ ਕਦਮ ਸਤਸੰਗ ਵਿੱਚ ਆਉਣਾ। ਅਤੇ ਉੱਥੇ ਆ ਕੇ ਗੁਰੂ ਨਾਨਕ ਸਾਹਿਬ ਨੇ ਰੋਟੀ ਨਿਚੋੜੀ, ਖੂਨ ਮਲਕ ਭਾਗੋ ਦੀ ਅਤੇ ਦੁੱਧ ਭਾਈ ਲਾਲੋ ਦੀ। ਮਹਾਰਾਜ ਕਹਿੰਦੇ ਸਤਸੰਗ ਵੀ ਤਾਂ ਕਰੋ ਜੇ ਧਰਮ ਦੀ ਕਿਰਤ ਕਰੋ, ਹਰਾਮ ਦੀ ਕਮਾਈ ਨਾ ਖਾਓ, ਫਿਰ ਸਤਸੰਗ ਦਾ ਅਸਰ ਹੁੰਦਾ ਹੈ, ਕਿਉਂਕਿ ਭਾਂਡਾ ਸਿੱਧਾ ਹੋ ਜਾਂਦਾ ਆ। ਸਿੱਧੇ ਭਾਂਡੇ 'ਚ ਅੰਮ੍ਰਿਤ ਧਾਰਾ ਪੈਂਦੀ ਆ। ਬਰਸਾਤ ਸਿੱਧੇ ਭਾਂਡੇ 'ਚ ਪਾਣੀ ਭਰ ਦਿੰਦੀ ਆ, ਪੁੱਠਾ ਭਾਂਡਾ ਉਹ ਪਾਣੀ ਨਹੀਂ ਭਰਦਾ। ਸੋ ਇਸ ਕਰਕੇ ਪੁੱਠੇ ਕਰਮ ਨਹੀਂ ਕਰਨੇ। ਧਰਮ ਦਾ ਕੰਮ ਆ, ਧਰਮ ਦੀ ਕਿਰਤ ਕਰਨੀ, ਨੌਕਰੀ ਕਰਨੀ, ਵਫਾਦਾਰੀ ਨਾ ਕਰਨੀ। ਇਹ ਨਹੀਂ ਚਾਹ ਪਕੌੜੇ ਖਾਈ ਗਏ ਅਤੇ ਬੱਚਿਆਂ ਨੂੰ ਪੜ੍ਹਾਇਆ ਨਾ, ਅਤੇ ਸਰਕਾਰੀ ਕੰਮ ਜਾਣ ਕੇ। ਬਾਕੀ ਵਫਾਦਾਰੀ ਨਾਲ ਕੰਮ ਕਰਨਾ। ਪ੍ਰਾਈਵੇਟ ਜੋਬ ਵਾਲੇ ਤਾਂ 21 ਰੁਪਏ ਦੇ ਕੇ 19 ਰੁਪਏ ਦੇ ਕੇ 21 ਰੁਪਏ ਦਾ ਕੰਮ ਲੈਂਦੇ ਆ। ਸੋ ਦੂਜਾ, ਵਪਾਰ ਕਰਨਾ ਸੇਵਾ ਸਮਝ ਕੇ। ਸਤਨਾਮ ਦੀ ਅੱਠੀ, ਬਹੁਤੀ ਵਿਕਰੀ ਥੋੜ੍ਹੀ ਖੱਟੀ। ਲੈਸ ਮਾਤਰ ਪ੍ਰੋਫਿਟ ਕਰਕੇ ਚੀਜ਼ਾਂ ਵੇਚਣੀਆਂ, ਮਨੁੱਖੀ ਸੇਵਾ ਸਮਝ ਕੇ। ਉੱਤਮ ਖੇਤੀ ਤਾਂ ਹੈ ਹੀ ਉੱਤਮ, ਕਿੰਨੇ ਜੀਆਂ ਦਾ ਢਿੱਡ ਭਰਦਾ ਹੈ, ਬਚੇ ਦਾਣੇ ਵੀ ਕਾਂ ਚਿੜੀਆਂ ਵੀ ਚੁਗਦੇ ਆ। ਸੋ ਉੱਤਮ ਖੇਤੀ, ਮੱਧਮ ਵਪਾਰ, ਨਿਮਨ ਚਾਕਰੀ, ਗੁਰੂ ਨਾਨਕ ਸਾਹਿਬ ਨੇ ਕਿਹਾ। ਸੋ ਇਸ ਕਰਕੇ ਧਰਮ ਦੀ ਕਿਰਤ ਕਰਕੇ ਸਤਸੰਗ ਵਿੱਚ ਆ ਕੇ ਬੈਠਣਾ। ਉਹ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਹੀ ਪਰਮੇਸ਼ਰ। 2 ਸਿੱਖ ਇਕੱਠੇ ਹੋ ਜਾਣ, ਸਾਧ ਸੰਗਤ ਬਣ ਜਾਂਦੀ ਹੈ, ਅਤੇ 5 ਇਕੱਠੇ ਹੋਣ ਤਾਂ ਪਰਮੇਸ਼ਰ ਆ ਜਾਂਦਾ ਹੈ। ਤੋ ਸਤਸੰਗੀ ਕਿਤੇ ਵੀ ਸਤਸੰਗ ਕਰ ਸਕਦੇ ਆ। ਸੋ ਕੋਈ 10% ਸੰਤ ਹੁੰਦਾ, ਕੋਈ 20% ਹੁੰਦਾ। ਜਦ ਪੂਰਨ ਸੰਤ ਮਿਲ ਪੈਣ ਕਿਤੇ, ਨਾਮ ਰਸੀਏ, ਉਹਨਾਂ ਦੀ ਸੰਗਤ ਵਿੱਚ ਰਹਿਣ ਨਾ, ਉਹ ਫਿਰ ਤੁਹਾਨੂੰ ਵੀ ਤਾਰ ਲੈਂਦੇ ਆ, ਕਿਉਂਕਿ ਉਹਨਾਂ ਨੇ ਆਪਣੇ ਵਿਸ਼ੇ ਵਿਕਾਰ ਮਾਰੇ ਹੁੰਦੇ ਆ। ਸੋ ਇਸ ਤਰ੍ਹਾਂ ਸਤਸੰਗ ਵਿੱਚ ਪਰਮਾਤਮਾ ਦਾ ਨਾਮ ਜਪਣ 'ਚ ਪਰਮਾਤਮਾ ਸਤਸੰਗ ਕਰਨ ਦਾ ਫਲ ਦਿੰਦਾ ਵੀ। ਕਦੇ ਨਾ ਕਦੇ ਪੂਰਨ ਰਸੀਏ, ਨਾਮ ਰਸੀਏ, ਸੰਤ ਦਾ ਮਿਲਾਪ ਕਰਾ ਦਿੰਦਾ। ਜਿਵੇਂ ਗਨਕਾ ਨੇ ਕਿਸੇ ਜਨਮ 'ਚ ਸਤਸੰਗ ਕੀਤੀ ਸੀ, ਅਤੇ ਸਾਧੂ ਸੰਤ ਉਹਨਾਂ ਦੇ ਘਰ ਦੇ ਮੂਹਰੇ ਆਏ ਤਾਂ ਮੀਂਹ ਭਰਾਤਾ ਸੀ। ਸੰਤਾਂ ਨੇ ਕੁੰਡਾ ਖੜਕਾਇਆ, ਤੋਤਾ ਦੇ ਦਿੱਤਾ। ਕਹਿੰਦੇ ਰਾਮ ਨਾਮ ਜਾਣਦੀ? ਕਹਿੰਦੀ ਮੈਂ ਨਹੀਂ ਜਾਣਦੀ, ਨਾ ਕਦੇ ਜਪਿਆ। ਇਹ ਤੋਤਾ ਅੰਮ੍ਰਿਤ ਵੇਲੇ ਉੱਠ ਕੇ ਕਹੂੰਗਾ, ਉੱਠ ਬੋਲ ਰਾਮ ਰਾਮ। ਰੋਜ਼ ਰਾਮ ਰਾਮ ਬੋਲਦਾ ਸੀ, ਅਤੇ ਉਹਦੀ ਅਲਾਰਮ ਟੈਪ ਉਹਦੀ ਰਾਤ ਲੇਟ ਸੌਂਦੀ ਸੀ, ਪਾਪਾਂ ਦੀ ਬੱਝੀ ਗਨਕਾ। ਅਤੇ ਫਿਰ ਇੱਕ ਦਿਨ ਉਹ ਨਹੀਂ ਬੋਲਿਆ, ਸੂਰਜ ਚੜ੍ਹਨ ਵਾਲਾ ਹੋ ਗਿਆ, ਦਿਨ ਚੜ੍ਹਨ ਵਾਲਾ ਹੋ ਗਿਆ। ਉੱਠ ਕੇ ਗਈ ਅੱਖਾਂ ਘੜਾਉਂਦੀ, ਪਿੰਜੜੇ ਛੱਤ ਪਾਇਆ, ਫਿਰ ਸੱਪ ਬੈਠਾ ਸੀ ਤੋਤੇ ਨੂੰ ਖਾ ਕੇ। ਉਹ ਸੱਪ ਨੇ ਹੱਥ 'ਤੇ ਮਾਰਿਆ, ਮੂੰਹ 'ਚੋਂ ਨਿਕਲਿਆ ਰਾਮ ਰਾਮ, ਅਤੇ ਮੁਕਤ ਹੋ ਗਈ। ਤਾਂ ਕਰਕੇ ਉਹਨੇ ਕਿਸੇ ਜਨਮ 'ਚ ਸਤਸੰਗ ਕੀਤੀ, ਤਾਂ ਨਾਮ ਰਸੀਏ ਪੁਰਸ਼ ਮਿਲਦੇ। ਸੋ ਕਿਸੇ ਜਨਮ 'ਚ ਹੀ ਸਤਸੰਗ ਕੀਤੀ ਹੋਵੇ, ਭਾਵੇਂ 2 ਸਿੱਖ ਇਕੱਠੇ ਹੋ ਕੇ ਸਤਸੰਗ ਕਰ ਲੈਣ, ਅਤੇ ਉਹਦਾ ਫਲ ਫਿਰ ਕਦੇ ਨਾ ਕਦੇ ਪੂਰਨ ਨਾਮ ਰਸੀਏ ਪੁਰਸ਼ਾਂ ਦਾ ਮਿਲਾਪ ਪਰਮਾਤਮਾ ਕਰਾ ਦਿੰਦਾ। ਕੋਈ ਸਾਧੂ ਸੰਤ ਮਿਲਾ ਦਿੰਦਾ ਹੈ, ਉਹ ਫਿਰ ਪਾਰ ਲੰਘਾ ਦਿੰਦੇ। ਉਹ ਆਪ ਮੁਕਤ ਹੁੰਦੇ, ਦੂਜੇ ਨੂੰ ਮੁਕਤ ਕਰਾ ਦਿੰਦੇ। ਖੁਦ ਉਹਨਾਂ ਨੇ ਕਾਮ ਕ੍ਰੋਧ ਹੰਕਾਰ ਮਾਰੇ ਹੁੰਦੇ ਆ, ਦੂਜੇ ਦੇ ਮਾਰ ਸਕਦੇ। ਸੋ ਇਸ ਕਰਕੇ ਸਤਸੰਗ ਬਹੁਤ ਬੜਾ ਤੀਰਥ ਆ। ਸਾਜਨ ਸਹਿਜ ਮਿਲੇ, ਗੁਣ ਗਹਿ ਅੰਕ ਸਮਾਨਿਆ। ਪ੍ਰਤੱਖ ਪ੍ਰਯਾਗਰਾਜ ਤੀਰਥ ਨਾਲੋਂ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਤੀਰਥ ਸੁਲਭ ਹੈ, ਕਿਉਂਕਿ ਸਾਜਨ ਮਹਾਤਮਾ ਸਹਿਜ ਸੁਭਾਵਿਕ
ਹੀ ਭਾਵ ਨਿਰਯਤਨ ਹੀ ਮਿਲ ਜਾਂਦੇ ਹਨ। ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਇਸ਼ਨਾਨ ਕਰਨ ਦਾ ਫਲ ਮਰ ਜਾਣ ਤੋਂ ਪਿੱਛੋਂ ਮਿਲਦਾ ਹੈ, ਅਤੇ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਵਿੱਚ ਸੰਤਾਂ ਦੀ ਸੰਗਤ ਕਰਨ ਨਾਲ, ਨਾਮ ਜਪਣ ਨਾਲ, ਤੀਰਥ ਪਰ ਨਾਮ ਜਲ ਵਿੱਚ ਇਸ਼ਨਾਨ ਕਰਨ, ਨਾਮ ਰੂਪੀ ਜਲ ਵਿੱਚ ਨਾਮ ਰੂਪੀ ਤੀਰਥ ਵਿੱਚ ਸਾਧੂਆਂ ਨਾਲ ਮਿਲ ਕੇ ਇਸ਼ਨਾਨ ਕਰਨ ਦੇ ਨਾਲ ਜਿਉਂਦਿਆਂ ਜਿਉਂਦਿਆਂ ਫਲ ਮਿਲ ਜਾਂਦਾ ਹੈ। ਜਿਨ੍ਹਾਂ ਨੇ ਪ੍ਰਭੂ ਦੀ ਪ੍ਰਾਪਤੀ, ਕਿਉਂਕਿ ਸਨਾਤਨ ਮਤ ਵਿੱਚ ਤੁਲਸੀਦਾਸ ਜੀ ਨੇ ਲਿਖਿਆ ਪ੍ਰਯਾਗਰਾਜ 'ਤੇ ਇਸ਼ਨਾਨ ਕਰੋ ਅਤੇ ਅਗਲੇ ਪਾਸੇ ਉਹਦਾ ਫਲ ਮਿਲੂਗਾ ਮਰਨ ਤੋਂ ਬਾਅਦ 'ਚ। ਪਰ ਇੱਥੇ ਗੁਰਮਤਿ ਅੰਦਰ ਮਹਾਰਾਜ ਜੀ ਨੇ ਐਸੀ ਸਤਸੰਗ ਰੂਪੀ ਪ੍ਰਯਾਗਰਾਜ ਤੀਰਥ ਬਣਾ ਦਿੱਤਾ। ਸੰਤਾਂ ਦੇ ਸੰਗਤ ਵਿੱਚ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੌਕਰਦਾਨ। ਸੰਤਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਹੋ ਜਾਂਦਾ। ਸਾਧੂਆਂ ਦੀ ਸੰਗਤ ਵਿੱਚ ਬੈਠਣ ਦੇ ਨਾਲ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਹੋ ਜਾਂਦਾ। ਆਪ ਨਾਮ ਰੂਪੀ ਤੀਰਥ ਵਿੱਚ ਸਾਧੂ ਨਹਾ ਕੇ ਪਵਿੱਤਰ ਹੋਏ ਹੁੰਦੇ। ਉਹਨਾਂ ਦੀ ਆਤਮਾ ਜੂਠੀ ਨਹੀਂ ਹੁੰਦੀ। ਉਹਨਾਂ ਨੇ ਆਤਮਾ ਸੁੱਚੀ ਰੱਖੀ, ਕਾਮ ਕ੍ਰੋਧ ਹੰਕਾਰ ਤੋਂ, ਈਰਖਾ ਤੋਂ, ਨਿੰਦਾ ਤੋਂ। 8 ਪਹਿਰ ਪ੍ਰਮਾਤਮਾ ਦਾ ਜਾਪ ਕਰਨ ਕਰਕੇ ਸੁੱਚੇ ਹੁੰਦੇ ਅਤੇ ਦੂਜਿਆਂ ਨੂੰ ਵੀ ਸੁੱਚੇ ਬਣਾ ਦਿੰਦੇ। ਕਹਤੇ ਪਵਿੱਤ ਸੁਣਤੇ ਪੁਨੀਤ, ਮਾਤਾ ਪਿਤਾ ਕੁਟੁੰਬ ਸਖੀ ਸੰਬੰਧੀ ਸਭ ਨੂੰ ਤਾਰ ਲੈਂਦੇ, ਸਭ ਨੂੰ ਪਵਿੱਤਰ ਕਰ ਦਿੰਦੇ। ਨਾਮ ਇੱਕ ਐਸੀ ਵਸਤੂ ਆ, ਪਵਿੱਤਰ 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 ਪੁਨੀਤ, ਆਪ ਜਪੋ ਅਵਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਇਹ ਡੀਟੀ ਸੰਤਾਂ ਦੀ ਲੱਗੀ ਆ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਇਹ ਡਿਊਟੀ ਪ੍ਰੋਫੈਸਰਾਂ ਟੀਚਰਾਂ ਦੀ ਨਹੀਂ ਲੱਗੀ, ਉਹ ਤਾਂ ਸੰਸਾਰੀ ਵਿਦਿਆਲੇ ਹੁੰਦੇ। ਇਹ ਡਿਊਟੀ ਸਾਧੂਆਂ ਦੀ ਲੱਗੀ, ਕੁੰਜੀ ਸੰਤਨ ਸੌਂਪੀ। ਜਿਨ੍ਹਾਂ ਨੇ 8 ਪਹਿਰ ਸਿਮਰਨ ਕੀਤਾ, ਜਿਹੜੇ ਪੂਰਨ ਖਾਲਸਾ ਹੋ ਗਏ, ਜਿਨ੍ਹਾਂ ਨੇ ਆਤਮਾ ਸੁੱਚੀ ਕਰ ਲਈ, ਉਹਨਾਂ ਦੀ ਆਤਮਾ ਵੀ ਖਾਲਸਾ ਹੋ ਗਈ, ਸ਼ੁੱਧ ਹੋ ਗਈ, ਸਰੀਰ ਦੀ ਰਹਿਤ ਵੀ ਪਰਪਾਕਿਆ, ਤਾਂ ਪੂਰਨ ਖਾਲਸ ਸੰਤ ਰੂਪੀ ਖਾਲਸਾ ਸ਼੍ਰੋਮਣੀ ਖਾਲਸਾ ਸੰਤ ਹੁੰਦੇ ਆ। ਸੋ ਉਹਨਾਂ ਦੀ ਸੰਗਤ ਵਿੱਚ ਫਿਰ ਉਹ ਆਪ ਵੀ ਤਰ ਜਾਂਦੇ ਅਤੇ ਬੇਅੰਤ ਦੁਨੀਆ ਤਾਰ ਲੈਂਦੇ। ਜਿਹਨੀ ਨਾਮ ਧਿਆਇਆ ਗਿਆ ਮਸਕਤ ਘਾਲ, ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ। ਸੋ ਨਾਮ ਰੂਪੀ ਤੀਰਥ ਜਲ ਵਿੱਚ ਇਸ਼ਨਾਨ ਕਰਨ ਨਾਲ ਜਿਉਂਦਿਆਂ ਜਿਉਂਦਿਆਂ ਫਲ ਮਿਲ ਜਾਂਦਾ ਹੈ। ਸੋ ਇਸ ਕਰਕੇ ਜਿਨ੍ਹਾਂ ਨੇ ਪ੍ਰਭੂ ਦੀ ਪ੍ਰਾਪਤੀ ਦੇ ਸ਼ੁਭ ਗੁਣ ਹਿਰਦੇ ਵਿੱਚ ਗ੍ਰਹਿਣ ਕੀਤੇ ਹਨ, ਉਹ ਮਨੁੱਖ ਪ੍ਰਭੂ ਦੇ ਅੰਕ ਸਰੂਪ ਵਿੱਚ ਸਮਾ ਗਏ ਹਨ। ਜਿਹੜੇ ਇਸ ਤਰ੍ਹਾਂ ਸਾਧੂਆਂ ਦੀ ਸੰਗਤ ਵਿੱਚ ਜਾ ਕੇ ਸਤਸੰਗ ਕਰਦੇ ਆ, ਨਾਮ ਜਪਦੇ ਆ, ਅਤੇ ਆਮ ਵੀ ਜਿਹੜੇ ਸਤਸੰਗ ਕਰਦੇ ਉਹਨਾਂ ਨੂੰ ਉਹਦਾ ਵੀ ਫਲ ਰੱਬ ਨੇ ਦੇਣਾ। ਕਿਸੇ ਜਨਮ ਜ਼ਰੂਰ ਸਾਧੂ ਮਿਲਾ ਦਿੰਦੇ ਆ। ਜਿਹੜੇ ਪੂਰਨ ਸਾਧੂ ਹੁੰਦੇ, ਇਹ ਵੀ ਸਤਸੰਗ ਦੇ ਫਲ ਕਰਕੇ ਸਾਧੂ ਪੂਰਨ ਨਾਮ ਰਸੀਏ ਮਿਲਦੇ ਆ। ਉਹ ਫਿਰ ਉਹਨਾਂ ਨੂੰ ਤਾਰ ਲੈਂਦੇ ਆ। ਉਹਨਾਂ ਨੇ ਆਪਣੇ ਵਿਸ਼ੇ ਵਿਕਾਰ ਮਾਰੇ ਹੁੰਦੇ, ਉਹਨਾਂ ਦੀ ਸੰਗਤ 'ਚ ਬੈਠਾਂਗੇ ਤਾਂ ਉਹਨਾਂ ਦੇ ਵਿਸ਼ੇ ਵਿਕਾਰ ਮਰ ਜਾਂਦੇ। ਔਰ ਜਿਹਦੇ ਖੁਦ ਦੇ ਨਹੀਂ ਮਰੇ, ਉਹ ਦੂਜੇ ਨੂੰ ਨਹੀਂ ਮਾਰ ਸਕਦਾ। ਜਿਹੜਾ ਖੁਦ ਮੁਕਤ ਨਹੀਂ, ਦੂਜੇ ਨੂੰ ਮੁਕਤ ਨਹੀਂ ਕਰਾ ਸਕਦਾ। ਜਿਹੜਾ ਖੁਦ ਡੁੱਬਿਆ ਹੈ ਮਾਇਆ ਦੇ ਚੱਕਰਾਂ 'ਚ, ਉਹ ਜੋ ਮਰਜੀ ਗਾਈ ਚੱਲੇ। ਮਹਾਰਾਜ ਕਹਿੰਦੇ ਕੋਈ ਗਾਵੇ ਰਾਗੀ ਨਾਦੀ ਬੇਦੀ, ਬਹੁ ਭਾਂਤ ਕਰ ਨਹੀਂ ਹਰ ਭੀਜੈ ਰਾਮ ਰਾਜੇ। ਉਹ ਜਿੰਨੇ ਮਰਜੀ ਪੌਣ ਮਾਇਆ ਦੇ ਲਾਲਚ ਪਿੱਛੇ ਕੀਰਤਨ ਕਥਾ ਕਰੀ ਜਾਵੇ, ਉਹਦੇ 'ਚ ਕੁਛ ਨਹੀਂ ਮਿਲਦਾ। ਮਾਇਆ ਵਿੱਚ ਪ੍ਰਭਾਵ ਪਾ ਲੈਂਦੀ। ਜਿਵੇਂ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ 3 ਦਿਨ ਲਗਾਤਾਰ ਇੱਕੋ ਹੀ ਢੋਲਕੀ ਛੇਣਿਆ ਨਾ ਧਾਰਨਾ ਪੜੀ, ਪੀਓ ਪਹਾਲ ਖੰਡਿਤ ਹਰ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅਤੇ ਇੱਕੋ ਹੀ ਵਚਨ ਕਿਹਾ ਕਿ ਜਹਾਜ਼ ਬੜੇ ਖੜੇ ਆ, ਕਿਹਨਾਂ 'ਚ 6 ਕਿਹਾ, ਇੱਕ ਸਾਬਤਾ ਜਹਾਜ਼ ਆ ਜਿਹੜਾ ਕਿਤੇ ਡੁੱਬੂਗਾ ਨਹੀਂ, ਉਹ ਧੁਰ ਪਹੁੰਚੂਗਾ। ਉਹ ਵਾਹਿਗੁਰੂ ਨਾਮ ਜਹਾਜ਼ ਚੜੇ ਸੁਤਰੇ ਭਾਰ ਪਾਈ, 12 ਵਜੇ ਅੰਮ੍ਰਿਤ ਸੰਚਾਰ, ਜਿਨ੍ਹਾਂ ਨੇ ਛਕਣਾ ਆ ਜਿਓ। ਅਤੇ ਉਹਨਾਂ ਨੂੰ 20ਵੀਂ ਸਦੀ ਦਾ ਅਵਤਾਰ ਵੀ ਕਿਹਾ। ਕਲਕੱਤੇ 50,000 ਪ੍ਰਾਣੀ ਨੇ ਇੱਕੋ ਹੀ ਬਾਟੇ 'ਚ ਅੰਮ੍ਰਿਤ ਛਕਿਆ। ਸਾਰੇ ਰਾਗੀ ਢਾਡੀ ਕਹਿੰਦੇ ਤੁਹਾਡੇ ਵਚਨ 'ਚ ਇੰਨੀ ਤਾਕਤ ਕਿਉਂ ਆ? ਉਹ ਕਹਿੰਦੇ ਅਸੀਂ ਮਾਇਆ 'ਚ ਸੁਰਤ ਨਹੀਂ ਰੱਖਦੇ, ਪਰਮਾਤਮਾ 'ਚ ਸੁਰਤ ਰੱਖੀ ਆ। ਦਿਲ ਦੀ ਗੱਲ ਦਿਲ ਤੱਕ ਮਾਰ ਕਰਦੀ ਆ। ਤੁਸੀਂ ਮਾਇਆ 'ਚ ਧਿਆਨ ਰੱਖਦੇ ਜਦੋਂ ਤੁਸੀਂ ਕਥਾ ਕੀਰਤਨ ਕਰਦੇ। ਸੋ ਦੂਜੀ, ਅਸੀਂ ਕਦੇ ਦਾੜੀ ਨੂੰ ਜੂਠਾ ਹੱਥ ਨਹੀਂ ਲਾਇਆ। ਬਾਜਾਂ ਵਾਲੇ ਨੇ ਜੋੜੇ ਲਾਤੇ ਸੀ ਚਮਕੌਰ ਦੀ ਗੜੀ ਵਿੱਚ, ਕਹਿੰਦੇ ਸਿੰਘਾਂ ਦੇ ਪਵਿੱਤਰ ਕੇਸ ਆ, ਉਹਨਾਂ 'ਤੇ ਮੇਰੀ ਜੁੱਤੀ ਨਾ ਲੱਗ ਜਾਏ। ਸੋ ਅੱਜ ਸਾਡੇ ਕੇਸ ਗੰਦੀਆਂ ਨਾੜੀਆਂ 'ਚ ਰੁੜਦੇ ਫਿਰਦੇ ਆ। ਸੋ ਉਹ ਇੰਨਾ ਸਤਿਕਾਰ ਕਰਦੇ ਸੀ ਕੇਸਾਂ ਦਾ। ਔਰ ਅੱਜ ਕੱਲ੍ਹ ਤਾਂ ਨਾਈਆਂ ਦੀ ਦੁਕਾਨਾਂ 'ਤੇ ਸਿਰ ਮੂੰਹ ਮਨਾ ਕੇ ਆਪਣੇ ਵਾਲ ਪੱਟ ਕੇ ਉਹ ਮਾਰਦੇ ਨਿਆਣੇ। ਅਤੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਆ। ਸਾਹਿਬਜ਼ਾਦੇ ਨੀਹਾਂ 'ਚ ਖੜ੍ਹੇ ਆ, ਕਹਿੰਦੇ ਸਿੱਖੀ ਪਿਆਰੀ, ਸਾਡਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਤਾਰੂ ਸਿੰਘ ਦੀ ਖੋਪੜੀ ਲਿਥ ਗਈ ਆ। ਸਿੱਖੀ ਕੇਸਾਂ ਅਤੇ ਸਵਾਸਾਂ ਨਾਲ ਹੀ ਨਿਭਦੀ ਆ। ਪੈਰ ਤੋਂ ਲੈ ਕੇ ਸਿਰ ਤੱਕ ਨਾ ਕੋਈ ਰੋਮ ਪੱਟਣਾ, ਨਾ ਛਿੱਲਣਾ, ਨਾ ਦਵਾਈਆਂ ਲਾ ਕੇ ਵਾੜ ਝਾੜਨੇ ਸਰੀਰ ਦੇ ਸਕਿਨ ਦੇ, ਅਤੇ ਨਾ ਕੱਟਣੇ ਕੈਂਚੀਆਂ, ਨਾ ਦਾੜੀ ਅਤੇ ਕੇਸ। ਫਿਰ ਸਿੱਖੀ ਨਿਭਦੀ ਆ। ਅਤੇ ਸਵਾਸ ਸੇਵਾ ਅਤੇ ਸਿਮਰਨ ਵਿੱਚ, ਸਵਾਸ ਸਿਮਰਨ 'ਚ ਲੱਗਣੇ ਚਾਹੀਦੇ। ਸੋ ਇਹ ਆ ਸਿੱਖੀ। ਸੋ ਜਿਨ੍ਹਾਂ ਨੇ ਪ੍ਰਭੂ ਦੀ ਪ੍ਰਾਪਤੀ ਦੇ ਸ਼ੁਭ ਗੁਣ ਹਿਰਦੇ ਵਿੱਚ ਗ੍ਰਹਿਣ ਕੀਤੇ ਹਨ, ਦਇਆ ਸੰਤੋਖ ਜਤ ਸਤ, ਉਹ ਮਨੁੱਖ ਪ੍ਰਭੂ ਦੇ ਅੰਕ ਸਰੂਪ ਵਿੱਚ ਸਮਾ ਗਏ ਹਨ। ਉਹ ਪੂਰਨ ਸਾਧੂ ਨੇ, ਪੂਰਨ ਸਿੱਖ ਨੇ, ਉਹੀ ਬ੍ਰਹਮ ਗਿਆਨੀ ਨੇ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬਾਂਕੇ, ਤੁਧ ਭਾਵਾ ਸਰਨਾਵਾ। ਹੇ ਮੇਰੇ ਬਾਂਕੇ ਸੁੰਦਰ ਪ੍ਰੀਤਮ ਪ੍ਰਭੂ, ਮੇਰੀ ਬੇਨਤੀ ਨੂੰ ਸੁਣ।
ਮੈਂ ਤੇਰੀ ਪ੍ਰਾਪਤੀ ਦੇ ਸ਼ੁਭ ਗੁਣ ਅੰਕ ਹਿਰਦੇ ਵਿੱਚ ਧਾਰੇ ਹਨ ਅਤੇ ਸ਼ਾਸਤਰਾਂ ਦੁਆਰੇ ਵੀ ਮੈਂ ਇਸ ਅੰਤਰੀਵ ਤੀਰਥ ਦੀ ਮਹਿਮਾ ਨੂੰ, ਕਿਉਂਕਿ ਗੁਰੂ ਦੇ ਸਿੱਖ ਵਾਸਤੇ ਸ਼ਾਸਤਰ ਗੁਰਬਾਣੀ ਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਤੀਰਥ ਦੀ ਮਹਿਮਾ ਨੂੰ ਸੁਣਿਆ ਹੈ। ਇਸ ਕਰਕੇ ਤੂੰ ਮੇਰੇ ਪਰ ਕਿਰਪਾ ਕਰ। ਉਹ ਕਲਯੁਗ ਦੇ ਅੰਦਰ ਮਹਾਰਾਜ ਨੇ ਬਾਣੀ ਦਾ ਜਹਾਜ਼ ਬਣਾਇਆ। ਬਾਣੀ ਹੀ ਤੀਰਥ ਆ, ਬਾਣੀ ਨਾਮ ਰੂਪੀ ਤੀਰਥ ਆ। ਸੋ ਗੁਰਮਤ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਨੇ, ਖੁਦ ਪਰਮਾਤਮਾ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਆ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਗੁਰਬਾਣੀ ਹੀ ਗੁਰੂ ਆ। ਤੂੰ ਮੇਰੇ ਪਰ ਕਿਰਪਾ ਕਰ ਜੋ ਮੈਂ ਇਸ ਸੰਤ ਸਮਾਗਮ ਰੂਪੀ ਸਰ ਨਹਾਵਾ ਸਰੋਵਰ ਵਿੱਚ ਇਸ਼ਨਾਨ ਕਰਾਂ, ਸੰਤਾਂ ਦੇ ਨਾਲ ਉਹਨਾਂ ਦੀ ਸਤਸੰਗ ਕਰਾਂ, ਕਥਾ ਸੁਣਾ। ਇਸ ਨਾਮ ਰੂਪੀ ਸਰੋਵਰ 'ਚ ਸਾਧੂਆਂ ਸੰਤਾਂ ਨਾਲ ਮੈਂ ਇਸ਼ਨਾਨ ਕਰਾਂ। ਮੇਰੇ 'ਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ, ਜਿਸ ਕਰਕੇ ਮੈਂ ਤੈਨੂੰ ਭਾਵਾ ਚੰਗੀ ਲੱਗਾ। ਇੱਕ ਆਤਮਾ ਦੀ ਪੁਕਾਰਿਆ, ਚਾਹੇ ਬੀਬੀ ਦੀ ਚਾਹੇ ਬੰਦੇ ਦੀ, ਫਿਰ ਮੈਂ ਤੈਨੂੰ ਚੰਗੀ ਲੱਗਾ। ਪਰਮਾਤਮਾ ਨੂੰ ਚੰਗੀਆਂ ਉਹ ਰੂਹਾਂ ਲੱਗਦੀਆਂ ਜਿਹੜੀਆਂ ਸਾਧੂਆਂ ਦੀ ਸੰਗਤ ਵਿੱਚ ਬੈਠਦੀਆਂ। ਉਹ ਨਹੀਂ ਜਿਹੜੀਆਂ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਾਧੂਆਂ ਸੰਤਾਂ ਦੀ ਨਿੰਦਿਆ ਹੀ ਕਰੀ ਜਾਣ, ਉਹ ਭੈੜੀਆਂ ਲੱਗਦੀਆਂ ਉਹ ਰੂਹਾਂ। ਸੋ ਇਸ ਕਰਕੇ ਨਿੰਦਾ ਭਲੀ ਕਾਹੂ ਕੀ ਨਾਹੀਂ ਬਾਣੀ ਕਹਿੰਦੀ ਹੈ, ਪਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸੰਤਾਂ ਦੀ ਨਿੰਦਿਆ ਕਰਨੀ, ਸਤਸੰਗੀਆਂ ਦੀ ਨਿੰਦਿਆ ਕਰਨੀ, ਪੂਰਨ ਸਾਧੂਆਂ ਦੀ ਨਿੰਦਿਆ ਕਰਨੀ ਸਦਾ ਹੀ ਮਾੜੀ ਆ। ਉਹ ਮੁੜ ਮੁੜ ਕੇ ਭਾਵੇਂ ਹਜ਼ਾਰਾਂ ਵਾਰ ਅੰਮ੍ਰਿਤ ਛਕ ਲਵੇ, ਪਰ ਖੋਤੇ ਦੇ ਗੜੇ 'ਚ ਹੀਰਾ ਪਾ ਦੋ, ਉਹਨੂੰ ਉਹਦੀ ਪਛਾਣ ਨਹੀਂ ਹੁੰਦੀ। ਸੋ ਇਸ ਕਰਕੇ ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਆ, ਉਹਨਾਂ ਦਾ ਖੋਤੇ ਨੂੰ ਇਸ਼ਨਾਨ ਕਰਾਇਆ, ਉਹ ਮਿੱਟੀ ਖਿਲਾਰ ਲੈਂਦਾ ਆ, ਅਤੇ ਹਾਥੀ ਨੂੰ ਇਸ਼ਨਾਨ ਕਰਾਇਆ, ਸੁੰਡ ਨਾਲ ਮਿੱਟੀ ਚੁੱਕ ਕੇ ਪਿੰਡੇ 'ਤੇ ਪਾ ਲੈਂਦਾ ਹੈ। ਉਹ ਵਾਲਾ ਹਿਸਾਬ ਹੈ ਉਹਨਾਂ ਦਾ। ਸੋ ਇਸ ਕਰਕੇ ਇੱਕ ਹਮੇਸ਼ਾ ਸੱਚ ਬੋਲਣਾ, ਥਾਉ ਨਾ ਪਾਇਨ ਕੂੜਿਆਂ ਮੂੰਹ ਕਾਲੇ ਦੋ ਜਗ ਚਾਲਿਆ। ਇੱਕ ਗੁਰਬਾਣੀ ਇਤਿਹਾਸ 'ਤੇ ਕਦੇ ਕਿੰਤੂ ਪ੍ਰੰਤੂ ਨਹੀਂ ਕਰਨੀ, ਅਤੇ ਇੱਕ ਨਿੰਦਾ ਨਹੀਂ ਕਰਨੀ ਭਾਈ, ਨਾ ਕਿਸੇ ਦੀ ਅਤੇ ਨਾ ਸੰਤ ਦੀ। ਸੋ ਇਸ ਕਰਕੇ ਨਹੀਂ ਤਾਂ ਨਰਕੇ ਹੀ ਮਿਲਦੇ ਆ, ਫਿਰ ਸਿੱਖੀ ਧਾਰਨ ਕਰਨ ਦਾ ਵੀ ਕੋਈ ਫਾਇਦਾ ਨਹੀਂ। ਜਿਵੇਂ ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਗੰਗਾ ਜਮਨਾ ਸਰਸਵਤੀ ਤ੍ਰਿਵੇਣੀ, 10ਵੇਂ ਪਾਤਸ਼ਾਹ ਨੇ ਵਰਛਾ ਮਾਰ ਕੇ ਇੱਥੇ ਹੀ ਤ੍ਰਿਵੇਣੀ ਬਣਾਤੀ ਸੀਗੀ। ਕਹਿੰਦੇ ਕਿੱਥੇ ਤ੍ਰਿਵੇਣੀ 'ਤੇ ਜਾਂਦੇ ਫਿਰੋਂਗੇ। ਐਸਾ ਸਾਡਾ ਗੁਰੂ ਆ। ਗੰਗਾ ਜਮਨਾ ਸਰਸਵਤੀ ਦੇ ਮਿਲਾਪ ਨੂੰ ਤ੍ਰਿਵੇਣੀ ਕਿਹਾ ਜਾਂਦਾ, ਤਾਂ ਮੇਲ ਹੁੰਦਾ ਹੈ। ਫਿਰ ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਇਸ਼ਨਾਨ ਕਰਨ ਨਾਲ 7 ਸਮੁੰਦਰਾਂ ਵਿੱਚ ਇਸ਼ਨਾਨ ਕਰਨ ਜਿਤਨਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਪਹਿਲਾਂ ਮੰਨਿਆ ਜਾਂਦਾ ਸੀ ਸਨਾਤਨ ਮਤ ਵਿੱਚ ਸ਼ੁਰੂ ਤੋਂ ਸੰਸਾਰ ਅੰਦਰ। ਇਸ ਤਰਫ ਸੰਤ ਸਮਾਗਮ ਰੂਪ ਪ੍ਰਯਾਗਰਾਜ ਤੀਰਥ ਪਰ ਗੰਗਾ ਜਮਨਾ ਸਰਸਵਤੀ ਰੂਪ ਤ੍ਰਿਵੇਣੀ ਦਾ ਮੇਲ ਕਿਹੜਾ ਹੈ, ਇਹ ਸਵਾਲ ਕੀਤਾ ਜਗਿਆਸੂਆਂ ਨੇ। ਅਤੇ ਸੰਤ ਸਮਾਗਮ ਰੂਪ ਪ੍ਰਯਾਗਰਾਜ ਤੀਰਥ ਪਰ ਇਸ਼ਨਾਨ ਕਰਨ ਨਾਲ 7 ਸਮੁੰਦਰਾਂ ਦੇ ਇਸ਼ਨਾਨ ਦਾ ਕਰਨ ਦਾ ਫਲ ਕਿਹੜਾ ਹੈ, ਤਾਂ ਗੁਰੂ ਸਾਹਿਬ ਉੱਤਰ ਦਿੰਦੇ ਆ, ਗੰਗ ਜਮਨ ਤਹਿ ਬੇਣੀ ਸੰਗਮ 7 ਸਮੁੰਦ ਸਮਾਵਾ। ਗੰਗਾ ਭਗਤੀ, ਇੱਥੇ ਗੰਗਾ ਭਗਤੀ ਨੂੰ ਕਿਹਾ ਆ, ਜਮਨਾ ਕਰਮ ਨੂੰ ਕਿਹਾ, ਜੋ ਅਸੀਂ ਕੰਮ ਕਰਨੇ ਉਹ ਜਮਨਾ ਆ। ਅਤੇ ਕਥਾ ਸਰਸਵਤੀ ਬ੍ਰਹਮ ਵਿਦਿਆ, ਕਥਾ ਨੂੰ ਸਰਸਵਤੀ ਕਿਹਾ ਹੈ। ਬ੍ਰਹਮ ਕਹਿੰਦੇ ਨਾ ਗਿਆਨ, ਸੰਗੀਤ ਦਾ ਗਿਆਨ ਸਰਸਵਤੀ ਕਾਲਪਨਿਕ ਦੇਵੀ ਬਣਾ ਲੈਂਦੇ, ਪਰ ਇੱਥੇ ਸਰਸਵਤੀ ਜਿਹੜੀ ਨਦੀ ਨੂੰ ਕਿਹਾ ਆ। ਪਰ ਮਹਾਰਾਜ ਕਹਿੰਦੇ ਕਥਾ ਜਿਹੜੀ ਆ ਇਹ ਸਰਸਵਤੀ ਸਮਝੋ, ਇਹ ਬ੍ਰਹਮ ਵਿਦਿਆ ਆ, ਇਹ ਗੁਰਬਾਣੀ ਦੀ ਵਿਦਿਆ, ਬ੍ਰਹਮ ਵਿਦਿਆ, ਆਤਮਿਕ ਵਿਦਿਆ ਜਿਹੜੀ ਰੱਬ ਨੂੰ ਮਿਲਾਉਂਦੀ ਆ। ਸੋ ਇਸ ਤ੍ਰਿਵੇਣੀ ਦਾ ਸੰਗਮ ਸੰਬੰਧ। ਸੋ ਸਾਧੂ ਜਿਹੜੇ ਆ ਭਗਤੀ ਕਰਾਉਂਦੇ ਆ, ਨਾਮ ਜਪਾਉਂਦੇ ਆਪ, ਅਤੇ ਦੂਜਾ ਚੰਗੇ ਕਰਮ ਦੱਸਦੇ ਆ ਕਿ ਸੱਚ ਬੋਲੋ, ਝੂਠ ਨਾ ਬੋਲੋ, ਭੈੜੇ ਕਰਮ ਨਾ ਕਰੋ, ਈਰਖਾ ਨਾ ਕਰੋ। ਜਿਵੇਂ ਬਾਬਾ ਜਵਾਲਾ ਸਿੰਘ ਜੀ ਸਾਡੇ ਪਿਤਾ ਜੀ ਉਹਨਾਂ ਨੂੰ ਦੱਸਦੇ ਸੀ ਕਿ ਭਾਈ ਕਿਹੜੀ ਇੱਥੇ ਆਉਣਾ ਆ ਸਾਡੀ ਸੰਗਤ 'ਚ, ਤਾਂ ਧਰਮ ਦੀ ਕਿਰਤ ਕਰਨੀ ਆ। ਠੱਗੀਆਂ ਮਾਰ ਕੇ ਪਾਪ ਦੀ ਕਮਾਈ ਖਾ ਕੇ ਸਾਡੇ ਕੋਲ ਨਹੀਂ ਆਉਣਾ, ਨਾ ਇੱਥੇ ਲਿਆਉਣੀ। ਸੋ ਇਸ ਕਰਕੇ ਮਹਾਂਪੁਰਖ ਕਰਮ ਵੀ ਸੁਧਾਰ ਦਿੰਦੇ। ਸੋ ਜਦੋਂ ਗਏ ਦੋਧੀ ਗੱਡੀਆਂ ਵਿੱਚ ਸਾਰੇ ਜਿਹੜੇ ਡਰਾਈਵਰ ਸੀ ਉਹ ਪਾਣੀ ਪਾ ਲੈਂਦੇ ਸੀ। ਕਹਿੰਦੇ ਤਨਖਾਹ ਘੱਟ ਆ। ਸਾਡੇ ਪਿਤਾ ਜੀ ਕਹਿੰਦੇ ਟੱਬਰ ਚਾਹੇ ਭੁੱਖਾ ਮਰ ਜਾਏ, ਮਹਾਂਪੁਰਖਾਂ ਦੇ ਵਚਨ ਹੋਏ ਆ, ਇਸ ਕਰਕੇ ਅਸੀਂ ਇਹ ਪਾਪ ਕਰਮ ਨਹੀਂ ਕਰ ਸਕਦੇ। ਅਤੇ ਬਾਬਾ ਜਵਾਲਾ ਸਿੰਘ ਨੇ ਕਿਰਪਾ ਕੀਤੀ, ਉਹਨਾਂ ਦਾ ਜਨਮ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਸਨਾ ਤੋਂ ਹੋਇਆ ਸੀ। ਭਾਈ ਕੁੰਮਾ ਜੀ ਲਾਂਗਰੀ ਸੀ ਜਦੋਂ ਮਹਾਰਾਜ ਨੇ ਦਮਦਮਾ ਸਾਹਿਬ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ। ਉਹ ਲੰਗਰ ਦੀ ਸੇਵਾ ਕਰਦਾ ਸੀ। ਇੱਕ ਦਿਨ ਪ੍ਰਸੰਨ ਹੋ ਕੇ ਕਹਿੰਦੇ ਤੇਰੀ ਸੇਵਾ ਤੋਂ ਪ੍ਰਸੰਨ ਆ, ਜਾਂ ਆਪਣਾ ਨਗਰ ਵਸਾਲਾ ਦੁਆਬੇ 'ਚ। ਉਹ ਗਿਆ, ਆਪਣੇ ਨਾਂ ਤੋਂ ਉਹਦਾ ਨਾਂ ਰੱਖੀ। ਉਹਨੇ ਨਗਰ ਵਸਾ ਲਿਆ, ਆ ਗਿਆ। ਮਹਾਰਾਜ ਕਹਿੰਦਾ ਚੰਨ ਪਾਓ। ਮਹਾਰਾਜ ਕਹਿਣ ਲੱਗੇ ਕਿ ਭਾਈ ਨਾਂ ਕੀ ਰੱਖਿਆ? ਕਹਿੰਦਾ ਮੈਂ ਲੰਗਰ ਦੀ ਸੇਵਾ ਕਰਦਾ ਤਾਂ ਲੰਗੇਰ ਹੀ ਰੱਖਤਾ। ਕਹਿੰਦੇ ਤੂੰ ਆਪਣਾ ਨਾਂ ਕਿਉਂ ਨਹੀਂ ਰੱਖਿਆ?
ਕਹਿੰਦਾ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ, ਮੈਂ ਤਾਂ ਸੇਵਾ ਦਾ ਨਾਂ ਰੱਖਤਾ ਅਤੇ ਤੁਸੀਂ ਚੰਨ ਪਾਓ। ਮਹਾਰਾਜ ਨੇ ਅੱਖਾਂ ਮੀਟੀਆਂ, ਕਹਿੰਦੇ ਹੁਣ ਤਾਂ ਨਹੀਂ ਜਾਂਦੇ। ਦੁਆਬੇ ਦੀ ਧਰਤੀ ਵਿੱਚ ਪਿਤਾ ਨਰੈਣ ਸਿੰਘ ਮਾਤਾ ਰਾਜ ਕੌਰ ਦੀ ਕੁੱਖ ਤੋਂ ਸਾਡੀ ਇੱਕ ਜੋਤ ਪ੍ਰਗਟ ਹੋ ਗਈ, ਉਹਦਾ ਨਾਂ ਸੀ ਬਾਬਾ ਜਵਾਲਾ ਸਿੰਘ ਹੋਣਗੇ, ਭਾਈ ਰੂਪੇ ਦੇ ਖਾਨਦਾਨ ਵਿੱਚੋਂ। ਸੋ ਭਗਤੀ ਦੇ ਪੂਰੇ ਹੋਣਗੇ ਉਹਨਾਂ ਮਹਾਂਪੁਰਖਾਂ ਨੇ, ਉਹਨਾਂ ਦੀ ਸੰਗਤ ਵਿੱਚ ਸਾਡੇ ਪਿਤਾ ਸਾਡੇ ਦਾਦੀ ਜਾਣ ਲੱਗੇ, ਅਤੇ ਇਹਨਾਂ ਦੇ ਵੀ ਉਹਨਾਂ ਨੇ ਕਰਮ ਵੀ ਸੁਧਾਰਤੇ। ਜਿੱਥੇ ਭਗਤੀ ਬਖਸ਼ੀ ਉੱਥੇ ਕਰਮ ਵੀ ਸੁਧਾਰੇ। ਉਹ ਕਹਿੰਦੇ ਮੈਂ ਇਹ ਕੰਮ ਨਹੀਂ ਕਰ ਸਕਦਾ ਬੇਈਮਾਨੀ ਦਾ, ਨੌਕਰੀ ਮੇਰੀ ਜਾਂਦੀ ਭਾਵੇਂ ਚੱਲ ਜਾਵੇ। ਉਹਨਾਂ ਦੀ ਨੌਕਰੀ ਖੋਲ੍ਹੀ, ਖੰਨੇ ਆਫਿਸਰ ਨੇ ਕਿਹਾ ਵੀ ਜਾਂ ਚਲੇ ਜਾ, ਅਗਲੇ ਐਤਵਾਰ ਛੁੱਟੀ ਕਰਦੇ। ਅਤੇ ਉਹਨਾਂ ਦੇ ਬਾਬਾ ਜਵਾਲਾ ਸਿੰਘ ਨੂੰ ਚੇਤੇ ਕਰਕੇ ਸਹਿਜ ਸੁਭਾਅ ਮੂੰਹ 'ਚੋਂ ਬਚਨ ਕੱਢੇ ਅਤੇ ਕਹਿੰਦੇ ਵੀ ਹੋ ਸਕਦਾ ਅਤੇ ਮੈਨੂੰ ਕੱਢਣ ਨੂੰ ਫਿਰਦਾ ਆ, ਉਹ ਤੋਂ ਪਹਿਲਾਂ ਤੂੰ ਹੀ ਇੱਥੋਂ ਚਲੇ ਜਾਵੇਂ। ਅਤੇ ਚੌਥੇ ਦਿਨ ਹੀ ਉਹਦੇ ਟੇਬਲ 'ਤੇ ਟਰਾਂਸਫਰ ਆਰਡਰ ਆ ਗਿਆ ਸੀ। ਉਹਨੇ ਕਿਹਾ ਦੱਸ ਤੇਰਾ ਕਿਹੜਾ ਗੁਰੂ ਆ? ਕਹਿੰਦੇ ਵੀ ਮੇਰਾ ਉਸਤਾਦ ਮੇਰੇ ਸੰਤ ਬਾਬਾ ਜਵਾਲਾ ਸਿੰਘ ਆ, ਅਤੇ ਉਹ ਮੈਨੂੰ ਗੁਰੂ ਨਾਨਕ ਸਾਹਿਬ ਨਾਲ ਜੋੜਦੇ ਆ। ਉਹਨਾਂ ਨੇ ਸਾਨੂੰ ਭਗਤੀ ਨਾਲ ਜੋੜਿਆ, ਉਹਨਾਂ ਨੇ ਸਾਡੇ ਕਰਮ ਸੁਧਾਰੇ ਆ ਕਿ ਅਸੀਂ ਪਾਪ ਦੀ ਕਮਾਈ ਨਹੀਂ ਕਰਨੀ। ਸੋ ਤੀਜਾ, ਉਹ ਬ੍ਰਹਮ ਵਿੱਦਿਆ ਦੇ ਧਨੀ ਆ। ਉਹ ਕਥਾ 'ਤੇ ਬੈਠ ਜਾਂਦੇ ਆ ਅਤੇ ਬੜੀ ਕਥਾ ਫੁੱਟਦੀ ਹੈ। ਜਿਹੜੇ ਮਹਾਂਪੁਰਖ ਤਪੱਸਿਆ ਕਰਦੇ ਉਹਨਾਂ ਦੇ ਦਿਮਾਗ 'ਚੋਂ ਕਥਾ ਨਿਰਾਲੀ ਫੁੱਟਦੀ ਹੈ। ਸੋ ਇਸ ਕਰਕੇ ਇਹ ਤ੍ਰਿਵੇਣੀ ਆ ਸਾਧੂਆਂ ਦੀ ਸੰਗਤ। ਸਾਧ ਸੰਗਤ ਜੀ, ਇਹ ਪ੍ਰਤੱਖ ਗੱਲਾਂ ਹੈ। ਸੋ ਸਾਡਾ ਖਾਨਦਾਨ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਦੀ ਸੰਗਤ ਵਿੱਚ ਜਾਂਦਾ ਰਿਹਾ। ਮਹਾਂਪੁਰਖਾਂ ਦੀ ਬਹੁਤ ਕਿਰਪਾ, ਇਹ ਭਾਈ ਰੂਪੇ ਦੇ ਜੋ ਕਿਰਪਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ, ਇੱਧਰ 10ਵੇਂ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਕਿ ਬਾਬਾ ਜਵਾਲਾ ਸਿੰਘ ਦਾ ਜਨਮ ਦੁਆਬੇ ਦੀ ਧਰਤੀ 'ਚ ਉਹਨਾਂ ਨੇ ਤਾਰਿਆ। ਸਦਾ ਹੀ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਵਿੱਚ ਹੋ ਰਿਹਾ, ਕਿਉਂਕਿ ਕਦੇ ਭਗਤੀ ਦਾ ਉਪਦੇਸ਼ ਜਾਂ ਚੱਲ ਪੈਂਦਾ ਹੈ, ਕਦੇ ਸ਼ਕਾਮ ਕਰਮਾਂ ਦਾ ਉਪਦੇਸ਼ ਚੱਲ ਪੈਂਦਾ ਹੈ, ਕਦੇ ਭਗਤੀ ਕਰਾਉਂਦੇ ਆ, ਕਦੇ ਨਾਮ ਜਪਾਉਂਦੇ ਆ, ਨਾਮ ਜਪਣ ਦੇ ਤਰੀਕੇ ਦੱਸਦੇ ਆ ਸਾਧੂ ਸੰਤ ਮਹਾਤਮਾ, ਅਤੇ ਕਦੇ ਕਰਮ ਸੁਧਾਰ ਦਿੰਦੇ ਆ। ਕਿਉਂਕਿ ਜਿਹੜਾ ਖੁਦ ਨਹੀਂ ਸੁਧਰਿਆ ਦੂਜੇ ਨੂੰ ਨਹੀਂ ਸੁਧਾਰ ਸਕਦਾ। ਆਪ ਸੱਚ ਬੋਲਦੇ ਅਤੇ ਸੱਚ ਬੋਲਣ ਲਾ ਦਿੰਦੇ। ਆਪ ਨੇਕ ਕਮਾਈ ਕਰਦੇ, ਲੋਕਾਂ ਨੂੰ ਨੇਕ ਕਮਾਈ ਕਰਨ ਲਾ ਦਿੰਦੇ ਆ। ਦਸਾਨਿਆਂ ਦੀ ਕਿਰਤ ਕਰਨ ਗੁਰੂ ਨਾਨਕ ਸਾਹਿਬ ਨੇ ਲਾਇਆ। ਖੂਨ ਦੀ ਰੋਟੀ ਨਹੀਂ ਖਾਣੀ। ਬ੍ਰਹਮ ਵਿੱਦਿਆ ਦਾ ਪ੍ਰਸੰਗ ਤੁਰ ਪੈਂਦਾ ਅਤੇ ਬ੍ਰਹਮ ਵਿੱਦਿਆ ਦੀ ਕਥਾ ਕਰਦੇ ਆ। ਸੰਤ ਸਮਾਗਮ ਰੂਪ ਪ੍ਰਯਾਗਰਾਜ ਤੀਰਥ ਪਰ ਨਾਮ ਜਲ ਵਿੱਚ ਇਸ਼ਨਾਨ ਕਰਨ ਨਾਲ ਸੱਤ ਸਮੁੰਦਰਾਂ ਨੂੰ ਇੱਥੇ ਲਿਖਿਆ ਹੈ ਸਮਾਵਾ। ਵੈਰਾਗ, ਵਿਵੇਕ, ਖਟ ਸੰਪਤੀ, ਮੋਖ ਇੱਛਾ। ਮੁਕਤੀ ਨੂੰ ਮੋਖ ਇੱਛਾ ਕਹਿੰਦੇ ਆ। ਸਰਵਣ, ਮੰਨਣ, ਨਿਧਿਆਸਣ। ਸੁਣਨਾ, ਮੰਨਣਾ ਅਤੇ ਨਿਧਿਆਸਣ ਦਾ ਅਰਥ ਆ ਵੀ ਫਿਰ ਮਨ ਦੀ ਅਵਸਥਾ ਬਣਨੀ, ਸਰੀਰ ਦੀ ਅਵਸਥਾ ਬਣਨੀ ਕਰਮ ਕਰਨ ਦੀ। ਮਨ ਵੀ ਟਿਕ ਜਾਣਾ, ਸਰੀਰ ਵੀ ਟਿਕ ਜਾਣਾ। ਸੋ ਇਹ 7 ਗੁਣ ਪੈਦਾ ਹੁੰਦੇ ਜਿਨ੍ਹਾਂ ਨੂੰ 7 ਸਮੁੰਦਰ ਕਿਹਾ। ਇਹ 7 ਸਾਧਨਾਂ ਦੀ ਪ੍ਰਾਪਤੀ ਰੂਪ 7 ਸਮੁੰਦਰਾਂ ਦੇ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਸ਼ਾਇਦ 7 ਸਮੁੰਦਰਾਂ ਦੇ ਇਸ਼ਨਾਨ ਕਰਕੇ ਵੀ ਇਹ ਚੀਜ਼ਾਂ ਨਹੀਂ ਮਿਲਦੀਆਂ ਜੋ ਸੰਤਾਂ ਦੇ ਸੰਤਾਂ ਦੀ ਸੰਗਤ 'ਚੋਂ ਪ੍ਰਾਪਤ ਹੋ ਜਾਂਦੇ। ਸੋ ਸੰਤਾਂ ਦੀ ਸੰਗਤ ਇੱਕ ਬਹੁਤ ਬੜਾ ਤੀਰਥ ਆ। ਇਸ ਤੀਰਥ ਵਿੱਚ ਇਸ਼ਨਾਨ ਕਰਕੇ ਉਹ ਕੁਛ ਪ੍ਰਾਪਤ ਹੋ ਜਾਂਦਾ ਜੋ ਕਿਤੇ ਨਹੀਂ ਹੋ ਸਕਦਾ। ਪਰ ਵੈਸੇ ਪ੍ਰਤੱਖ ਵੀ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਅੰਮ੍ਰਿਤਸਰ ਸਰੋਵਰ ਨੂੰ ਸਾਰੇ ਤੀਰਥਾਂ ਦਾ ਪ੍ਰਧਾਨ ਗਿਆ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਦੇਵੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਨਿਸ਼ਚਾ ਨਾਲ ਜਿਹੜਾ ਉੱਥੇ ਇਸ਼ਨਾਨ ਕਰੇ ਅਤੇ ਉਹ ਮੁਕਤੀ ਮੰਗੂ ਤਾਂ ਮੁਕਤੀ। ਮਹਾਰਾਜ ਨੇ ਮੁਕਤਸਰ ਸਰੋਵਰ ਜਿਹੜਾ ਆਪ ਟੱਕ ਲਾਇਆ ਕਿ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਸਰੋਵਰ 'ਚ ਇਸ਼ਨਾਨ ਕਰੂਗਾ ਉਹਨੂੰ ਮੁਕਤੀ ਪ੍ਰਾਪਤ ਹੋਊਗੀ। ਚਾਹੇ ਉਹ ਕਾਮ ਕ੍ਰੋਧ ਹੰਕਾਰ ਤੋਂ ਮੁਕਤੀ ਹੋਵੇ, ਚਾਹੇ ਜੀਵਨ ਤੋਂ ਮੁਕਤੀ ਹੋਵੇ। ਹਰ ਤਰ੍ਹਾਂ ਦੀ ਮੁਕਤੀ, ਜੀਂਦੇ ਮੁਕਤੀ ਦਾ ਆਨੰਦ ਵੀ ਮਿਲ ਸਕਦਾ। ਸਰੋਵਰ ਵੀ ਸਭ ਕੁਛ ਬਖਸ਼ਦੇ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਜਿੱਥੇ ਸਰੋਵਰਾਂ ਦਾ ਇਸ਼ਨਾਨ ਅਤੇ ਉੱਥੇ ਸਾਧੂਆਂ ਦੀ ਚਰਨ ਧੂੜੀ ਦਾ ਇਸ਼ਨਾਨ। ਕਿਉਂਕਿ ਸਰੋਵਰਾਂ ਵਿੱਚ ਸੰਤ ਵੀ ਜਾਂਦੇ ਆ, ਉਹ ਵੀ ਇਸ਼ਨਾਨ ਕਰਦੇ, ਅਤੇ ਸਾਧੂਆਂ ਦੀ ਚਰਨ ਧੂੜੀ 'ਚ ਵੀ ਇਸ਼ਨਾਨ ਹੋ ਜਾਂਦਾ। ਉਸ ਜਲ ਵਿੱਚ ਸਾਧੂ ਮਹਾਤਮਾ ਵੀ ਇਸ਼ਨਾਨ ਕਰਦੇ, ਬ੍ਰਹਮ ਗਿਆਨੀ ਵੀ ਇਸ਼ਨਾਨ ਕਰਦੇ। ਦਰਬਾਰ ਸਾਹਿਬ ਤਾਂ ਸਾਰੇ ਹੀ ਜਾਂਦੇ। ਸੋ ਇਸ ਕਰਕੇ ਸਾਧ ਸੰਗਤ ਜੀ, ਸਰੋਵਰਾਂ ਦੇ ਇਸ਼ਨਾਨ ਦਾ ਵੀ ਬਹੁਤ ਫਲ ਆ। ਅੱਜ ਕੱਲ੍ਹ ਦੇ ਨਾਸਤਕ ਲੋਕ ਕਹਿ ਦਿੰਦੇ ਜੀ ਇਹ ਸਰੋਵਰਾਂ ਦਾ ਕੋਈ ਮਤਲਬ ਨਹੀਂ ਆ। ਉਹ ਨਾਸਤਕ ਆ, ਉਹ ਭਗਤੀ ਨੂੰ ਤੋੜਦੇ ਆ। ਗੁਰੂ ਨਾਨਕ ਸਾਹਿਬ ਦਾ ਰਸਤਾ ਸੰਤਾਂ ਭਗਤਾਂ ਦਾ ਰਸਤਾ ਆ। ਹਰ ਧਰਮ ਦੁਨੀਆ ਦੇ ਉੱਤੇ ਜਿੰਨੇ ਮਤ ਪ੍ਰਚਲਿਤ ਆ ਸਭ ਦੇ ਅੰਦਰ ਭਾਵਨੀ ਹੁੰਦੀ ਆ। ਭਾਵਨੀ ਕਰਕੇ ਭਗਤੀ ਹੁੰਦੀ ਆ। ਇਹ ਭਾਵਨੀ ਨੂੰ ਮਾਰ ਦਿੰਦੇ ਆ। ਇਹ ਨਾਸਤਕ ਲੋਕ ਆ ਕੇ ਸਿੱਖਾਂ ਦੇ ਰੂਪ ਵਿੱਚ ਵੀ ਆ ਬੜੇ ਆ। ਇਹਦੀ ਪਛਾਣ ਸੰਗਤ ਕਰੇ। ਉਹ ਸੰਤਾਂ ਸਾਧੂਆਂ ਤੋਂ ਤੋੜ ਕੇ ਨਾਸਤਿਕਤਾ ਦਾ ਪ੍ਰਚਾਰ ਕਰਦੇ। ਕਹਿੰਦੇ ਰੱਬ ਕਿਹੜਾ ਕਿਸੇ ਨੇ ਦੇਖਿਆ ਹੈ।
ਔਰ ਉਹ ਭਾਵਨੀ ਨੂੰ ਤੋੜਦੇ ਆ। ਇਸ ਅੱਜ ਸਾਇੰਸ ਵੀ ਮੰਨਦੀ ਕਿ ਵਾਈਬ੍ਰੇਸ਼ਨ ਨਾਲ ਉਹ ਜਲ ਅੰਮ੍ਰਿਤ ਬਣਦਾ ਆ। ਤਰੰਗਾਂ ਦੇ ਨਾਲ ਜਲ ਵੀ ਅੰਮ੍ਰਿਤ ਸ਼ਕਤੀ ਆ ਜਾਂਦੀ ਜਲ ਅੰਦਰ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਬਾਣੀਆਂ ਪੜ੍ਹੀਆਂ, ਪਤਾਸੇ ਪਾਏ, ਉਹ ਅੰਮ੍ਰਿਤ ਬਣ ਗਿਆ ਸੀ। ਉਹ ਸ਼ਕਤੀ ਆ ਗਈ ਸੀ, ਗਿੱਦੜੋਂ ਸ਼ੇਰ ਬਣਾਤਾ ਸੀ। ਉਹ ਅੰਮ੍ਰਿਤ ਐਸਾ ਬਣਿਆ। 5 ਪਿਆਰੇ ਜਿਹੜੇ ਉਹ ਸੰਤ ਸੀ, ਬ੍ਰਹਮ ਗਿਆਨੀ ਸੀ। ਤੇ 5 ਪਿਆਰੇ ਉੱਤਮ ਹੋਣਗੇ, ਉਹਨਾਂ ਦਾ ਜੀਵਨ ਉੱਚਾ ਸੁੱਚਾ ਹੋਊਗਾ। 5 ਸੰਤ ਜੇ ਇਕੱਠੇ ਹੋ ਕੇ ਅੰਮ੍ਰਿਤ ਤਿਆਰ ਕਰਨਗੇ ਤਾਂ ਅੰਮ੍ਰਿਤ ਐਸੀ ਸ਼ਕਤੀ ਵਾਲਾ ਬਣੂਗਾ। ਚਿੜੀਆਂ ਨੂੰ ਛਕਾਇਆ, ਚਿੜੀਆਂ ਨੇ ਬਾਜ ਢਾਹ ਲਿਆ ਸੀ। ਬਿਨਾਂ ਛਕਾਏ ਚਿੜੀਆਂ ਲੜਾਈਆਂ, ਬਾਜ ਨੇ ਚਿੜੀਆਂ ਢਾਹ ਲਈਆਂ। ਸੋ ਇਸ ਤਰ੍ਹਾਂ ਅੰਮ੍ਰਿਤ ਆਪਣੀ ਸ਼ਕਤੀ ਦੱਸ ਦਿੰਦਾ ਹੈ। ਸਾਧ ਸੰਗਤ ਜੀ, ਅੱਜ ਵੀ ਕੌਮ ਦੇ ਅੰਦਰ ਚੜ੍ਹਦੀ ਕਲਾ ਹੋ ਸਕਦੀ ਹੈ ਜੇ 5 ਪਿਆਰਿਆਂ ਦਾ ਜੀਵਨ ਉੱਚਾ ਤੇ ਸੁੱਚਾ, ਪੂਰਨ ਸੰਤ ਮਹਾਂਪੁਰਖਾਂ ਵਰਗਾ ਜੀਵਨ ਹੋਵੇ, ਸਾਧੂ ਬ੍ਰਹਮ ਗਿਆਨੀਆਂ ਵਰਗਾ, ਤੇ ਫਿਰ ਉਹ ਸ਼ਕਤੀ ਪੈਦਾ ਹੁੰਦੀ ਅੰਮ੍ਰਿਤ ਦੇ ਅੰਦਰ। ਸਤ, ਸੰਤੋਖ, ਧੀਰਜ, ਧਰਮ, ਵਿਚਾਰ, ਵੈਰਾਗ ਤੇ ਗਿਆਨ, ਇਹਨਾਂ 7 ਗੁਣਾਂ ਦੀ ਪ੍ਰਾਪਤੀ ਸਮਝ ਲਓ ਕਿ 7 ਸਮੁੰਦਰਾਂ ਦੇ ਇਸ਼ਨਾਨ ਕਰਨ ਦਾ ਫਲ ਹੈ। ਸੋ ਫਿਰ ਸੰਗਤ ਵੱਲੋਂ ਪ੍ਰਸ਼ਨ ਕੀਤਾ ਗਿਆ, ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਇਸ਼ਨਾਨ ਕਰਕੇ ਕਈ ਪੁਰਸ਼ ਪੁੰਨ, ਕਈ ਦਾਨ ਤੇ ਕਈ ਪੂਜਾ ਆਦਿਕ ਕਰਦੇ ਹਨ। ਇਸ ਸੰਤ ਸਮਾਗਮ ਰੂਪੀ ਪ੍ਰਯਾਗਰਾਜ ਤੀਰਥ ਪਰ ਨਾਮ ਜਲ ਵਿੱਚ ਇਸ਼ਨਾਨ ਕਰਕੇ ਪੁੰਨ, ਦਾਨ ਤੇ ਪੂਜਾ ਕਿਹੜੀ ਕਰੇ? ਫਿਰ ਗੁਰੂ ਸਾਹਿਬ ਨੇ ਉੱਤਰ ਦਿੱਤਾ, ਪੁੰਨ ਦਾਨ ਪੂਜਾ ਪਰਮੇਸ਼ਵਰ ਜੁਗ ਜੁਗ ਏਕੋ ਜਾਤਾ। ਜਿਹੜਾ ਇੱਕ ਪਰਮੇਸ਼ਰ ਨੂੰ ਜੁਗਾਂ ਜੁਗਾਂ ਵਿੱਚ ਭਾਵ 4 ਯੁਗਾਂ ਵਿੱਚ ਪਰਿਪੂਰਨ ਜਾਣਨਾ ਹੈ, ਇਹੀ ਪੁੰਨ ਸਮੇਂ ਪੁੰਨ ਦੇ ਤੇ ਦਾਨ ਹਮੇਸ਼ਾ ਤੇ ਪੂਜਾ ਆਦਿਕ ਕਰਮ ਕਰੇ। ਮਹਾਰਾਜ ਕਹਿੰਦੇ ਵੀ ਪਰਮੇਸ਼ਰ ਨੂੰ ਜੁਗਾਂ ਜੁਗਾਂ ਵਿੱਚ ਭਾਵ 4 ਯੁਗਾਂ ਵਿੱਚ ਪਰਿਪੂਰਨ ਜਾਣਨਾ ਹੈ ਕਿ ਸਦਾ ਹੀ ਰੱਬ ਪਹਿਲਾਂ ਅਵਤਾਰ ਭੇਜਦਾ ਰਿਹਾ, ਫਿਰ ਰੱਬ ਆਪ ਆ ਗਿਆ ਗੁਰੂ ਨਾਨਕ ਸਾਹਿਬ ਦੇ ਰੂਪ 'ਚ, ਅਤੇ ਫਾਈਨਲੀ ਰੱਬ ਨੇ ਫਿਰ ਗੁਰੂ ਗ੍ਰੰਥ ਸਾਹਿਬ ਪ੍ਰਗਟ ਕਰਦਾ, ਸਰਬ ਸਾਂਝੀ ਗੁਰਬਾਣੀ ਬਣਾ ਦਿੱਤੀ ਦੁਨੀਆ ਨੂੰ ਮੁਕਤ ਕਰਨ ਵਾਸਤੇ। ਇਹਨੂੰ ਮੁਸਲਮਾਨ, ਈਸਾਈ, ਉਹਦੇ ਵਿੱਚ ਪ੍ਰਭੂ ਲਿਖਿਆ, ਉਹ 'ਚ ਅੱਲਾਹ ਲਿਖਿਆ, ਉਹ 'ਚ ਰਾਮ ਵੀ ਲਿਖਿਆ, ਸਾਰੇ ਹੀ ਪੜ੍ਹ ਸਕਦੇ, ਸਾਰਿਆਂ ਦੀ ਸਾਂਝੀ ਬਾਣੀ ਆਏ, ਸਾਰੇ ਮੁਕਤ ਹੋ ਸਕਦੇ। ਸੋ ਇਹੀ ਪੁੰਨ ਸਮੇਂ ਪੁੰਨ ਤੇ ਦਾਨ ਹਮੇਸ਼ਾ ਤੇ ਪੂਜਾ ਆਦਿਕ ਕਰਮ ਕਰੇ। ਪ੍ਰਸ਼ਨ, ਕਈ ਲੋਕ ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਸਿਮਰਨ ਕਰੇ, ਨਾਮ ਜਪੇ ਜਪਾਵੇ, ਸਾਧੂਆਂ ਦੀ ਸੰਗਤ ਕਰੇ ਕਰਾਵੇ, ਤੇ ਲੰਗਰ ਲਵੇ ਲਾਵੇ। ਮਹਾਰਾਜ ਨੇ ਗੁਰਮੁਖ ਨਾਮਦਾਨ ਇਸ਼ਨਾਨ, ਮਹਾਰਾਜ ਕਹਿੰਦੇ ਵੀ ਗੁਰਮੁਖ ਨੂੰ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ। ਸਰੀਰ ਦੇ ਇਸ਼ਨਾਨ ਵਾਸਤੇ ਮਹਾਰਾਜ ਨੇ ਕਿਹਾ, ਜਿੱਦਾਂ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਨੇ ਤੀਰਥ ਨਾਵਾਂ ਦੇ ਅਰਥ ਵੀ ਕੀਤੇ ਆ। ਕਹਿੰਦੇ ਇੱਕ ਕੇਸ ਛੱਡ ਲੈਂਦੇ ਆ, ਸਰੀਰ ਨਹਾ ਲੈਣਾ, ਦੂਜਾ ਕੇਸ ਸਮੇਤ ਇਸ਼ਨਾਨ, ਤੀਜਾ ਤੀਰਥਾਂ 'ਤੇ ਇਸ਼ਨਾਨ। ਕਿੰਨੇ ਪ੍ਰਕਾਰ ਦੇ ਇਸ਼ਨਾਨ ਲਿਖੇ ਆ। ਕਈ 5 ਹੱਥ ਮੂੰਹ ਪੈਰ ਧੋ ਕੇ ਕਹਿ ਦਿੰਦੇ ਆਪਣੇ ਮਨਮੁਖ ਆਪਣੇ ਤਰੀਕੇ ਨਾਲ, ਫਿਰ 5 ਇਸ਼ਨਾਨਾਂ ਬ੍ਰਹਮ ਗਿਆਨਾਂ ਨਿਤ ਨਹਾਵੇ ਦਲਿਦਰੀ ਕਹਿ ਦਿੰਦੇ ਆ। ਸੋ ਉਹ ਇਸ ਤਰ੍ਹਾਂ ਕਈ ਪ੍ਰਕਾਰ ਦੇ ਇਸ਼ਨਾਨ ਲਿਖੇ ਆ। ਮਹਾਰਾਜ ਕਹਿੰਦੇ ਪਰ ਇਹ ਸਰੀਰ ਦੇ ਕਿੰਨੇ ਵੀ ਇਸ਼ਨਾਨ ਕਰ ਲਓ, ਜਦ ਤੱਕ ਆਤਮਾ ਨਾਮ ਰੂਪੀ ਤੀਰਥ 'ਚ ਇਸ਼ਨਾਨ ਨਹੀਂ ਕਰਦੀ, ਗੱਲ ਨਹੀਂ ਬਣਦੀ। ਬਾਹਰੋਂ ਜਿੰਨਾ ਮਰਜ਼ੀ ਸੁੱਚਾ ਹੋ ਜਾਏ, ਪਰ ਇਹ ਇੰਨਾ ਜ਼ਰੂਰ ਆ ਵੀ ਫੁਰਤੀ ਮਹਾਰਾਜ ਨੇ ਪਹਿਲਾਂ ਪਾਣੀ ਨਾਲ ਜੋੜਿਆ, ਫਿਰ ਬਾਣੀ ਨਾਲ ਜੋੜਿਆ। ਸਰੀਰ ਨੂੰ ਪਾਣੀ ਟੱਚ ਕਰਾਂਗੇ, ਸਰੀਰ ਫਰੈਸ਼ ਕਰਾਂਗੇ, ਅਤੇ ਫਿਰ ਜਾ ਕੇ ਚੁਸਤੀ ਆ ਜਾਂਦੀ। ਫਿਰ ਨਾਮ ਜਪਣ ਲਈ ਸਾਵਧਾਨ ਇਕਾਗਰਚਿਤ। ਮਹਾਰਾਜ ਇਸ ਕਰਕੇ ਨਾਮ ਦਾਨ ਇਸ਼ਨਾਨ ਲਿਖਿਆ। ਇਸ਼ਨਾਨ ਵੀ ਕਰਨਾ, ਨਾਮ ਵੀ ਜਪਣਾ, ਅਤੇ ਦਾਨ ਮਹਾਰਾਜ ਕਹਿੰਦੇ 10 ਨਿਆਂ ਦੀ ਕਿਰਤ ਕਰਕੇ ਉਹਦਾ ਦਸਵੰਧ। ਗਰੀਬ ਕਾਮੂ ਗੁਰੂ ਕੀ ਗੋਲਖ, ਜਿੱਥੇ ਲੋੜਵੰਦ ਆ, ਕੋਈ ਗਰੀਬ, ਕੋਈ ਬਿਮਾਰ ਆ, ਕਿਸੇ ਨੰਗਿਆਂ ਨੂੰ ਵਸਤਰ ਦੇਣੇ, ਜਿਨ੍ਹਾਂ ਕੋਲ ਵਸਤਰ ਨਹੀਂ, ਭੁੱਖਿਆਂ ਨੂੰ ਰੋਟੀ ਦੇਣੀ। ਸੋ ਇਹ ਲੰਗਰ ਲਾਉਣੇ ਵਸਤਰਾਂ ਦੇ, ਕੱਪੜਿਆਂ ਦੇ। ਗੁਰਮੁਖ ਨਾਮਦਾਨ ਇਸ਼ਨਾਨ ਆ, ਇਹ ਗੁਰਮੁਖ ਦਾ ਅਸੂਲ ਆ। ਕਈ ਲੋਕ ਪ੍ਰਤੱਖ ਪ੍ਰਯਾਗਰਾਜ ਤੀਰਥ ਪਰ ਇਸ਼ਨਾਨ ਕਰਕੇ ਕਿਨਾਰੇ 'ਤੇ ਬੈਠ ਕੇ ਜਪ ਕਰਦੇ ਹਨ। ਪੁਨ੍ਹਾ ਪ੍ਰਯਾਗਰਾਜ ਤੀਰਥ ਪਰ ਇਸ਼ਨਾਨ ਕਰਨ ਨਾਲ 68 ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਉਹਨਾਂ ਦਾ ਮੰਨਣਾ ਆ। ਇਸ ਤਰਫ ਜਪ ਕਿਹੜਾ ਕਰਨਾ ਹੈ ਅਤੇ 68 ਤੀਰਥਾਂ ਦਾ ਫਲ ਕਿਹੜਾ ਹੈ। ਸੋ ਗੁਰੂ ਸਾਹਿਬ ਨੇ ਕਲਯੁਗ ਦੇ ਅੰਦਰ ਇੱਕੋ ਹੀ ਤੀਰਥ ਸ੍ਰੀ ਦਰਬਾਰ ਸਾਹਿਬ ਬਣਾਤਾ। ਉਹ 'ਚ ਹਿੰਦੂ, ਮੁਸਲਿਮ, ਈਸਾਈ ਸਾਰੇ ਪੂਰਾ ਮਨੁੱਖ ਜਾਤੀ ਜਾ ਕੇ ਇਸ਼ਨਾਨ ਕਰਕੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਲੈ ਸਕਦੀ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਸੋ ਅਤੇ ਦੂਜਾ ਤੀਰਥ ਸਾਧੂਆਂ ਦੀ ਸੰਗਤ ਆ, ਪ੍ਰਤੱਖ ਸੰਤਾਂ ਦੀ ਸੰਗਤ, ਪਰਮਾਤਮਾ ਦੇ ਪਿਆਰੇ ਨਾਮ ਰਸੀਏ। ਮੈਂ ਪਹਿਲਾਂ ਹੀ ਦੱਸਿਆ ਵੀ ਭੌਰਾ ਕਮਲ ਦੇ ਫੁੱਲ 'ਤੇ ਬੈਠਾ, ਉਹਨੂੰ ਆਪਣੇ ਸਰੀਰ ਦੀ ਸੁੱਧ ਭੁੱਲ ਜਾਂਦੀ। ਕੀੜੇ ਪਹਿਲੀ ਬਰਸਾਤ 'ਚ ਆਉਂਦੇ ਟਿਮ ਟਿਮ ਕਰਦੇ, ਉਹ ਸਰੀਰ ਦੀ ਸੁੱਧ ਭੁੱਲ ਜਾਂਦੀ। ਮੱਖੀ ਵਿਸ਼ਟਾ ਮਿੱਠੇ 'ਤੇ ਬਹਿੰਦੀ, ਸਰੀਰ ਦੀ ਸੁੱਧ ਭੁੱਲ ਜਾਂਦੀ, ਮਰ ਵੀ ਜਾਂਦੀ, ਛੱਡਦੀ ਨਹੀਂ। ਇਸ ਤਰ੍ਹਾਂ ਨਾਮ ਰਸੀਏ ਸਰੀਰ ਸੁੱਕ ਜਾਂਦਾ, ਉਹਨਾਂ ਨੂੰ ਖਾਣਾ ਪੀਣਾ ਪਹਿਨਣਾ ਭੁੱਲ ਜਾਂਦਾ,
ਹਰ ਵੇ ਨੀਂਦ ਭੁੱਖ ਕੋ ਕੈਸੀ ਕਾਪੜਤਾ ਨਾ ਸੁਖਾਵੇ। ਜੇ ਇਸਤਰੀ ਦਾ ਪਤੀ ਚਲ ਜਾਏ, ਉਸ ਸਤੀ व्रता ਹੋਵੇ, ਉਹਦੀ ਭੁੱਖ ਮਰ ਜਾਂਦੀ, ਰੋਟੀ ਨਹੀਂ ਲੰਘਦੀ ਅਤੇ ਉਹਨੂੰ ਨੀਂਦ ਵੀ ਨਹੀਂ ਆਉਂਦੀ ਪਤੀ ਤੋਂ ਬਿਨਾਂ ਬਿਸਤਰੇ 'ਤੇ, ਅਤੇ ਕੱਪੜੇ ਵੀ ਨਹੀਂ ਚੰਗੇ ਲੱਗਦੇ। ਇਸ ਤਰ੍ਹਾਂ ਬਹੁਤ ਜਨਮ ਵਿਛੜੇ ਥੇ ਮਾਧੋ ਜਨਮ ਤੁਮਾਰੇ ਲੇਖੇ। ਉਹ ਸਾਧੂਆਂ ਦਾ ਜੀਵਨ ਹੁੰਦਾ ਆ। ਉਹ ਥੋੜ੍ਹਾ ਖਾ ਕੇ, ਥੋੜ੍ਹਾ ਸੌਂ ਕੇ, ਥੋੜ੍ਹਾ ਬੋਲ ਕੇ, ਅਲਪ ਹਰਾ ਸੁਲਭ ਨਿੰਦਰਾ ਦਇਆ ਛਿਮਾ ਤਨ ਪ੍ਰੀਤ। ਸੋ ਮਹਾਰਾਜ ਕਹਿੰਦੇ ਫਿਰ ਉਹ ਪਰਮਾਤਮਾ ਨੂੰ ਪਾਉਂਦੇ ਆ। ਸੋ ਇਹੋ ਜਿਹੇ ਸਾਧੂ ਸੰਤ ਮਹਾਤਮਾ ਹੁੰਦੇ ਆ। ਸੋ ਨਾ ਮਹਾਰਾਜ ਕਹਿੰਦੇ ਉਹਨਾਂ ਦੇ ਸਤਸੰਗ ਵਿੱਚ ਜਾਣ ਨਾਲ ਵੀ 68 ਤੀਰਥਾਂ ਦਾ ਫਲ ਮਿਲਦਾ। ਪ੍ਰਤੱਖ ਜੇ 68 ਤੀਰਥਾਂ ਦਾ ਇਸ਼ਨਾਨ ਕਰਨਾ ਤਾਂ ਦਰਬਾਰ ਸਾਹਿਬ ਦਾ ਤੀਰਥ ਸਾਰੇ ਤੀਰਥਾਂ ਦਾ ਪ੍ਰਧਾਨ ਤੀਰਥ ਮਹਾਰਾਜ ਗੁਰੂ ਰਾਮਦਾਸ ਜੀ ਨੇ ਬਣਾਤਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਕ ਮਾਤੇ, ਉਹ 'ਚ ਇਸ਼ਨਾਨ ਕਰ ਲਓ ਅਤੇ 68 ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਅਤੇ ਉਦੋਂ ਵੀ ਵੱਧ ਫਲ ਮਿਲ ਜਾਂਦਾ। ਮਹਾਰਾਜ ਕਹਿੰਦੇ ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਜੇ ਮਨ ਖੋਟੇ ਆ, ਤਨ ਚੋਰ ਆ ਸਰੀਰ, ਜੇ ਕਰਮ ਅੱਛੇ ਨਹੀਂ ਤਾਂ ਇਸ਼ਨਾਨ ਕਰਨ ਦਾ ਵੀ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਕਰਮ ਵੀ ਠੀਕ ਕਰਨੇ ਚਾਹੀਦੇ, ਸਾਧੂਆਂ ਦੀ ਸੰਗਤ ਵੀ ਜ਼ਰੂਰੀ ਆ, ਅਤੇ ਤੀਰਥ ਪ੍ਰਤੱਖ ਵੀ ਸਰੀਰਾਂ ਦੇ ਰੋਗ ਵੀ ਹਟਦੇ ਆ। ਉਦਾਸ ਦੇ ਲੱਤ 'ਤੇ ਵੀ ਕੈਂਸਰ ਵਾਂਗੂ ਪੂਰੀ ਲੱਤ ਗਾਂਢੇ ਹੀ ਸੀ, ਸਾਰੀਆਂ ਦਵਾਈਆਂ ਖਾ ਕੇ ਦੇਖ ਲਈਆਂ, ਨਹੀਂ ਫਰਕ ਸੀ। ਉੱਥੇ ਗਏ, ਇਸ਼ਨਾਨ ਕੀਤਾ, ਲੱਤ ਸੁੱਕ ਗਈ 15 ਦਿਨਾਂ 'ਚ। ਭਾਰਦਵਾਜ ਇੱਕ ਨਾਸਤਕ ਸੀਗਾ, ਹਿੰਦੂ, ਉਹਦੀ ਸਾੜੀ ਕਿਸੇ ਸਿੱਖ ਨਾਲ ਵਿਆਹ ਕਰਾਇਆ ਸੀ। ਕਹਿੰਦੀ ਇੱਕ ਵਾਰ ਰਾਮਦਾਸ ਜੀ ਦੇ ਕੈਂਸਰ ਹੌਸਪੀਟਲ ਵਾਲਿਆਂ ਨੇ ਕਹਿ ਤਾ 15 ਦਿਨ ਤੇਰੀ ਜ਼ਿੰਦਗੀ ਇੰਨੇ ਸੈੱਲ ਵੱਧ ਗਏ। ਉਹਨੇ ਜਾ ਕੇ ਉੱਥੇ ਇਸ਼ਨਾਨ ਕੀਤਾ, ਅਖੰਡ ਪਾਠ ਰੱਖਿਆ, ਸੁਖਮਨੀ ਸਾਹਿਬ ਦਾ ਪਾਠ ਸ਼ਾਮ ਨੂੰ ਚੱਲਦਾ ਸੀ, ਤਾਂ ਕੰਨਾਂ 'ਚ ਸੁਣੂ ਕੇ ਕੰਨ ਖੁੱਲ੍ਹ ਗਏ। ਸੋ 5 ਸਵੇਰੇ ਸ਼ਾਮ ਇਸ਼ਨਾਨ ਕਰਦਾ ਰਿਹਾ, ਬਾਣੀ ਸੁਣਦਾ ਰਿਹਾ, ਅਤੇ ਉਹਦਾ ਕੈਂਸਰ ਗਾਇਬ ਹੋ ਗਿਆ। ਡਾਕਟਰਾਂ ਨੇ ਚੈੱਕ ਕੀਤਾ, ਇੱਕ ਵੀ ਸੈੱਲ ਨਹੀਂ ਸੀ। ਸੋ ਪ੍ਰਤੱਖ 68 ਤੀਰਥਾਂ ਦਾ ਪ੍ਰਧਾਨ ਤੀਰਥ ਸ੍ਰੀ ਦਰਬਾਰ ਸਾਹਿਬ ਰੋਗ ਵੀ ਠਾਉਂਦਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ। ਅਤੇ ਪ੍ਰਤੱਖ ਸਾਧੂ ਸੰਤਾਂ ਦੀ ਸੰਗਤ ਵੀ ਜਿਹੜੀ ਹੈ 68 ਤੀਰਥਾਂ ਤੋਂ ਵੀ ਵੱਧ ਫਲ ਦੇ ਦਿੰਦੀ, ਕਿਉਂਕਿ ਅਸੀਂ ਦੱਸਿਆ ਹੀ ਹੈ ਵੀ ਉਹ ਗੁਣ ਪੈਦਾ ਕਰ ਦਿੰਦੀ ਸਰੀਰ ਦੇ ਅੰਦਰ, ਭਗਤੀ ਮਿਲ ਜਾਂਦੀ ਸੰਤਾਂ ਤੋਂ ਬਿਨਾਂ ਰੱਬ ਤੱਕ ਪਹੁੰਚਿਆ ਨਹੀਂ ਜਾ ਸਕਦਾ। ਸਾਧੂ ਬਿਨ ਨਾ ਹੀ ਦਰਬਾਰ, ਮਾਤ ਪਿਤਾ ਬਿਨ ਬਾਲ ਨਾ ਹੋਈ, ਘੋੜ ਬਿਨ ਨਾ ਹੀ ਅਸਵਾਰ। ਘੋੜੇ ਤੋਂ ਬਿਨਾਂ ਅਸਵਾਰੀ ਨਹੀਂ, ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ, ਅਤੇ ਸਾਧੂਆਂ ਸੰਤਾਂ ਤੋਂ ਬਿਨਾਂ ਰੱਬ ਤੱਕ ਪਹੁੰਚਣਾ ਔਖਾ ਆ, ਕਿਉਂਕਿ ਜਿਹੜਾ ਆਪ ਮਿਲਿਆ ਰੱਬ ਨੂੰ, ਉਹ ਹੀ ਮਿਲਾ ਸਕਦੇ ਆ। ਢੂੰਡ ਸੰਤ ਸੱਜਣ ਪੱਕਿਆਂ, ਜਿਨ੍ਹਾਂ ਦੀ ਡੋਰਾਂ ਪੱਕੀਆਂ ਰੱਬ ਨਾਲ ਜੁੜੀਆਂ। ਸੋ ਐਸੇ ਸੰਤ, ਉਹਨਾਂ ਦਾ ਮਿਲਾਪ ਸਤਸੰਗ ਕਰਦੇ ਰਹਾਂਗੇ ਅਤੇ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਉਹਨਾਂ ਦੇ ਸੰਗਤ ਦਾ ਵੀ ਬਹੁਤ ਮਹੱਤਵ ਇਹਦੇ 'ਚ ਦੱਸਿਆ ਆ। ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਮਾਘ ਮਹਾਰਸ ਹਰ ਜਪ 68 ਤੀਰਥ ਨਹਾਤਾ। ਗੁਰੂ ਜੀ ਕਥਨ ਕਰਦੇ ਹਨ, ਸਤੋ ਗੁਣ ਰੂਪੀ ਮਾਘ ਦੇ ਮਹੀਨੇ ਸ਼ਰਧਾ ਰੂਪੀ ਮਕਰ ਰਾਸ਼ੀ ਕਰਕੇ। ਮਹਾਰਾਜ ਕਹਿੰਦੇ ਇਹ ਸਤੋ ਗੁਣੀ ਪ੍ਰਧਾਨ ਆ, ਚੰਗੇ ਗੁਣਾਂ ਨੂੰ ਦੇਣ ਵਾਲਾ ਮਾਘ ਦਾ ਮਹੀਨਾ, ਅਤੇ ਸ਼ਰਧਾ ਮਨ 'ਚ ਸ਼ਰਧਾ ਰੂਪੀ ਮਕਰ ਰਾਸ਼ੀ ਜਿਹਨਾਂ ਗੁਰਸਿੱਖਾਂ ਨੇ ਧਾਰਨ ਕੀਤੀ, ਅਤੇ ਸੰਤ ਸਮਾਗਮ, ਸੰਤਾਂ ਦੇ ਸਮਾਗਮ ਕਰਵਾਏ, ਸੰਤਾਂ ਦੇ ਸਮਾਗਮ ਕਰਾਉਣੇ ਚਾਹੀਦੇ, ਸਾਧੂਆਂ ਦੀ ਸੰਗਤ 'ਚ ਬੈਠਣਾ ਚਾਹੀਦਾ। ਰੂਪੀ ਪ੍ਰਯਾਗਰਾਜ ਤੀਰਥ ਸਮਝ ਲਓ, ਪ੍ਰਯਾਗਰਾਜ ਤੀਰਥ ਆ, ਪਰ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਆ ਆਤਮਾ ਦਾ। ਨਾਮ ਰੂਪੀ ਜਲ ਵਿੱਚ ਇਸ਼ਨਾਨ ਕਰਕੇ ਜਿਹੜਾ ਹਰੀ ਨੂੰ ਮਹਾਰਸ ਆਨੰਦ ਰੂਪ ਨਿਸ਼ਚੇ ਕਰਨਾ ਹੈ, ਇਹੀ ਜਪ ਕਰੇ। ਸੋ ਨਾਮ ਰੂਪ ਜਲ ਵਿੱਚ ਇਸ਼ਨਾਨ ਕਰਨ ਨਾਲ 68 ਤੀਰਥਾਂ ਦੇ ਨਹਾਤਾ ਇਸ਼ਨਾਨ ਦਾ ਫਲ ਆਪ ਹੀ ਪ੍ਰਾਪਤ ਹੋ ਜਾਂਦਾ ਹੈ। ਸੋ ਸਾਧ ਸੰਗਤ ਜੀ, ਜਿੱਥੇ ਆਤਮਾ ਦੇ ਰੋਗ ਆ, ਉੱਥੇ ਸਰੀਰ ਦੇ ਰੋਗ ਆ। ਸਰੀਰ ਦੇ ਰੋਗਾਂ ਲਈ ਪ੍ਰਤੱਖ ਸ੍ਰੀ ਦਰਬਾਰ ਸਾਹਿਬ 68 ਤੀਰਥਾਂ ਦੇ ਜਗ੍ਹਾ ਇੱਕ ਤੀਰਥ ਬਣਾ ਦਿੱਤਾ ਭਾਈ ਗੁਰਦਾਸ ਜੀ ਨੇ। ਉੱਥੇ ਕਾਸ਼ੀ ਵਿੱਚ ਪੰਡਤਾਂ ਨੂੰ ਦੱਸਿਆ, ਵਿਸਾਖੀ 'ਚ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਨੇ ਕਥਾ ਕੀਤੀ ਕਿ ਇੱਕੋ ਹੀ ਤੀਰਥ ਇਸ਼ਨਾਨ ਕਰ ਲਓ ਅਤੇ 68 ਤੀਰਥਾਂ ਦੇ ਇਸ਼ਨਾਨ ਦਾ ਪੁੰਨ ਫਲ ਮਿਲ ਜਾਂਦਾ ਆ। ਸ੍ਰੀ ਦਰਬਾਰ ਸਾਹਿਬ ਸਾਰੇ ਜਗਤ ਦਾ ਤੀਰਥ ਆ, ਅਤੇ ਦੂਜਾ ਸੰਤਾਂ ਦੇ ਸਮਾਗਮ ਕਰਕੇ ਆਤਮਾ ਰੂਪੀ ਰੋਗ ਭੱਜ ਜਾਂਦੇ ਆ। ਆਤਮਾ ਵਿੱਚੋਂ ਕਾਮ, ਕ੍ਰੋਧ, ਹੰਕਾਰ, ਈਰਖਾ, ਨਿੰਦਾ, ਪਰਪਵਾਦ, ਇਹ ਚੀਜ਼ਾਂ ਸੰਤ, ਪੂਰਨ ਸੰਤ ਜਿਹੜੇ ਮਿਲ ਪੈਣ ਅਤੇ ਉਹ ਮੁਕਤੀ ਦਾ ਮਾਰਗ ਦੱਸ ਦਿੰਦੇ ਆ, ਮਨ ਨੂੰ ਸ਼ਾਂਤੀ ਪਹੁੰਚਾ ਦਿੰਦੇ ਆ, ਅਤੇ ਇਹ ਭਟਕਦਾ ਹੋਇਆ ਮਨ ਕਾਬੂ 'ਚ ਆ ਜਾਂਦਾ। ਸੋ ਠੀਕ ਆ, ਦੋਏ ਪਾਸੇ ਗੁਰੂ ਦੇ ਸਿੱਖਾਂ ਨੂੰ ਇਹ ਬੇਨਤੀ ਆ, ਅਰਦਾਸ ਕਰੀਏ ਮਹਾਰਾਜ ਸਾਨੂੰ ਜਪਜੀ ਸਾਹਿਬ ਪੜ੍ਹ ਕੇ ਮੁਕਤਸਰ ਵਿੱਚ ਇਸ਼ਨਾਨ ਕਰੀਏ। ਜਿਸ ਖਾਸ ਮਹਾਤਮ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਘ ਦੇ ਮਹੀਨੇ ਦਾ, ਉਹ ਪ੍ਰਯਾਗਰਾਜ 'ਚ ਸਨਾਤਨ ਮਤ ਵਾਲੇ ਜਾਂਦੇ ਆ। ਅਤੇ ਹੁਣ ਕਲਯੁਗ ਦੇ ਅਵਤਾਰ ਗੁਰੂ ਨਾਨਕ ਸਾਹਿਬ ਆ, ਭਵਿੱਖਤ ਪੁਰਾਣ 'ਚ ਵੀ ਲਿਖਿਆ ਸੀ ਕਿ ਆਪ ਪਰਮੇਸ਼ਰ ਅਵਤਾਰ ਆਉਣਗੇ। ਸੋ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ। ਸੋ 33 ਕਰੋੜ ਦੇਵਤੇ, 9 ਕਰੋੜ ਦੇਵੀਆਂ, ਈਸੇ ਮੂਸੇ ਇਬਰਾਹਿਮ ਸਭ ਨੇ ਸੀਸ ਝੁਕਾਇਆ, ਜੈ ਜੈਕਾਰ ਕੀਤੀ, ਹੈ ਜਪ ਸਭ ਹੈ ਸਭ ਜਗ ਪਿਓ, ਜੈ 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 ਸੁਰਲੋਕ। ਅਤੇ ਗੁਰੂ ਨਾਨਕ ਸਾਹਿਬ
ਸਾਰੇ ਜਗਤ ਦੇ ਗੁਰੂ ਆ, ਇਹ ਇਕੱਲੇ ਸਿੱਖਾਂ ਦੇ ਹੀ ਨਹੀਂ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ ਸਕਦੇ। ਚ ਪ੍ਰਭੂ, ਅੱਲਾ, ਰਾਮ ਸਭ ਲਿਖਿਆ ਆ। ਔਰ ਸਾਰੇ ਦਰਬਾਰ ਸਾਹਿਬ ਜਾਂਦੇ ਵੀ 4 ਦਰਵਾਜ਼ੇ ਖੁੱਲ੍ਹੇ ਆ। ਬਾਹਮਣ, ਛਤਰੀ, ਛੂਤ, ਵੈਸ ਲਈ 4 ਦਰਵਾਜ਼ੇ ਖੁੱਲ੍ਹੇ, ਹਿੰਦੂ, ਮੁਸਲਿਮ, ਸਿੱਖ, ਈਸਾਈ ਲਈ। ਸੋ ਸਾਰਿਆਂ ਲਈ ਇਸ ਤੀਰਥਾਂ 'ਤੇ ਇਸ਼ਨਾਨ ਕਰੀਏ, ਮੁਕਤਸਰ ਜਾ ਕੇ ਇਸ਼ਨਾਨ ਕਰੀਏ, ਮੁਕਤੀ ਪ੍ਰਾਪਤ ਕਰੀਏ। ਅਤੇ ਸਭ ਦਾ ਪ੍ਰਧਾਨ ਤੀਰਥ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਮੱਸਿਆ ਨਹਾਉਣੀ ਚਾਹੀਦੀ ਆ। ਅਤੇ ਕਈ ਲੋਕ ਐਤਵਾਰ ਵੀ ਨਹਾਉਂਦੇ ਆ, ਐਤਵਾਰ ਵੀ ਨਹਾ ਸਕਦੇ, ਸ਼ਹੀਦਾਂ ਦਾ ਦਿਨ ਹੁੰਦਾ। ਅਤੇ ਸਰੀਰ ਦੇ ਰੋਗ ਵੀ ਜਾਂਦੇ ਆ। ਅਤੇ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ, ਇੱਥੇ ਬਾਣੀ ਸੁਣਾਂਗੇ, ਅਰਦਾਸ ਕਰਾਂਗੇ ਅਤੇ ਪੂਰਨ ਸਾਧੂਆਂ ਦਾ ਵੀ ਮੇਲ ਕਰਾ ਦੇਣਗੇ। ਅਤੇ ਫਿਰ ਸਾਡਾ ਜੀਵਨ ਸਫਲ ਆ ਕਿ ਸਾਡੇ ਵਿਸ਼ੇ ਵਿਕਾਰ ਵੀ ਚਲੇ ਜਾਣਗੇ ਸਾਧੂਆਂ ਦੀ ਸੰਗਤ ਵਿੱਚੋਂ। ਸੋ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਸਾਰਾ ਕੁਛ ਹੋ ਸਕਦਾ ਹੈ। ਸੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ, ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ, ਪਿਆਰੀ ਪਿਆਰੀ ਸਿੱਖੀ, ਆਪਣੀ ਰਹਿਤ ਮਰਿਆਦਾ ਬਖਸ਼ੋ, ਅਤੇ ਉੱਥੇ ਸਾਧੂਆਂ ਦੀ ਸੰਗਤ ਵੀ ਬਖਸ਼ੋ, ਅਤੇ ਤੀਰਥਾਂ 'ਤੇ ਇਸ਼ਨਾਨ ਵੀ ਕਰਨੇ ਮਹਾਰਾਜ ਬਖਸ਼ੋ। ਸੋ ਇੰਨੇ ਗੁਣ ਮਹਾਰਾਜ ਤੋਂ ਮੰਗਦੇ ਹਾਂ। ਆਓ ਆਖਰੀ ਪੰਕਤੀ ਪੜ੍ਹ ਕੇ ਇਹ ਮਹੀਨਾ ਸਫਲ ਹੋਵੇ ਸਾਡਾ। ਪੁੰਨ ਦਾਨ ਪੂਜਾ ਪਰਮੇਸ਼ਰ, ਜੁਗ ਜੁਗ ਏਕੋ ਜਾਤਾ, ਨਾਨਕ ਮਾਘ ਮਹਾਰਸ ਹਰ ਜਪ, 68 ਤੀਰਥ ਨਹਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਹੁਣ ਸਾਧ ਸੰਗਤ ਜੀ, ਇਹ ਸੀ ਤੁਖਾਰੀ ਰਾਗ ਦੀ ਕਥਾ। ਹੁਣ ਅਸੀਂ ਮਾਝ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੰਗਤ ਨੇ ਬੇਨਤੀ ਕੀਤੀ ਸੀ, ਮੰਜੀ ਸਾਹਿਬ ਦੀਵਾਨ ਸਾਹਿਬ ਦੇ ਸਾਹਮਣੇ ਥੜਾ ਸਾਹਿਬ 'ਤੇ ਬੈਠ ਕੇ ਮਹਾਰਾਜ ਜੀ ਨੂੰ, ਕਿ ਤੁਸੀਂ ਹਰ ਮਹੀਨਾ ਸਾਨੂੰ ਵਿਪਰਾਂ ਪਾਸੋਂ ਸੁਣਨਾ ਪੈਂਦਾ, ਤੁਸੀਂ ਕਿਰਪਾ ਕਰੋ, ਕੋਈ ਬਾਣੀ ਉਚਾਰਨ ਕਰੋ, ਮਹੀਨਾ ਸਫਲ ਹੋ ਜਾਏ। ਤੋਂ ਮਹਾਰਾਜ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਵੱਡੇ ਸਤਿਗੁਰਾਂ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਤੁਖਾਰੀ ਰਾਗ ਵਿੱਚ 12 ਮਹਾ ਉਚਾਰਨ ਕੀਤਾ, ਪੜ੍ਹ ਲਿਆ ਕਰੋ। ਪਰ ਸੰਗਤ ਨੇ ਕਿਹਾ, ਮਹਾਰਾਜ ਉਹ ਥੋੜ੍ਹਾ ਕਠਿਨ ਆ, ਬ੍ਰਿਜ ਖੜੀ ਬੋਲੀ 'ਚ ਆ। ਮਹਾਰਾਜ ਕਹਿੰਦੇ ਉਹ ਮੂਲ ਰੂਪ ਆ, ਅਸੀਂ ਟੀਕਾ ਰੂਪ ਉਚਾਰਨ ਕਰ ਦਿੰਦੇ ਹਾਂ। ਮਾਝ ਰਾਗ ਜੋ ਅੱਜ ਪੜ੍ਹਿਆ ਜਾਂਦਾ ਆ ਸਾਰੇ ਗੁਰਦੁਆਰਿਆਂ 'ਚ ਮਹੀਨਾ ਸੰਗਰਾਂਦ ਵਾਲੇ ਦਿਨ, ਉਹ ਮਹਾਰਾਜ ਨੇ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਥੜਾ ਸਾਹਿਬ 'ਤੇ ਬੈਠ ਕੇ ਉਚਾਰਨ ਕੀਤਾ। ਇਹ ਟੀਕਾ ਰੂਪ ਆ। ਅਤੇ ਆਓ ਹੁਣ ਮਾਝ ਰਾਗ ਦੀ ਕਥਾ ਅਸੀਂ ਪ੍ਰਾਰੰਭ ਕਰਦੇ ਹਾਂ। ਵਾਹਿਗੁਰੂ 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 ਵਾਹਿਗੁਰੂ। ਮਾਘ ਮੱਜਨ ਸੰਗ ਸਾਧੂਆ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਸੱਚੈ ਮਾਰਗ ਚਲਦਿਆ, ਉਸਤਤ ਕਰੇ ਜਹਾਨ, 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ, ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਹੈ, ਜਿਨ ਪੂਰਾ ਗੁਰ ਮਿਹਰਬਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ ਹੈ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਤੁਖਾਰੀ ਰਾਗ ਦੀ ਕਥਾ ਸੁਣਾਈ। ਹੁਣ ਗੁਰੂ ਸਾਹਿਬ ਦੀ ਕਿਰਪਾ ਦਾ ਸਦਕਾ ਇਹ ਮਾਝ ਰਾਗ ਜੋ ਆਮ ਗੁਰਦੁਆਰਿਆਂ 'ਚ ਪ੍ਰਚਲਿਤ ਆ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਕੀ ਉਪਦੇਸ਼ ਕਰਦੇ ਆ, ਉਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਦੇ ਸੀਗੇ। ਹੁਣ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਮਹਾਰਾਜ ਮਾਝ ਰਾਗ ਵਿੱਚ ਸੰਗਤ ਨੂੰ ਇਉਂ ਸਮਝਾਉਣਾ ਕਰਦੇ ਆ। ਮਾਘ ਮਹੀਨੇ ਵਿੱਚ ਗੁਰਦੇਵ ਜੀ ਜਗਿਆਸੂ ਨੂੰ ਸਮਝਾਉਂਦੇ ਹਨ ਕਿ ਦੁਨੀਆ ਦੇ ਲੋਕ ਤਾਂ ਮਾਘ ਮਹੀਨੇ ਵਿੱਚ ਪ੍ਰਯਾਗਰਾਜ ਆਦਿਕ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਅਤੇ ਦਾਨ ਪੁੰਨ ਆਦਿ ਕਰਦੇ ਹਨ, ਪਰ ਤੈਨੂੰ ਚਾਹੀਦਾ ਹੈ ਸਤਸੰਗ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਕੇ ਪ੍ਰਭੂ ਦੇ ਨਾਮ ਨੂੰ ਸੁਣ ਕੇ ਧਿਆਉਣਾ ਕਰ, ਜਿਸ 'ਤੇ ਤੇਰੀ ਜਨਮ ਜਨਮਾਂਤਰਾਂ ਦੀ
ਮੈਲ ਉਤਰ ਜਾਏਗੀ। ਸੋ ਗੁਰੂ ਰੂਪੀ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਪੰਚਮ ਗੁਰੂ ਨਾਨਕ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਵੇਂ ਸੁਖਮਨੀ ਸਾਹਿਬ ਵੀ ਸਮਝਾਉਣਾ ਕਰਦੇ ਆ ਕਿ ਸੰਤਾਂ ਤੋਂ ਨਫ਼ਰਤ ਨਾ ਕਰ, ਸਾਧੂਆਂ ਤੋਂ ਨਫ਼ਰਤ ਨਾ ਕਰ। ਜਿਵੇਂ ਅਸੀਂ ਸਕੂਲੇ ਪੜ੍ਹਦੇ ਸੀ, ਇੱਕ ਲੜਕੀ ਪੂਰੇ ਸਕੂਲ ਨੂੰ ਟੌਪ ਕਰਦੀ ਸੀ ਅਤੇ ਲੋਕ ਉਹ ਤੋਂ ਈਰਖਾ ਕਰਦੇ ਸੀ, ਉਹਦੇ ਕੋਲ ਨਹੀਂ ਸੀ ਬੈਠਦੇ। ਸੋ ਅਸੀਂ ਗਧੇ ਬੱਚਿਆਂ ਨੂੰ ਸਮਝਾਉਂਦੇ ਸੀ ਕਿ ਜਿਹੜਾ ਹੁਸ਼ਿਆਰ ਬੱਚੇ ਉਹਨਾਂ ਦੀ ਸੰਗ 'ਚ ਬੈਠੋ, ਉਹਨਾਂ ਤੋਂ ਈਰਖਾ ਨਾ ਕਰੋ, ਦੂਰ ਨਾ ਭੱਜੋ, ਜੁਆਇੰਟ ਸਟੱਡੀ ਵਿੱਚ ਫਾਇਦਾ ਆ। ਸੋ ਮਹਾਰਾਜ ਨੇ ਸਤਸੰਗ ਬਣਾਈ ਆ, ਜਿਵੇਂ ਉਹ ਸੰਸਾਰ ਦੀ ਵਿੱਦਿਆ ਸੀ, ਹੁਣ ਇੱਥੇ ਬ੍ਰਹਮ ਵਿੱਦਿਆ ਆ। ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਵਿੱਚ ਬੈਠੋ, ਕਿਉਂਕਿ ਸੰਤ ਉਹ ਹੁੰਦੇ ਜਿਨ੍ਹਾਂ ਨੇ ਕਾਮ ਕ੍ਰੋਧ ਹੰਕਾਰ ਬਸ ਕੀਤੇ ਹੁੰਦੇ ਆ, ਜਿਹੜੇ ਈਰਖਾ ਨਿੰਦਿਆ ਮਾਇਆ ਰੂਪੀ ਮੋਹ ਤੋਂ ਪਰੇ ਹਟ ਜਾਂਦੇ ਆ। ਅਤੇ ਉਹ ਸੰਤ ਹੁੰਦੇ ਜਿਹੜੇ ਜੀਂਦੇ ਮੁਕਤ ਹੁੰਦੇ ਆ। ਸੋ ਜਿਹੜੇ 8 ਪਹਿਰ ਧਿਆਉਂਦੇ ਆ, ਸਿੱਖ ਦੇ ਕਰਮ ਆ ਜੋ ਪਹਿਲਾਂ ਸੱਚੀ ਸੁੱਚੀ ਕਿਰਤ ਕਰਨੀ ਅਤੇ ਸਤਸੰਗ ਵਿੱਚ ਆ ਕੇ ਬੈਠਣਾ। ਸਤਸੰਗ ਕਰਦੇ ਕਰਦੇ ਜਦੋਂ ਪੁੰਨ ਇਕੱਠੇ ਹੋ ਜਾਂਦੇ ਆ, ਫਿਰ ਮਹਾਰਾਜ ਕਿਸੇ ਨਾਮ ਰਸੀਏ ਪੁਰਸ਼ ਨਾਲ ਮਿਲਾਪ ਕਰ ਦਿੰਦੇ, ਸਾਧੂਆਂ ਦੀ ਸੰਗਤ ਕਰਾ ਦਿੰਦੇ ਆ। ਜਿਵੇਂ ਗਾਂਕਾ ਨੂੰ ਸਾਧੂ ਮਿਲੇ ਸੀ ਅਤੇ ਉਹਨੂੰ ਤਾਰਤਾ ਸੀ। ਕਿਸੇ ਵੀ ਜਨਮ 'ਚ, ਕਿਸੇ ਵੀ ਯੁੱਗ ਅੰਦਰ ਨਾਮ ਰਸੀਏ ਪੁਰਸ਼ ਪੂਰਨ ਸਾਧੂ ਮਹਾਂ ਬ੍ਰਹਮ ਗਿਆਨੀਆਂ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ। ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਆ, ਕਰਹਿ ਭਗਤ ਆਤਮ ਕੈ ਚਾਹੇ ਪ੍ਰਭ ਆਪਣੇ ਸਿਰ ਰਹੇ ਸਮਾਏ, ਜੋ ਹੋਆ ਹੋਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, 8 ਪਹਿਰ ਪ੍ਰਭ ਬਸੈ ਹਜੂਰੇ, ਕਹੋ ਨਾਨਕ ਸੇ ਜਨ ਪੂਰੇ। ਮਹਾਰਾਜ ਕਹਿੰਦੇ ਉਹ ਪੂਰੇ ਆ ਜਿਹੜੇ 8 ਪਹਿਰ ਪ੍ਰਮਾਤਮਾ ਦਾ ਨਾਮ ਜਪਦੇ, ਉਹਨੂੰ ਸੰਤ ਕਹਿੰਦੇ ਆ। ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ, ਜਿਨ ਜਨ ਆਪਣਾ ਪ੍ਰਭੂ ਛਾਤਾ, ਸੋ ਜਨ ਸਰਬ ਸੁਖ ਕਾ ਦਾਤਾ, ਤਿਸ ਕੀ ਸਨ ਸਰਬ ਸੁਖ ਪਾਵੇ, ਤਿਸ ਕੈ ਦਰ ਸਭ ਪਾਪ ਮਿਟਾਵੇ, ਅਵਰ ਸਿਆਨਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਤ ਪੈਰਾ। ਉਹਨਾਂ ਸਾਧੂਆਂ ਦੇ, ਉਹਨਾਂ ਦੇ ਸੰਤਾਂ ਦੇ ਪੈਰ ਪੂਜੋ, ਉਹਨਾਂ ਦੀ ਸੰਗਤ ਵਿੱਚ ਜਾਓ, ਉਹਨਾਂ ਦੇ ਵਚਨ ਸੁਣੋ ਤਾਂ ਮੁਕਤੀ ਪ੍ਰਾਪਤ ਕਰੋਗੇ। ਗੁਰੂ ਅਰਜਨ ਦੇਵ ਜੀ ਖੁਦ ਸੁਖਮਨੀ ਸਾਹਿਬ 'ਚ ਕਹਿੰਦੇ ਆ, ਪਰ ਇਹ ਸਾਖਤ ਮਨਮੁਖ ਲੋਕ ਦਾੜੀ ਕੇਸ ਰੱਖ ਕੇ ਗਾਤਰੇ ਪਾ ਕੇ ਸਿੱਖਾਂ ਦੀ ਕੌਮ 'ਚ ਆ ਬੜੇ ਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੀਤੇ ਹੋਏ ਟਕਸਾਲੀ ਦਮਦਮਾ ਸਾਹਿਬ ਤੋਂ ਇਹ ਦਮਦਮੀ ਟਕਸਾਲ ਦੇ ਜੋ ਅਰਥ ਹੈ, ਇਹਨਾਂ ਦੇ ਖਿਲਾਫ ਬਾਜੇ ਵਜਾਉਂਦੇ ਫਿਰਦੇ ਆ, ਸੰਗਤ ਨੂੰ ਤੋੜਦੇ ਆ, ਕਹਿੰਦੇ ਸੰਤ ਬਾਬੇ ਭਜਾਓ, ਸੰਤਾਂ ਦੇ ਖਿਲਾਫ ਬੋਲਦੇ ਆ, ਸੰਤਾਂ ਦੀ ਨਿੰਦਿਆ ਕਰਦੇ ਆ। ਸੰਗਤ ਸਾਵਧਾਨ ਹੋਵੇ ਇਹਨਾਂ ਲੋਕਾਂ ਤੋਂ। ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ, ਮੁੜ ਮੁੜ ਜਨਮ ਮਰਨ ਦੇ ਗੇੜ 'ਚ ਪਾਓਗੇ। ਜਿਹੜੇ ਭਾਵੇਂ 1000 ਵਾਰ ਅੰਮ੍ਰਿਤ ਛਕ ਲੈਣ, ਸਾਧੂਆਂ ਦੀ ਨਿੰਦਾ ਕਰਨ ਵਾਲੇ ਕਦੇ ਤਰਦੇ ਨਹੀਂ। ਨਿੰਦਾ ਭਲੀ ਕਾਹੂ ਕੀ ਨਾਹੇ ਬਾਣੀ 'ਚ ਲਿਖਿਆ। ਸੋ ਇਸ ਕਰਕੇ ਸੰਤਾਂ ਦੀ ਸ਼ਰਨ ਵਿੱਚ ਪੈਣਾ ਚਾਹੀਦਾ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਕਿਹਾ ਸੀ, ਜਦ ਬਾਬਾ ਬੁੱਢਾ ਜੀ ਦੀ ਸਵਾਰੀ ਆਵੇ, ਬੇਟਾ ਉਹ ਬ੍ਰਹਮ ਗਿਆਨੀ ਆ, ਉਹਨਾਂ ਨੇ ਗੁਰੂ ਨਾਨਕ ਸਾਹਿਬ ਵੱਡੇ ਸਤਿਗੁਰਾਂ ਤੋਂ ਲੈ ਕੇ ਸਾਰੇ ਗੁਰੂਆਂ ਦੀ ਸੰਗਤ ਮਾਣੀ ਆ, ਉਹਨਾਂ ਮੂਹਰੇ ਡੰਡੌਤ ਕਰਿਆ ਕਰਨੀ। ਅੱਜ ਵੀ ਉਹਨਾਂ ਦੀ ਰੋਜ਼ ਉਹਨਾਂ ਦੀ ਜਿਹੜੀ ਚੌਕੀ ਆਉਂਦੀ ਆ ਅਤੇ ਕੀਰਤਨ ਪ੍ਰਾਰੰਭ ਹੁੰਦਾ, ਉਹਦੀ ਚੌਕੀ ਆਉਂਦੀ ਤਾਂ ਕੀਰਤਨ ਸਮਾਪਤ ਹੁੰਦਾ ਸਦਾ ਵਾਸਤੇ। ਸੋ ਸੰਤਾਂ ਦੀ ਜੈ ਜੈਕਾਰ ਕਰਾਈ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸੋ ਉਹਨਾਂ ਦੀ ਮਹਿਮਾ ਇਸ ਮਾਘ ਦੇ ਮਹੀਨੇ 'ਚੋਂ ਦੱਸਦੇ ਆ। ਆਓ ਵਿਚਾਰ ਕਰੀਏ ਗੁਰ ਸ਼ਬਦ ਦੀ। ਮਾਘ ਮੱਜਨ ਸੰਗ ਸਾਧੂਆ, ਧੂੜੀ ਕਰ ਇਸਨਾਨ। ਮਾਘ ਦੁਆਰਾ ਕਥਨ ਕਰਦੇ ਹਨ, ਜਿਵੇਂ ਮਾਘ ਦੇ ਮਹੀਨੇ ਲੋਕ ਪ੍ਰਯਾਗਰਾਜ ਜਾ ਕੇ ਤ੍ਰਿਵੇਣੀ, ਗੰਗਾ ਜਮਨਾ ਸਰਸਵਤੀ ਦਾ ਸੰਗਮ ਆ, 3 ਨਦੀਆਂ ਇੱਥੇ ਮਿਲਦੀਆਂ ਹੈ, ਵਿੱਚ ਇਸ਼ਨਾਨ ਦਾ ਅਧਿਕ ਮਹਾਤਮ ਸਮਝਦੇ ਹਨ ਸਨਾਤਨ ਮਤ 'ਚ। ਤੁਲਸੀਦਾਸ ਜੀ ਨੇ ਵੀ ਰਮਾਇਣ 'ਚ ਲਿਖਿਆ ਸੀ, ਜਦ ਤੋਂ ਜਗ ਬਣਿਆ, ਸੰਸਾਰ ਬਣਿਆ, ਉੱਤੋਂ ਹੀ ਲੋਕ ਇਸ਼ਨਾਨ ਕਰਦੇ, ਸੰਗਰਾਂਦ ਮਨਾਈ ਜਾਂਦੀ ਸੀ। ਸੂਰਜ ਆਪਣੀ ਇੱਕ ਰਾਤ ਤੋਂ ਦੂਜੀ ਰਾਤ 'ਚ ਪ੍ਰਵੇਸ਼ ਕਰਦਾ। ਹਰ ਸੰਗਰਾਂਦ 'ਤੇ ਟੈਂਪਰੇਚਰ, ਤਾਪਮਾਨ ਵਿੱਚ ਤਬਦੀਲੀ ਆਉਂਦੀ, ਸਰੀਰ 'ਤੇ ਅਸਰ ਹੁੰਦਾ ਅਤੇ ਲੋਕ ਨਾਮ ਨਾਲ ਜੁੜਦੇ ਸੀ। ਸੋ ਇਸ ਕਰਕੇ ਤਿਵੇਂ ਸਾਧੂਆਂ ਦੇ ਨਾਲ ਮਿਲ ਕੇ ਜੋ ਪੁਰਸ਼ ਉਹਨਾਂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਦਾ ਹੈ, ਸਾਧੂਆਂ ਸੰਤਾਂ ਨੂੰ ਨਾਲ ਮਿਲ ਕੇ ਉਹਨਾਂ ਦੀ ਚਰਨ ਧੂੜੀ 'ਤੇ ਨਹਾਉਣ ਦਾ ਅਰਥ ਹੈ ਉਹਨਾਂ ਦੇ ਦੱਸੇ ਮਾਰਗ 'ਤੇ ਜਿਹੜਾ ਚੱਲਦਾ ਆ, ਉਹਨਾਂ ਦੀ ਸੰਗਤ ਦਾ ਨਿੱਘ ਮਾਣਦਾ ਆ। ਢੂੰਡ ਸੰਤ ਸੱਜਣ ਪੱਕਿਆਂ, ਕਚੜਿਆਂ ਸੋ ਤੋੜ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਉਨੀ ਮੰਦੇ ਪੈ ਨਾ ਰੱਖਿਓ, ਕਰ ਸੁਕਰੇ ਧਰਮ ਕਮਾਏ, ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜ੍ਹਾ ਖਾਇਆ। ਜਿਹੜੇ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਂਦੇ, ਮਹਾਰਾਜ ਕਹਿੰਦੇ ਜਿਹੜੇ ਈਰਖਾ ਨਿੰਦਾ ਪਰਪਵਾਦ ਤੋਂ ਬਚਦੇ ਅਤੇ ਬਚਾਉਂਦੇ, ਜਿਹੜੇ ਕਾਮ ਕ੍ਰੋਧ ਹੰਕਾਰ ਤੋਂ ਦੂਰ ਰਹਿੰਦੇ, ਉਹਨਾਂ ਨੂੰ ਸੰਤ ਕਿਹਾ ਜਾਂਦਾ। ਸੋ ਉਹਨਾਂ ਦੀ ਸੰਗਤ ਢੂੰਡ ਸੰਤ ਸੱਜਣ ਪੱਕਿਆਂ, ਪਰਮਾਤਮਾ ਨਾਲ ਜਿਹਨਾਂ ਦੀ ਡੋਰ ਪੱਕੀ ਆ, ਕੱਚੀ ਨਹੀਂ, ਉਹਨਾਂ ਦੀ ਪ੍ਰੀਤ ਜੁੜੀ ਹੋਈ। ਸੰਤ ਨਾ ਛੋੜੇ ਸੰਤ ਹੀ, ਜੇ ਕੋਟਕ ਮਿਲੇ ਅਸੰਤ, ਕਰੋੜਾਂ ਹੀ ਮਨਮੁਖ ਲੱਜ ਪੈਣ। ਪਰ ਸਾਧੂਆਂ ਨੇ ਜੁੜੇ ਹੋਏ ਬੰਦੇ ਵੀ ਪੱਕੇ ਹੁੰਦੇ ਅਤੇ ਸਾਧੂ
ਆਪ ਮੁਕਤ ਤੇ ਦੂਜਿਆਂ ਨੂੰ ਮੁਕਤ ਕਰਾ ਲੈਂਦੇ ਆ। ਜਿਹੜੇ ਖੁਦ ਕਾਮ ਖਾਰ ਈਰਖਾ ਝੂਠ ਵਿੱਚ ਫਸੇ ਪਏ ਆ, ਖੁਦ ਨਿੰਦਿਆ ਦੇ ਚੁਗਲੀ ਦੇ ਵਿੱਚ ਫਸੇ ਪਏ, ਉਹ ਖੁਦ ਤਾਂ ਮਰ ਜੰਮੇ ਵਾਰੋ ਵਾਰ ਮਰਦੇ ਰਹਿਣਗੇ, ਜੰਮਦੇ ਰਹਿਣਗੇ। ਪਰ ਪੂਰਨ ਸਾਧੂ ਜਿਹੜੇ ਆ ਉਹ ਪੂਰਨ ਸਾਧੂਆਂ ਦੀ ਸੰਗਤ ਕਰਨ ਵਾਲੇ ਤਰ ਜਾਣਗੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਮਹਾਰਾਜ ਕਹਿੰਦੇ ਤੈਨੂੰ ਚਾਹੀਦਾ ਹੈ ਸਤਸੰਗ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜੀ ਵਿੱਚ ਪੁੰਨ ਦਾਨ ਕਰਦੇ ਹਨ ਮਹਾਰਾਜ ਮਾਘ ਦੇ ਮਹੀਨੇ ਜਿਹੜੇ। ਪਰ ਤੈਨੂੰ ਚਾਹੀਦਾ ਕਿ ਸਤਸੰਗ ਵਿੱਚ ਜਾ ਕੇ ਸੰਤਾਂ ਦੀ ਚਰਨ ਧੂੜੀ ਪ੍ਰਾਪਤ ਕਰਕੇ ਪ੍ਰਭੂ ਦੇ ਨਾਮ ਨੂੰ ਸੁਣ ਕੇ ਧਿਆਉਣਾ ਕਰ, ਜਿਸ ਤੇ ਤੇਰੀ ਜਨਮ ਜਨਮਾਂਤਰਾਂ ਦੀ ਮੈਲ ਉਤਰ ਜਾਏਗੀ। ਪ੍ਰਤੱਖ ਵੀ ਜਿਵੇਂ ਦਰਬਾਰ ਸਾਹਿਬ ਤੀਰਥ ਆ, ਸੰਤ ਉੱਥੇ ਬ੍ਰਹਮ ਗਿਆਨੀ ਸਾਧੂ ਸੰਤ ਮਹਾਤਮਾ ਵੀ ਜਾ ਕੇ ਇਸ਼ਨਾਨ ਕਰਦੇ ਆ। ਸੋ ਤੀਰਥ ਦਾ ਜਲ ਵੀ ਅੰਮ੍ਰਿਤ ਆ, ਵਾਈਬ੍ਰੇਸ਼ਨ ਦੁਆਰਾ ਕੀਰਤਨ ਹੋਣ ਕਰਕੇ। ਤੇ ਸਾਧੂ ਪ੍ਰਤੱਖ ਵੀ ਉਹਨਾਂ ਦੀ ਚੰਡ ਧੂੜ ਦਰਬਾਰ ਸਾਹਿਬ ਜਾਂਦੇ ਆ, ਇੰਨੇ ਸਾਧੂ ਉਹਨਾਂ ਦੀ ਚੰਡ ਧੂੜ ਵੀ ਮੱਥੇ ਤੇ ਪੈਂਦੀ ਆ। ਪ੍ਰਤੱਖ ਸੰਗਤ ਵਿੱਚ ਹੀ ਸਾਰੇ ਸਾਧੂ ਬ੍ਰਹਮ ਗਿਆਨੀ ਸਿੱਖ ਗੁਰਸਿੱਖ ਸਾਰੇ ਸੰਗਤ ਵਿੱਚ ਹੀ ਹੁੰਦੇ ਆ। ਸੋ ਇਸ ਕਰਕੇ ਬੜਾ ਮਹਾਤਮ ਆ ਸਾਧੂਆਂ ਦੀ ਸੰਗਤ ਵਿੱਚ ਜਾਣ ਦਾ ਮਹਾਰਾਜ ਕਹਿੰਦੇ। ਸੋ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਆ ਵੀ ਸਾਧੂਆਂ ਦੇ ਨਾਲ ਮਿਲ ਕੇ ਜੋ ਪੁਰਸ਼ ਉਹਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਦਾ ਹੈ, ਉਸ ਨੂੰ ਘਰ ਬੈਠਿਆਂ ਹੀ ਮੱਜਨ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਵੀ ਉਹਨੂੰ ਪੁੰਨ ਫਲ ਦਾ ਪ੍ਰਾਪਤ ਹੋ ਜਾਂਦਾ, ਜਿਹੜੇ ਸਾਧੂਆਂ ਦੀ ਸੰਤਾਂ ਦੀ ਸੰਗਤ ਵਿੱਚ ਬੈਠਦੇ ਆ। ਅਤੇ ਮਹਾਰਾਜ ਕਹਿੰਦੇ ਉਂਝ ਵੀ ਅਸੀਂ ਦੱਸ ਚੁੱਕੇ ਹਾਂ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਘੀ ਦੇ ਮਹੀਨੇ ਲਿਖਿਆ ਵਧਾਵਾ ਪਾੜਿਆ ਮਹਾ ਸਿੰਘ ਦਾ, ਚਾੜੀ ਮੁਕਤਿਆਂ ਨੂੰ ਸੱਚਖੰਡ ਨੂੰ ਤੋਰਿਆ। ਅਤੇ ਜੇ ਕੋਈ ਗੁਰ ਤੇ ਬੇਮੁਖ ਹੋਣ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਹੋਵੇ ਵੇਖੀਆ ਜਾਏ ਨੇਕ ਜੋਨੀ ਭਰਮ ਆਵੇ ਮੈਨੂੰ ਸਤਿਗੁਰੂ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਾਣੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਮੈਨੂੰ ਸਤਿਗੁਰੂ ਮੁਕਤ ਨਾ ਪਾਏ। ਸੋ ਪ੍ਰਤੱਖ ਵੀ ਮਹਾਰਾਜ ਨੇ ਸਰੋਵਰ ਦਾ ਟੱਕ ਲਾ ਕੇ ਕਿਹਾ, ਜਿਹੜਾ ਜਪਜੀ ਸਾਹਿਬ ਦਾ ਪਾਠ ਕਰਕੇ ਸਰੋਵਰ 'ਚ ਇਸ਼ਨਾਨ ਕਰੂਗਾ ਮੁਕਤੀ ਪ੍ਰਾਪਤ ਕਰੂਗਾ ਭਾਈ। ਸੋ ਰੋਗਾਂ ਤੋਂ ਮੁਕਤੀ, ਸਰੋਵਰਾਂ 'ਤੇ ਇਸ਼ਨਾਨ ਕਰਨਾ, ਸਰੀਰ ਦੇ ਰੋਗ ਵੀ ਭੱਜਦੇ ਆ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਪਾਪ ਕਰਮਾਂ ਰੂਪੀ ਪਾਪਾਂ ਕਰਕੇ ਪਾਪ ਕਰਮਾਂ ਕਰਕੇ ਸਾਡਾ ਸਰੀਰ ਰੋਗੀ ਹੁੰਦਾ ਆ। ਅਤੇ ਜਦੋਂ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਮਹਾਰਾਜ ਜੀ ਦਾ ਸਰੋਵਰ ਵੀ ਸਰੀਰ ਨੂੰ ਤੰਦਰੁਸਤ ਕਰਦਾ। ਜਿਵੇਂ ਸਾਡੀ ਲੱਤ ਗੜ ਚੱਲੀ ਸੀ ਅਤੇ ਭਾਰਦਵਾਜ ਇੱਕ ਨਾਸਤਕ ਸੀ, ਉਹਨੂੰ ਕੈਂਸਰ ਸੀ। ਡਾਕਟਰਾਂ ਨੇ ਕਿਹਾ ਸੈੱਲ ਬਹੁਤ ਵੱਧ ਗਏ ਆ, 15 ਦਿਨਾਂ 'ਚ ਤੇਰੀ ਮੌਤ ਆ। ਅਤੇ ਉਹਦੀ ਸਾੜੀ ਨੇ ਕਿਹਾ ਇੱਕ ਵਾਰ ਗੁਰੂ ਰਾਮਦਾਸ ਦੇ ਸਰੋਵਰ 'ਚ ਜਾ ਕੇ ਗੁਰੂ ਰਾਮਦਾਸ ਸਰੋਵਰ 'ਚ ਇਸ਼ਨਾਨ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣੀ, ਸੁਖਮਨੀ ਸਾਹਿਬ ਦਾ ਪਾਠ ਅਖੰਡ ਪਾਠ ਚੱਲਦਾ ਸੀ ਸ਼ਾਮ ਨੂੰ, ਕੰਨਾਂ 'ਚ ਪਿਆ ਅਤੇ ਉਹਦੇ ਕੰਨ ਖੁੱਲ੍ਹ ਗਏ। ਅਤੇ ਸਾਰੇ 5 ਇਸ਼ਨਾਨ ਕਰਕੇ ਦਰਬਾਰ ਸਾਹਿਬ ਇਸ਼ਨਾਨ ਕਰਕੇ 5 ਵਾਰ ਇਸ਼ਨਾਨ ਕੀਤੇ ਉਹਨੇ ਸਵੇਰੇ ਸ਼ਾਮ। ਅਤੇ ਫਿਰ ਪਾਠ ਦਾ ਭੋਗ ਪਾ ਕੇ ਜਦੋਂ ਬੰਬੇ ਟਾਟਾ ਮੈਮੋਰੀਅਲ ਹੌਸਪੀਟਲ ਗਿਆ ਅਤੇ ਚੈੱਕ ਕਰਾਇਆ ਅਤੇ ਸਾਰੇ ਸੈੱਲ ਗਾਇਬ ਹੋ ਗਏ। ਅੱਜ ਵੀ ਉੱਥੇ ਪ੍ਰਤੱਖ ਕਈਆਂ ਦੇ ਰੋਗ ਹਟਦੇ ਆ। ਉਹ ਸਾਧ ਸੰਗਤ ਜੀ 68 ਤੀਰਥਾਂ ਦਾ ਪ੍ਰਧਾਨ ਸਰੋਵਰ ਕਲਯੁੱਗ ਦੇ ਅੰਦਰ, ਜਿਵੇਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦੀ ਸਾਖੀ ਵਿੱਚ ਭਾਈ ਗੁਰਦਾਸ ਜੀ ਨੇ ਵਿਦਵਾਨ ਪੰਡਤਾਂ ਨੂੰ, ਜਿਹੜੇ ਕਾਸ਼ੀ ਵਿੱਚ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਆਏ ਸੀ, ਉਹਨਾਂ ਨੂੰ ਦੱਸਿਆ ਸੀ ਕਿ ਵਾਹਿਗੁਰੂ ਵਾਹਿਗੁਰੂ ਜਪਣਾ, ਕਿਉਂਕਿ 4 ਯੁਗਾਂ ਦਾ ਜਾਪ ਆ। ਵਾਹ ਤੋਂ ਵਾਸੁਦੇਵ ਸਤਯੁਗ ਦੇ ਅੰਦਰ ਅਤੇ ਤ੍ਰੇਤੇ ਅੰਦਰ, ਹਾਹੇ ਤੋਂ ਹਰੀ ਹਰੀ ਦੁਆਪਰ ਅੰਦਰ, ਰਾਰੇ ਤੋਂ ਰਾਮ ਰਾਮ ਅਤੇ ਕਲਯੁਗ ਅੰਦਰ ਗੱਗਾ ਗੁਰੂ ਨਾਨਕ, ਗੱਗਾ ਗੁਰੂ ਗੋਬਿੰਦ ਸਿੰਘ ਜੀ ਦਾ। ਸੋ ਇਸ ਤਰ੍ਹਾਂ 4 ਯੁਗਾਂ ਦੇ ਜਾਪ ਮਹਾਰਾਜ ਨੇ ਇਕੱਠਾ ਕਰਕੇ ਵਾਹਿਗੁਰੂ ਬਣਾਤਾ। ਰਾਮ ਰਾਮ ਜਪਣ ਨਾਲੋਂ 'ਚ ਫਾਇਦਾ। ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਮ ਵੀ ਆ, ਅੱਲਾ ਵੀ ਆ, ਪ੍ਰਭੂ ਵੀ ਆ, ਸਾਰੇ ਫਰੀਦ ਸਾਹਿਬ ਬੇਣੀ ਪੰਡਤ ਜੀ, ਫਰੀਦ ਮੁਸਲਮਾਨ ਮਜ਼ਹਬ ਵਿੱਚੋਂ ਭਗਤ ਹੋਏ ਆ। ਅਤੇ ਰਵਿਦਾਸ ਚਮਾਰਾਂ ਵਿੱਚੋਂ, ਛੀਂਬਿਆਂ ਵਿੱਚੋਂ, ਨਾਮਦੇਵ ਜੀ ਜੱਟਾਂ ਵਿੱਚੋਂ, ਧੰਨਾ ਜੱਟ, ਇਸ ਤਰ੍ਹਾਂ ਸਾਰੇ ਮੌਜੂਦ ਆ ਗੁਰੂ ਗ੍ਰੰਥ ਸਾਹਿਬ ਦੇ ਅੰਦਰ।
ਤੇ ਕ੍ਰਿਸਚਨ ਲੋਕ ਪ੍ਰਭੂ ਪ੍ਰਭੂ ਜਪਦੇ ਆ, ਪ੍ਰਭੂ ਤੋਂ ਪ੍ਰਭੂ ਵੀ ਬਾਣੀ ਅੰਦਰ ਲਿਖਿਆ। ਮੁਸਲਮਾਨ ਲੋਕ ਅੱਲਾ ਅੱਲਾ ਖੁਦਾ ਖੁਦਾ ਜਪਦੇ, ਅੱਲਾ ਖੁਦਾ ਵੀ ਬਾਣੀ 'ਚ ਲਿਖਿਆ। ਤੇ ਰਾਮ ਰਾਮ ਜਪਦੇ। ਹਿੰਦੂਆਂ ਦੀ ਰਮਾਇਣ ਮੁਸਲਮਾਨ ਨਹੀਂ ਪੜ੍ਹਦੇ, ਮੁਸਲਮਾਨ ਦੀ ਰਮਾਇਣ ਹਿੰਦੂ ਨਹੀਂ ਪੜ੍ਹਦੇ, ਕ੍ਰਿਸਚਨਾਂ ਦੀ ਬਾਈਬਲ ਹਿੰਦੂ ਮੁਸਲਿਮ ਨਹੀਂ ਪੜ੍ਹਦੇ। ਸੋ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਅੰਦਰ ਸਭ ਕੁਛ ਹੈ ਅਤੇ ਗੁਰੂ ਗ੍ਰੰਥ ਸਾਹਿਬ ਸਭ ਦੇ ਪੂਜਨੀय ਆ। ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਕੀਤਾ, 4 ਦਰਵਾਜ਼ੇ ਖੋਲ੍ਹਤੇ, ਉਪਦੇਸ਼ 4 ਵਰਨਾਂ ਕੋ ਸਾਂਝਾ ਕਰਾ, ਹਿੰਦੂ ਮੁਸਲਿਮ ਸਿੱਖ ਈਸਾਈ। ਅਤੇ ਦੂਜਾ ਬਾਹਮਣ ਛਤਰੀ ਛੂਤ ਵੈਸ ਸਾਰਿਆਂ ਲਈ ਦਰਵਾਜ਼ਾ ਖੁੱਲ੍ਹਾ ਆ। ਸੋ 68 ਤੀਰਥਾਂ ਦੇ ਪੁੰਨ ਦਾ ਫਲ, ਸ੍ਰੀ ਪ੍ਰਧਾਨ ਤੀਰਥ ਦਰਬਾਰ ਸਾਹਿਬ ਅਤੇ ਮੁਕਤਸਰ ਮਹਾਰਾਜ ਜੀ ਨੇ ਮੁਕਤੀ ਦਾ ਸਰੋਵਰ ਟੱਕ ਲਾ ਕੇ ਖੋਲ੍ਹਿਆ। ਉੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਮਾਘ ਦੇ ਮਹੀਨੇ ਮਹਾਰਾਜ ਜੀ ਨੇ 40 ਮੁਕਤਿਆਂ ਨੂੰ ਮੁਕਤ ਕਰਕੇ ਉਹਨਾਂ ਦਾ ਬਦਾਵਾ ਜੋ ਸਿੱਖੀ ਤੋਂ ਟੁੱਟ ਚੁੱਕੇ ਸੀ, ਤੂੰ ਨਹੀਂ ਸਾਡਾ ਗੁਰੂ, ਅਸੀਂ ਨਹੀਂ ਤੇਰੇ ਚੇਲੇ। ਅਸੀਂ ਵੀ ਸਾਧ ਸੰਗਤ ਜੀ ਦੇਖੋ ਕਿੰਨੇ ਵਧਾਵੇ ਦਿੱਤੇ ਆ। ਕੋਈ ਮਨਮੁਖ ਕੇਸ ਕਟਾਉਂਦਾ ਆ, ਕੋਈ ਬੀਬੀਆਂ ਪੂਰੇ ਸਰੀਰ ਦੇ ਵਾਰ ਝਾੜਦੀਆਂ ਦਵਾਈਆਂ ਲਾ ਲਾ ਕੇ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਣੀ ਆ। ਸੋ ਅਸੀਂ ਪਹਿਲਾਂ ਵੀ ਦੱਸਿਆ ਆ ਕਿ ਹਿੰਦੂ ਮਤ ਉਹ ਕ੍ਰਿਸ਼ਨ ਮਹਾਰਾਜ ਨੇ ਕੋਈ ਗਲਤੀ ਕਰਕੇ ਕਿਸੇ ਮਿੱਤਰ ਦੇ ਸਿਰ ਸਾਰਾ ਕੱਟ ਕੇ ਇਕੱਲੀ ਬੋਦੀ ਰਹਿਣਤੀ ਸੀ, 12 ਚੰਦਨ ਦੇ ਤਿਲਕ ਲਾਏ ਸੀ ਅਤੇ ਵੀਰਭੱਦਰ ਨੇ ਕਿਹਾ ਸੀ ਇਹ ਨਹੀਂ ਸੀ ਕਰਨਾ। ਕੇਸ ਰੱਬ ਦੀ ਮੋਹਰ ਆ ਅਤੇ 33 ਕਰੋੜ ਦੇ ਤੇ 9 ਕਰੋੜ ਦੇਵੀਆਂ, ਈਸਾ ਮੂਸਾ ਸਭ ਕੇਸਾਧਾਰੀ ਹੋਏ। ਕੇਸ ਕਿਉਂ ਕੱਟੇ? ਕਲਯੁਗ ਦੇ ਅੰਦਰ ਲੋਕਾਂ ਨੇ ਇਹਨੂੰ ਇੱਕ ਮਤ ਦਾ ਨਾਂ ਦੇ ਦੇਣਾ, ਤਾਂ ਇਹਨਾਂ ਨੇ ਹਿੰਦੂ ਮਤ ਦਾ ਨਾਂ ਦੇ ਦਿੱਤਾ। ਇਸੇ ਤਰ੍ਹਾਂ ਹਜ਼ਰਤ ਮੁਹੰਮਦ ਸਾਹਿਬ ਸ਼ਿਕਾਰ ਖੇਡਣ ਗਏ, ਇਸਤਰੀ 16 ਸ਼ਿੰਗਾਰ ਕਰਕੇ ਮਾਇਆ ਰੱਬ ਨੇ ਭੇਜਤੀ, ਉਹਨਾਂ ਪ੍ਰੇਮ ਹੋ ਜਾਂਦਾ ਆ। ਜੱਤ ਤੋਂ ਡੋਲ ਜਾਂਦੇ, ਉਹਨਾਂ ਦੀ ਘਰਵਾਲੀ ਨੇ ਉਹਨਾਂ ਦੀ ਸੁੰਨਤ ਕਰਤੀ ਸੀ ਅਤੇ ਉਹਨਾਂ ਨੇ ਕਹਿ ਦਿੱਤਾ ਆਪਣੇ ਪੈਰੋਕਾਰਾਂ ਨੂੰ ਵੀ ਸਾਰੇ ਸੁੰਨਤ ਕਰੋ ਅਤੇ ਇੱਕ ਤੋਂ ਵੱਧ ਇਸਤਰੀਆਂ ਰੱਖੋ, ਮੁਸਲਿਮ ਲਾ ਬਣਾ ਤਾ। ਸੋ ਇਸ ਤਰ੍ਹਾਂ ਸਰੀਰ ਦੀ ਕੱਟ ਵੱਢ ਕੈਂਚੀ ਉਸਤਰੇ ਵਿੱਚੋਂ ਮੁਸਲਮਾਨ ਬਣ ਗਏ, ਕੈਂਚੀ ਰਸਤੇ ਵਿੱਚੋਂ ਹਿੰਦੂ ਬਣ ਗਏ। ਧੰਨ ਗੁਰੂ ਨਾਨਕ ਸਾਹਿਬ ਨੇ ਆ ਕੇ ਦੁਨੀਆ ਨੂੰ ਕਿਹਾ ਮਾਨੁਖ ਕੀ ਜਾਤ ਸਭ ਇੱਕ ਹੈ ਪਹਿਚਾਨਵੋ, ਅਤੇ ਸਿੱਖ ਦਾ ਅਰਥ ਮਨੁੱਖ ਆ। ਫਾਰਸੀ ਦੇ ਅੰਦਰ ਸਿੱਖ ਬਣਾਇਆ, ਚੜ੍ਹਨਾ ਵਿਦ ਗੁਰਸਿੱਖਾਂ ਪਿਲਾਇਆ। ਸੋ 10ਵੇਂ ਪਾਤਸ਼ਾਹ ਨੇ, 10ਵੇਂ ਗੁਰੂ ਨਾਨਕ ਨੇ ਉਹਨੂੰ ਖਾਲਸਾ ਰੂਪ ਦੇ ਦਿੱਤਾ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਸੋ ਖਾਲਸਾ ਇੱਕ ਆਦਰਸ਼ ਨਾਗਰਿਕ, ਇੱਕ ਆਦਰਸ਼ ਮਨੁੱਖ ਤਿਆਰ ਕੀਤਾ ਪਰਮਾਤਮਾ ਦੀ ਨਜ਼ਰ 'ਚ, ਜਿਹੜੀ ਸ਼ਕਤੀ ਦੁਨੀਆ ਨੂੰ ਚਲਾਉਂਦੀ ਆ। ਸੋ ਆਓ ਸਾਧ ਸੰਗਤ ਜੀ, ਉਹਨਾਂ ਨੇ ਇੱਕ ਪ੍ਰਧਾਨ ਤੀਰਥ ਵੀ ਦਿੱਤਾ ਸ਼੍ਰੀ ਦਰਬਾਰ ਸਾਹਿਬ ਦਾ, ਜਿਹ 'ਚ ਇਸ਼ਨਾਨ ਕਰਨਾ ਸਾਰੇ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ। ਅਤੇ ਮੁਕਤਸਰ ਦਾ ਖਾਸ ਮਹਾਤਮ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੱਸਿਆ, ਜਿਹੜਾ ਜਪਜੀ ਸਾਹਿਬ ਦਾ ਨਿਸ਼ਚਾ ਨਾਲ ਪਾਠ ਕਰਕੇ ਇੱਥੇ ਇਸ਼ਨਾਨ ਕਰੇ, ਜੀਂਦਾ ਮੁਕਤ ਹੋ ਜਾਂਦਾ, ਕਾਮ ਹੰਕਾਰ ਤੋਂ ਵੀ ਮੁਕਤ ਹੋ ਜਾਂਦਾ, ਰੋਗਾਂ ਤੋਂ ਵੀ ਮੁਕਤ ਹੋ ਜਾਂਦਾ। ਸਾਰਾ ਮਹਾਤਮ ਇਸ਼ਨਾਨ ਦਾ ਦੱਸਿਆ। ਸੋ ਦੂਜੇ ਪਾਸੇ ਸਾਧੂਆਂ ਦੇ ਧੂੜੀ ਵਿੱਚ ਇਸ਼ਨਾਨ ਕਰਨ ਨਾਲ ਵੀ ਮਹਾਤਮ ਪ੍ਰਾਪਤ ਹੁੰਦਾ। ਸੰਤਾਂ ਦੀ ਸੰਗਤ ਵਿੱਚ ਵੀ ਕਈਆਂ ਦੇ ਰੋਗ ਚਲੇ ਜਾਂਦੇ, ਜਿਵੇਂ ਬਾਬਾ ਜਵਾਲਾ ਸਿੰਘ ਜੀ ਨੇ, ਡਮੇਲੀ ਮਹਾਂਪੁਰਖ ਸੀ, ਅਤੇ ਬਾਬਾ ਹੀਰਾ ਸਿੰਘ ਬਿਹਾੜੇ ਆੜੇ, ਦੋਨਾਂ ਨੇ ਰਲ ਕੇ 12 ਸਾਲ ਉਮਰ ਉਹਨਾਂ ਨੂੰ ਦਿੱਤੀ ਸੀ। ਉਹ ਦਵਾਈਆਂ ਦਿੰਦੇ ਸੀ, ਕਹਿੰਦੇ ਤੁਸੀਂ ਲੋਕਾਂ ਦਾ ਭਲਾ ਕਰਦੇ ਆ। ਅਤੇ ਮਹਾਂਪੁਰਖਾਂ ਨੇ ਕਿਸੇ ਪ੍ਰੇਮੀ ਦਾ ਦੁੱਖ ਆਪਣੇ ਸਰੀਰ 'ਤੇ ਲੈ ਲਿਆ ਸੀ, ਉਹਨਾਂ ਦੀ ਜੀਭ 'ਤੇ ਫੋੜਾ ਉੱਠਿਆ ਅਤੇ ਉਹ ਆਪਣਾ ਸਰੀਰ ਤਿਆਗ ਗਏ ਸੀ। ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਮਹਾਂਮਾਰੀ ਚੇਚਕ ਫੈਲੀ ਸੀ, ਬਿਮਾਰੀਆਂ ਫੈਲੀਆਂ ਸੀ, ਹੈਜਾ ਫੈਲਿਆ ਸੀ, ਉਹ ਬਿਮਾਰੀਆਂ ਆਪਣੇ ਸਰੀਰ 'ਤੇ ਲੈ ਕੇ ਸੰਗਤ ਦਾ ਭਲਾ ਕੀਤਾ, ਸਭ ਨੂੰ ਤੰਦਰੁਸਤ ਕਰਕੇ ਆਪ ਚਲੇ ਗਏ ਸੀ। ਸੋ ਮਿਥਿਆ ਤਨ ਨਹੀਂ ਪਰਉਪਕਾਰਾ, ਸਰੀਰ ਨੂੰ ਪਰਉਪਕਾਰ ਚਲਾ ਗਏ। ਮਹਾਂਪੁਰਖ ਨਾਮ ਪ੍ਰਤੱਖ ਜਪਾ ਕੇ ਵੀ ਸੰਗਤ ਦੇ ਕਸ਼ਟ ਵੀ ਆਪਣੇ 'ਤੇ ਲੈ ਲੈਂਦੇ ਸੀ। ਜਿਵੇਂ ਗੁਰੂ ਸਾਹਿਬ ਨੇ ਸਾਰੇ ਭਾਰਤ ਦੇ ਕਸ਼ਟ ਆਪਣੇ 'ਤੇ ਲੈ ਲਏ, ਪੂਰੇ ਭਾਰਤ ਦੀਆਂ ਮਾਵਾਂ ਬੀਬੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਬਚਾਇਆ, ਧਨ ਦੌਲਤ ਨੂੰ ਬਚਾਇਆ, ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਇਆ ਅਤੇ ਆਪਣਾ ਸਰਬੰਸ ਕੁਰਬਾਨ ਕਰਤਾ। ਪਿਤਾ ਗੁਰੂ ਤੇਗ ਬਹਾਦਰ, ਮਾਤਾ ਗੁਜਰ ਕੌਰ ਜੀ, 4 ਸਾਹਿਬਜ਼ਾਦੇ, 23 ਸਿਰ ਭੇਟ ਕੀਤੇ। ਸਾਧ ਸੰਗਤ ਜੀ, ਇਸ ਭਾਰਤ ਵਰਸ਼ ਦੇ ਉੱਤੇ, ਪੂਰੀ ਮਨੁੱਖਤਾ ਦੇ ਉੱਤੇ ਧਰਮ ਹੇਤ ਸਾਕਾ ਜਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ। ਸੋ ਇਸ ਕਰਕੇ ਸਾਧ ਸੰਗਤ ਜੀ, ਇਹ ਸਾਡਾ ਮਨੁੱਖ ਧਰਮ ਖਾਲਸਾ ਧਰਮ ਆ। ਇੱਕ ਪਿਤਾ ਇੱਕ ਅਸਕਿਮ ਵਾਰਿ, ਇੱਕ ਪਰਮਾਤਮਾ ਨਾਲ, ਇੱਕ ਪਰਮਾਤਮਾ ਦੀ ਆਰਾਧਨਾ ਨਾਲ ਜੋੜਦੇ ਗੁਰੂ ਸਾਹਿਬ। ਸੋ ਆ ਜਾਓ, ਇਸ ਪ੍ਰਤੱਖ ਸਾਧੂਆਂ ਦੀ ਸੰਗਤ ਕਰਨ ਵਾਸਤੇ ਕਿਹਾ। ਸਾਧੂਆਂ ਦੀ ਮਹਿਮਾ ਲਿਖੀ ਬਾਣੀ ਅੰਦਰ। ਪ੍ਰਤੱਖ ਨਾਮ ਰਸੀਆਂ, ਜਿਹੜੇ ਨਾਮ ਰਸੀ ਪੁਰਸ਼ ਆ, ਜਿੱਦਾਂ ਅਸੀਂ ਦੱਸਿਆ ਪਈ ਮੱਖੀ ਵਿਸ਼ਟਾ 'ਤੇ ਬਹਿੰਦੀ, ਮਿੱਠੇ 'ਤੇ ਬਹਿੰਦੀ, ਸਰੀਰ ਦੀ ਸੁੱਧ ਭੁੱਲ ਜਾਂਦੀ। ਕੀੜੇ ਲੈਟ ਦੇ ਉੱਤੇ ਟਿਮ ਕਰਦੇ, ਸਰੀਰ ਦੀ ਸੁੱਧ ਭੁੱਲ ਜਾਂਦੇ ਆ। ਅਤੇ ਭੌਰਾ ਕਮਲ ਦੇ ਫੁੱਲ 'ਤੇ ਬਹਿੰਦਾ ਆ, ਫੁੱਲ ਬੰਦ ਹੋ ਜਾਂਦਾ, ਸਾਹ ਘੁੱਟ ਕੇ ਮਰ ਵੀ ਜਾਂਦਾ, ਪਰ ਉਹਨੂੰ ਛੱਡਦਾ ਨਹੀਂ। ਸਰੀਰ ਦੀ ਸੁੱਧ ਇਸ ਤਰ੍ਹਾਂ ਨਾਮ ਰਸੀਏ ਪੁਰਸ਼ ਬੰਦ ਕੱਟਿਆ ਜਾਂਦਾ। ਭਾਈ ਮਣੀ ਸਿੰਘ ਵਾਂਗੂ ਅਤੇ ਭਾਈ ਮਤੀ ਦਾਸ ਦੇ ਸਿਰ 'ਤੇ ਆਰਾ ਚੱਲਦਾ, ਕੋਈ ਦੇਗੇ 'ਚ ਭਾਈ ਦਿਆਲਾ ਜੀ ਬੈਠੇ ਆ। ਗੁਰੂ ਵਾਂਗੂ ਮਹਾਰਾਜ ਵੀ ਤੱਤੀ ਤਵੀ 'ਤੇ ਬੈਠ ਕੇ ਸ਼ਹਾਦਤ ਦਾ ਜਾਮ ਪੀਂਦੇ ਆ, ਭਾਣਾ ਮਿੱਠਾ ਲੱਗਾ ਕਹਿੰਦੇ ਆ। ਸੋ ਇੰਨੇ ਕਸ਼ਟ ਸਹਾਰਦੇ ਹੋਏ ਵੀ ਤੇਰੇ ਨਾਮ ਨੂੰ ਜਪਦੇ ਸੰਸਾਰ ਤੋਂ ਚਲੇ ਜਾਂਦੇ ਆ। ਆਇਓ ਪੜ੍ਹਨ ਸੁਣਨ ਕੋ ਬਾਣੀ। ਸੋ ਉਹ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਹੋਏ ਆ। ਇਹ ਸ਼ਹੀਦ ਕੋਈ ਛੋਟੀ ਮੋਟੀ ਹਸਤੀ ਨਹੀਂ ਹੋਏ।
ਪਹਿਲਾਂ ਨਾਮ ਜਪੂਗਾ, ਭਗਤ ਬਣਦਾ ਹੈ, ਫਿਰ ਮਾਇਆ ਦਾ ਮੋਹ ਛੁੱਟਦਾ, ਦਾਨੀ ਹੁੰਦਾ ਹੈ, ਫਿਰ ਉਸ ਤੋਂ ਬਾਅਦ ਸਰੀਰ ਦਾ ਮੋਹ ਛੁੱਟਦਾ ਅਤੇ ਸ਼ਹੀਦ ਹੋ ਜਾਂਦਾ ਹੈ। ਸੋ ਸੰਤ ਜਰਨੈਲ ਸਿੰਘ ਖਾਲਸਾ ਜੀ ਕਹਿੰਦੇ, ਹਜ਼ਾਰਾਂ ਸਾਲ ਕਿਸੇ ਨੇ ਤਪੱਸਿਆ ਕੀਤੀ, ਪੰਥ ਲਈ ਸ਼ਹੀਦ ਹੁੰਦਾ, ਅਤੇ ਜਿਹਨੇ 10,000 ਸਾਲ ਤੋਂ ਉੱਤੇ ਤਪੱਸਿਆ ਕਰ ਲਈ ਉਹ ਸ੍ਰੀ ਦਰਬਾਰ ਸਾਹਿਬ 'ਤੇ 5 ਵਾਰ ਹਮਲੇ ਹੋਏ, ਅਤੇ ਜਿੰਨੇ ਸ਼ਹੀਦ ਉਹਨਾਂ ਲਈ ਹੋਏ ਉਹ ਸ਼ਹੀਦ ਹੁੰਦੇ ਆ ਦਰਬਾਰ ਸਾਹਿਬ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਸਾਧੂਆਂ ਦੀ ਸੰਗਤ ਵੀ ਕਰਨੀ ਲਾਜ਼ਮੀ ਲਿਖੀ ਆ। ਘਰ ਬੈਠਿਆਂ ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਸ਼ਨਾਨ ਦਾ ਫਲ ਵੀ ਪ੍ਰਾਪਤ ਹੋ ਜਾਂਦਾ ਹੈ। ਸੋ ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰਦਾਨ। ਮਹਾਰਾਜ ਕਹਿੰਦੇ ਆ, ਇਹ ਭਾਈ ਸਾਧੂਆਂ ਦੀ ਸੰਗਤ ਵਿੱਚ ਬੈਠ ਕੇ ਹਰੀ ਦਾ ਨਾਮ ਧਿਆਉਣਾ ਕਰ, ਕਿਉਂਕਿ ਇਹ ਡਿਊਟੀ ਲਾਈ ਆ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸਾਧੂਆਂ ਸੰਤਾਂ ਦੀ ਡਿਊਟੀ ਲੱਗੀ ਆ ਨਾਮ ਜਪਾਉਣ ਦੀ, ਜਿਹੜੇ ਆਪ ਸੁਧਰੇ ਦੂਜੇ ਨੂੰ ਸੁਧਾਰ ਸਕਦੇ। ਮਹਾਰਾਜ ਕਹਿੰਦੇ, ਕੋਈ ਗਾਵੇ ਰਾਗੀ ਨਾ ਦੀ ਬੇਦੀ ਵਪਾਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਾ ਕਾ ਹਿਰਦਾ ਸ਼ੁੱਧ ਹਰ ਭਗਤ ਹਰ ਲੀਜੈ। ਜਿਨ੍ਹਾਂ ਨੇ ਖੁਦ ਕਾਮ ਕ੍ਰੋਧ ਅਹੰਕਾਰ ਨੂੰ ਤਿਆਗਿਆ, ਜਿਨ੍ਹਾਂ ਨੇ ਦਇਆ ਸੰਤੋਖ ਜਤ ਸਤ ਧਾਰਨ ਕੀਤੇ, ਉਹ ਸਾਧੂ ਸੰਤ ਹੁੰਦੇ ਆ, ਜਿਹੜੇ ਅੱਠੇ ਪੈਰ ਸਿਮਰਦੇ ਆ। ਪਰਮਾਤਮਾ ਦਾ ਵਾਸ ਉਹਨਾਂ ਦੀ ਰਸਨਾ ਦੇ ਪ੍ਰਭ ਜੀ ਵਸਿਆ, ਸਾਧ ਕੀ ਰਸਨਾ। ਸੋ ਉਹੀ ਦੁਨੀਆ ਨੂੰ ਮੁਕਤ ਕਰ ਸਕਦੇ, ਉਹੀ ਦੁਨੀਆ ਨੂੰ ਸੁਧਾਰ ਸਕਦੇ ਆ। ਬਾਕੀ ਤਾਂ ਰੋਟੀਆਂ ਕਾਰਨ ਪੂਰੇ ਤਾਲ ਆ। ਹਰੀ ਨਾਮ ਨੂੰ ਕੰਨਾਂ ਨਾਲ ਦੁਆਰੇ ਸੁਣਨਾ ਕਰ, ਅਤੇ ਸਾਰਿਆਂ ਨੂੰ ਯਥਾ ਸ਼ਕਤ ਦਾਨ ਦੇਣਾ ਕਰ। ਮਹਾਰਾਜ ਕਹਿੰਦੇ, ਕੰਨਾਂ ਨਾਲ ਨਾਮ ਨੂੰ ਸੁਣ ਅਤੇ ਗੁਰਮੁਖ ਨਾਮਦਾਨ ਇਸ਼ਨਾਨ। ਸਿੱਖ ਵਾਸਤੇ ਦਸਵੰਧ ਗੁਰੂ ਕਾ, ਗੁਰੂ ਨੂੰ ਭੇਟ ਕਰਨਾ। ਬਾਕੀ ਦਸਵੰਧ ਭਾਈ ਮੰਝ ਜੀ ਮੰਗੂ, ਫਿਰ ਦਸਵੰਧ ਤੋਂ ਫਿਰ 20%, 50%। ਇਸੇ ਤਰ੍ਹਾਂ ਸਵਾਸਾਂ ਦਾ ਦਸਵੰਧ 2.5 ਘੰਟੇ ਘੱਟੋ ਘੱਟ ਨਿਤਨੇਮ ਤੋਂ ਇਲਾਵਾ। ਬਾਬਾ ਨਾਨਕ ਸਿੰਘ ਜੀ ਕਹਿੰਦੇ ਆ ਵੀ ਸਤਸੰਗ ਕਰਨੀ ਚਾਹੀਦੀ, ਜਾਂ 2 ਸੁਖਮਨੀ ਸਾਹਿਬ ਜਾਂ 10 ਜਪਜੀ ਸਾਹਿਬ ਕਰਨੇ। 10ਵੇਂ ਪਾਤਸ਼ਾਹ ਕਹਿੰਦੇ 50 ਅੰਗ ਗੁਰੂ ਗ੍ਰੰਥ ਸਾਹਿਬ ਦੇ ਸੁਣਨੇ, 2.5 ਘੰਟੇ ਲੱਗਦੇ। ਇੱਕ ਸਿੱਖ ਦਾ ਫਰਜ਼ ਆ ਦਸਾਂ ਦਿਨਾਂ ਦੀ ਕਿਰਤ ਕਰੇ, ਦਸਵੰਧ ਕਮਾਈ ਦਾ ਗਰੀਬ ਕੇ ਗੁਰੂ ਕਾ ਲੰਗਰ ਲਾਵੇ, ਨੰਗਿਆਂ ਨੂੰ ਵਸਤਰ ਦਵੇ, ਦਾਨ ਪੁੰਨ ਕਰੇ, ਗਰੀਬ ਕਾ ਮੂੰਹ ਗੁਰੂ ਕੀ ਗੋਲਕ, ਰੋਗੀਆਂ ਨੂੰ ਦਵਾਈਆਂ ਦੇ ਦੇਣੀਆਂ, ਇਹ ਵੀ ਦਾਨ ਪੁੰਨ ਆ। ਗੁਰਮੁਖ ਨਾਮਦਾਨ ਇਸ਼ਨਾਨ ਕਰੇ, ਅਤੇ ਇੱਕ ਸਿੱਖ ਤੋਂ ਫਿਰ ਸੰਤ ਬਣਦਾ ਆ। ਜਦੋਂ ਮਹਾਰਾਜ ਪ੍ਰੀਤ ਵਧਾਉਂਦੇ ਆ, ਫਿਰ 5 ਘੰਟੇ 10 ਘੰਟੇ 24 ਘੰਟੇ ਜਦੋਂ ਜਪਣ ਲੱਗਦਾ ਉਹ ਸੰਤ ਹੋ ਜਾਂਦਾ। ਫਿਰ ਉਹਨਾਂ ਦੀ ਤਾਂ ਸੇਵਾ ਸਾਰੇ ਸਮਾਜ ਉਹਨਾਂ ਦੀ ਸੰਗਤ ਕਰਕੇ ਤਰ ਜਾਂਦੇ ਆ, ਉਹਨਾਂ ਦੇ ਚਰਨਾਂ 'ਤੇ ਢਹਿ ਪੈਂਦੇ ਆ। ਚਰਨ ਸਾਧ ਕੇ ਤੋਇ ਪਿਆਰ ਪ੍ਰਸਾਦ ਕੋ ਆਪਣਾ ਜੀਓ, ਗੁਰੂ ਅਰਜਨ ਦੇਵ ਜੀ ਕਹਿੰਦੇ ਸੁਖਮਨੀ ਸਾਹਿਬ 'ਚ। ਤਿਸ ਜਨ ਕੇ ਪੂਜੋ ਸਤ ਪੈਰਾ, ਜੇ 8 ਪੈਰ ਤੇ ਆਉਂਦੇ ਉਹਦੇ ਫਿਰ ਪੈਰ ਪੂਜੋ ਉਹਦੇ। ਮਹਾਰਾਜ ਕਹਿੰਦੇ 4 ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ। ਉਹਨਾਂ ਸਾਧੂਆਂ ਦੀ ਸੇਵਾ 'ਚੋਂ 4 ਪਦਾਰਥ ਧਰਮ ਅਰਥ ਕਾਮ ਮੋਖ, ਇਹ ਗ੍ਰਸਤੀਆਂ ਨੂੰ ਲੋੜ ਹੁੰਦੀ ਆ, ਉਹ ਸਾਧੂਆਂ ਦੀ ਸੇਵਾ 'ਚੋਂ ਪ੍ਰਾਪਤ ਹੁੰਦੇ। ਉਹਨਾਂ ਦੀ ਸੇਵਾ ਵਿੱਚ ਲੱਗੋ। ਸੋ ਮਹਾਰਾਜ ਕਹਿੰਦੇ ਆ ਵੀ ਪਰਮਾਤਮਾ ਦਾ ਨਾਮ ਕੰਨਾਂ ਨਾਲ ਸੁਣੋ, ਸਾਧੂਆਂ ਦੀ ਸੰਗਤ ਕਰੋ, ਨਾਮ ਵਿੱਚ ਸੰਗਤ 'ਚ ਜਾ ਕੇ ਨਾਮ ਜਪੋ, ਅਤੇ ਯਥਾ ਸ਼ਕਤ ਦਾਨ ਵੀ ਦੇਣਾ ਕਰੋ। ਜਿਹੜੇ ਟੋਬੇ ਦਾ ਜਲ ਵਿੱਚੋਂ ਨਾ ਕੱਢੋ ਤਾਂ ਉਹ ਗੰਦਾ ਹੋ ਜਾਂਦਾ ਹੈ। ਜਿਹੜੇ ਸਰੀਰ ਦਾ ਖੂਨ ਖੜਾ ਉਹ ਵੀ ਬਿਮਾਰ ਹੋ ਜਾਂਦਾ ਹੈ। ਤਾਂ ਹੀ ਕਿਰਤ ਨਾਲ ਮਹਾਰਾਜ ਨੇ ਜੋੜਿਆ ਵੀ ਜਿਹੜਾ ਸਰੀਰ ਕੰਮ ਕਰਦਾ ਉਹਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧੂਆਂ ਦੀ ਕਿਰਤ ਆ, ਇਨ ਕੋ ਨਦਰ ਕਰਮ ਤਿਨਕਾਰ। ਨਦਰ ਕਰਮ ਦਾ ਅਰਥ ਮਿਹਰ। ਸਾਧੂ ਜਿਹੜੀ ਸੱਚੀ ਸੁੱਚੀ ਨਾਮ ਦੀ ਭਗਤੀ ਦੀ ਕਿਰਤ ਕਰਦੇ ਆ। ਭਗਤ ਨਾਮਦੇਵ ਜੀ ਨੇ, ਭਗਤ ਜੀ ਨੇ ਬਾਣੀ ਅੰਦਰ ਲਿਖਿਆ ਸੀ ਕਿ ਨਾਮ ਹਮਾਰੀ ਕਰਤਾ ਨੇ ਸਾਰੀ। ਮਹਾਰਾਜ ਕਹਿੰਦੇ ਵੀ ਨਾਮ ਸਾਡਾ ਵਪਾਰ ਆ, ਨਾਮ ਸਾਡੀ ਕਿਰਤ ਆ। ਉਹ ਨਾਮ ਨੂੰ ਹੀ ਕਿਰਤ ਬਣਾ ਲੈਂਦੇ ਸਾਧੂ ਸੰਤ ਮਹਾਤਮਾ, ਉਹ ਨਾਮ ਦਾ ਹੀ ਵਪਾਰ ਚਲਾਉਂਦੇ ਆ। ਸੋ ਇਸ ਕਰਕੇ ਸਿੱਖ ਵਾਸਤੇ ਗੁਰਮੁਖ ਨਾਮਦਾਨ ਇਸ਼ਨਾਨ ਆ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਆ, ਜਨਮਾਂ ਜਨਮਾਂਤਰਾਂ ਦੀ ਕਰਮਾਂ ਰੂਪੀ ਮੈਲ ਜਿਹੜੀ ਆ, ਜੋ ਪਾਪ ਕਰਮ ਕੀਤੇ ਆ, ਉਹਨਾਂ ਕਰਕੇ ਸਾਡਾ ਸਰੀਰ ਰੋਗੀ ਹੁੰਦਾ ਹੈ। ਜਨਮ ਜਨਮਾਂਤਰਾਂ ਦੇ ਝੂਠ ਬੋਲੇ, ਈਰਖਿਆ ਨਿੰਦਾ ਪਾਪ ਜੋ ਕੀਤੀ ਆ, ਉਹ ਮੈਲ ਉਤਰ ਜਾਂਦੀ ਹੈ। ਅਥਵਾ ਜਨਮ ਦੇਣ ਵਾਲੇ ਸੰਚਿਤ ਕਰਮਾਂ ਦੀ ਮੈਲ ਉਤਰ ਜਾਂਦੀ ਆ। ਮਤਲਬ ਉਹ ਕਰਮ ਜਿਨ੍ਹਾਂ ਕਰਕੇ ਅਸੀਂ ਮੁੜ ਮੁੜ ਜਨਮ ਲੈਂਦੇ ਧਰਤੀ ਦੇ ਉੱਤੇ। 84 ਲੱਖ ਜੂਨ 'ਚ ਪੈਂਦੇ ਆ, ਅੰਮ੍ਰਿਤ ਨਹੀਂ ਛਕਦੇ, ਗੁਰੂ ਵਾੜੇ ਨਹੀਂ ਬਣਦੇ। ਮਹਾਰਾਜ ਕਹਿੰਦੇ ਜੇ ਅੰਮ੍ਰਿਤ ਛਕੂੰਗਾ 10,000 ਵਾਰ ਪੁਨਰ ਜਨਮ ਸਿੱਖਾਂ ਦੇ ਘਰ ਦੇ ਕੇ ਕਿਹੜੀਆਂ ਜੂਨਾਂ ਤੋਂ ਬਚਾ ਲਵਾਂਗੇ। ਸੂਰ ਕੁੱਤਾ ਬਿੱਲਾ ਨਹੀਂ ਬਣਾਂਗੇ। ਅੰਮ੍ਰਿਤ ਦੀ ਮਹਾਨਤਾ ਦੱਸੀ ਆ। ਅੰਮ੍ਰਿਤ ਛਕ ਸਿੱਖ ਬਣ, 7 ਬਾਣੀਆਂ ਦਾ ਨਿਤਨੇਮ ਕਰ, ਅਤੇ 2.5 ਘੰਟੇ ਸਵਾਸਾਂ ਦਾ ਦਸਵੰਧ ਕੱਢਿਆ ਕਰ। ਬਾਣੀ ਸੁਣਨੀ ਜਾਂ ਸਹਿਜ ਪਾਠ ਕਰਨਾ ਜਾਂ ਸੁਣਨਾ, ਜਾਂ 10 ਜਪਜੀ ਸਾਹਿਬ, ਜਾਂ ਸਤਸੰਗ ਕਰਨੀ। ਮਹਾਰਾਜ ਕਹਿੰਦੇ ਜਾਂ ਨਿਤਨੇਮ ਵੀ ਜ਼ਰੂਰੀ ਕਰਨਾ ਰੋਜ਼ ਦਾ। ਸੋ ਮਹਾਰਾਜ ਕਹਿੰਦੇ ਫਿਰ ਇਹ ਕਰਮਾਂ ਦੀ ਮੈਲ ਉਤਰ ਜਾਂਦੀ। ਕਿਹੋ ਜਿਹਾ ਕਰਮਾਂ ਦੀ ਮੈਲ ਆ ਕਿ ਵਾਰ-ਵਾਰ ਜਨਮ ਲੈਣਾ ਅਤੇ ਮਰਨਾ। ਸੋ ਮਹਾਰਾਜ ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਮਹਾਰਾਜ ਅੰਮ੍ਰਿਤ ਛਕਾ ਕੇ ਸਾਡਾ ਜਨਮ ਮਰਨ
ਖਤਮ ਕਰ ਦਿੰਦੇ, ਮੁੜ ਸਿੱਖਾਂ ਦੇ ਕਰਮ ਦੇ ਕੇ ਸਾਤੋਂ ਭਗਤੀ ਕਰਾਉਂਦੇ ਆ ਮਹਾਰਾਜ। ਫਿਰ ਸਾਨੂੰ ਭਗਤਦਾਨੀ ਅਤੇ ਸੂਰਮਾ ਬਣਾਉਂਦੇ ਵੇ, ਸ਼ਹੀਦ ਬਣ ਕੇ ਸੱਚਖੰਡ 'ਚ ਵਾਸਾ ਦਵਾਉਂਦੇ। ਸੋ ਮਨ ਵਿੱਚੋਂ ਜਾਤੀ, ਵਿੱਦਿਆ, ਧਨ, ਕਿਸੇ ਨੂੰ ਮਾਇਆ ਦਾ ਹੰਕਾਰ, ਕਿਸੇ ਨੂੰ ਸ਼ਕਲ ਦਾ ਹੰਕਾਰ, ਕਿਸੇ ਨੂੰ ਵਿੱਦਿਆ ਦਾ ਹੰਕਾਰ, ਕਿਸੇ ਨੂੰ ਅਹੁਦੇ ਦਾ ਹੰਕਾਰ। ਮਹਾਰਾਜ ਕਹਿੰਦੇ ਕਿਸੇ ਨੂੰ ਜਾਤ ਦਾ ਹੰਕਾਰ ਹੋ ਜਾਂਦਾ ਹੈ ਕਿ ਮੇਰੀ ਜਾਤ ਬਹੁਤ ਵੱਡੀ ਆ। ਮਹਾਰਾਜ ਨੇ ਕਿਹਾ ਖਾਲਸਾ ਮੇਰੀ ਜਾਤ ਔਰ ਪਤ। ਅੰਮ੍ਰਿਤ ਛਕਾ ਕੇ ਸਾਨੂੰ ਖਾਲਸਾ ਜਾਤ ਦੇਤੀ ਆ। ਪਰ ਕਈਆਂ ਨੂੰ ਖਾਲਸਾ ਜਾਤ ਦਾ ਵੀ ਹੰਕਾਰ ਹੋ ਜਾਂਦਾ, ਜੀ ਮੈਂ ਖਾਲਸਾ ਬਣ ਗਿਆ, ਮੈਂ ਅੰਮ੍ਰਿਤ ਛਕ ਲਿਆ, ਮੈਂ ਹੋਰਾਂ ਨਾਲੋਂ ਚੰਗਾ ਬਣ ਗਿਆ। ਮਹਾਰਾਜ ਕਹਿੰਦੇ ਹੰਕਾਰ ਵਿੱਚ ਅੰਮ੍ਰਿਤ ਛਕਿਆ ਵੀ ਕਿਸੇ ਕੰਮ ਨਹੀਂ। ਹੋ ਸਗਲ ਕੀ ਰੇਣ ਕਾ ਤਾਂ ਆਏ ਹਮਾਰੋ ਪਾਸ। ਜਿਨ੍ਹਾਂ ਨੇ ਨਹੀਂ ਛਕਿਆ ਉਹਨਾਂ ਲਈ ਅਰਦਾਸ ਕਰਨੀ, ਮਹਾਰਾਜ ਜਿਨ੍ਹਾਂ 'ਤੇ ਵੀ ਕਿਰਪਾ ਕਰੋ। ਮੇਰੇ 'ਤੇ ਕਿਰਪਾ ਕਰਕੇ ਤੁਸੀਂ ਮੇਰੇ ਤੋਂ ਅੰਮ੍ਰਿਤ ਛਕਾਇਆ, ਮੇਰੇ ਤੋਂ ਕਿਰਪਾ ਕਰਕੇ ਬਾਣੀ ਪੜ੍ਹਾਉਂਦੇ ਆ। ਮਹਾਰਾਜ ਨਿਮਾਣੇਪਣ 'ਚ ਰਹਿਣਾ ਚਾਹੀਦਾ ਅਤੇ ਸਭ ਖਾਲਸਾ ਸਰਬੱਤ ਦਾ ਭਲਾ ਮੰਗਦਾ, ਹੋਰਾਂ ਦੇ ਭਲਾ ਮੰਗਣਾ। ਮਹਾਰਾਜ ਜਿਨ੍ਹਾਂ 'ਤੇ ਵੀ ਕਿਰਪਾ ਕਰੋ, ਇਹਨਾਂ ਨੂੰ ਵੀ ਗੁਰਮੁਖਤਾਈ ਬਖਸ਼ੋ, ਇਹਨਾਂ ਨੂੰ ਵੀ ਆਪਣੀ ਸਿੱਖੀ, ਪਿਆਰੀ ਭਗਤੀ, ਸਾਧੂਆਂ ਦੀ ਸੰਗਤ ਬਖਸ਼ੋ, ਸਾਧੂਆਂ ਦੀ ਨਫ਼ਰਤ ਇਹਨਾਂ ਦੀ ਹਟਾਓ। ਸੋ ਇਹ ਮਨਮੁੱਖਾਂ ਲਈ ਵੀ ਅਰਦਾਸ ਕਰਨੀ ਬਣਦੀ ਹੈ। ਸੋ ਗੁਰਮੁਖ ਪਿਆਰਾ ਪਰਉਪਕਾਰੀ ਹੁੰਦਾ ਹੈ। ਸੋ ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਮਹਾਰਾਜ ਕਹਿੰਦੇ ਕਾਮ, ਕ੍ਰੋਧ ਅਤੇ ਮੋਹੀਐ, ਮੋਹ ਵੀ ਨਹੀਂ ਰਹਿੰਦਾ, ਕਿਉਂਕਿ ਸਾਧੂਆਂ ਨੇ ਕਾਮ, ਕ੍ਰੋਧ, ਹੰਕਾਰ 'ਤੇ ਵਿਜੈ ਪ੍ਰਾਪਤ ਕੀਤੀ ਹੁੰਦੀ, ਉਹ ਜੀਂਦੇ ਮੁਕਤ ਹੁੰਦੇ ਆ। ਅਤੇ ਇਸ ਕਰਕੇ ਉਹਨਾਂ ਦੀ ਜਿਹੜੀ ਸੰਗਤ 'ਚ ਜਾਂਦਾ ਹੈ, ਉਹ ਉਹਨਾਂ ਨੂੰ ਵੀ ਜੀਂਦਾ ਮੁਕਤ ਕਰਨ ਦੀ ਸ਼ਕਤੀ ਰੱਖਦੇ। ਸਾਧ ਸੰਗਤ ਜੀ ਬੜੇ ਕਥਾ ਕਰਦੇ, ਬੜੇ ਕੀਰਤਨ ਕਰਦੇ, ਪਰ ਖੁਦ ਦੇ ਕਾਮ, ਕ੍ਰੋਧ, ਹੰਕਾਰ ਮਰੇ ਨਹੀਂ ਹੁੰਦੇ, ਖੁਦ ਈਰਖਾ ਨਿੰਦਾ ਨਹੀਂ ਮਰੀ ਹੁੰਦੀ। ਅਤੇ ਫਿਰ ਕੀ ਫਾਇਦਾ ਉਹਨਾਂ ਦੀ ਕਥਾ ਅਤੇ ਕੀਰਤਨ ਕਰਨ ਦਾ। ਉਹ ਸਾਧੂਆਂ ਨੇ ਮਾਰੀ ਹੁੰਦੀ। ਇਸੇ ਲਈ ਸੰਤਾਂ ਦੀ ਸੰਗਤ, ਸਾਧੂਆਂ ਦੀ ਸੰਗਤ 'ਤੇ ਜ਼ੋਰ ਦਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਆਪ ਆਪਣੇ ਵਿਕਾਰਾਂ 'ਤੇ ਕਾਬੂ ਕੀਤੇ ਹੁੰਦੇ, ਜਿਨ੍ਹਾਂ ਨੇ ਦਇਆ, ਸੰਤੋਖ, ਜਤ, ਸਤ ਦੇ ਧਾਰਨੀ ਹੁੰਦੇ ਆ, ਉਹੀ ਦੂਜੇ ਨੂੰ ਮੁਕਤ ਕਰਾ ਸਕਦੇ, ਜਿਹੜੇ ਖੁਦ ਮੁਕਤ ਆ। ਜਿਹੜੇ ਖੁਦ ਨਹੀਂ ਮੁਕਤ ਹੋਏ, ਖੁਦ ਨਹੀਂ ਰੱਬ ਤੱਕ ਪਹੁੰਚੇ, ਉਹ ਕਿਸੇ ਨੂੰ ਕਿਹੜੇ ਰੱਬ ਤੱਕ ਪਹੁੰਚਾ ਦੇਣਗੇ? ਨਹੀਂ ਪਹੁੰਚਾ ਸਕਦੇ। ਸੋ ਸਾਧ ਸੰਗਤ ਜੀ, ਲੋਭ ਰੂਪੀ ਸਵਾਨ ਕੁੱਤਾ ਜਿਨ੍ਹਾਂ ਦੇ ਅੰਦਰ ਆ, ਕਈ ਲਾਲਚੀ ਹੁੰਦੇ, ਸਹਿਸ ਖੱਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਹੋਵੇ ਮਾਇਆ ਪਾਛੈ ਪਾਵੇ, ਕਈ ਕੋਟ ਪਰਦੇਸ ਭਰਮਾਏ, ਕਈ ਕੋਟ ਮਾਇਆ ਮੈਂ ਚਿੰਤ। ਪਰ ਮਹਾਰਾਜ ਕਹਿੰਦੇ ਕਈ ਲੋਕ ਸਤਸੰਗ ਮੰਗਦੇ ਆ, ਉਹਨਾਂ ਨੂੰ ਰੱਬ ਛੱਪੜ ਫਾੜ ਕੇ ਸਤਸੰਗ ਦਿੰਦਾ। ਜੈਸਾ ਜੋ ਮੰਗਾਂਗੇ ਉਹੀ ਮਿਲੂਗਾ। ਪਰ ਕਈ ਮਾਇਆ 'ਤੇ ਗ੍ਰਸੇ ਰਹਿੰਦੇ, ਉਹ ਪ੍ਰਦੇਸਾਂ 'ਚ ਜਾ ਕੇ ਫਿਰ ਮਾਇਆ ਹੀ ਕਰਦੇ ਰਹਿੰਦੇ ਆ, ਮਾਇਆ ਕਰਦੇ ਸੱਪ ਦੀ ਜੂਨ 'ਚ ਚੱਲ ਜਾਂਦੇ। ਮਹਾਰਾਜ ਕਹਿੰਦੇ ਅੰਤਕਾਲ ਜਿਹੜੇ ਲక్ష్ਮੀ ਸਿਮਰੈ, ਉਹ ਭਗਤ ਲੋਚਨ ਦੀ ਦਾ ਸ਼ਬਦ ਆ। ਅਤੇ ਕਈ ਬੱਚਿਆਂ 'ਚ ਸੁਰਤ ਲਾਦੇ ਸੂਰ ਦੀ ਜੂਨ, ਕਈ ਇਸਤਰੀ ਪੁਰਸ਼ ਵਿੱਚ, ਪੁਰਸ਼ ਇਸਤਰੀ ਵਿੱਚ ਕਾਮੀ ਬਿਰਤੀ ਨਾਲ ਨਜ਼ਰ ਰੱਖਦਾ। ਮਹਾਰਾਜ ਕਹਿੰਦੇ ਫਿਰ ਉਹਨੂੰ ਵੈਸ਼ਿਆ ਜੂਨ ਵੱਲ ਉਤਰੇ। ਮਹਾਰਾਜ ਕਹਿੰਦੇ ਜੇ ਕਿਸੇ ਦੀ ਕੋਠੀ 'ਚ ਸੁਰਤ ਹੁੰਦੀ ਮਨ ਵੇਲੇ, ਤਾਂ ਪ੍ਰੇਤ ਜੂਨ ਵੱਲ ਉਹ ਪ੍ਰੇਤ ਜੂਨ 'ਚ ਪੈ ਜਾਂਦਾ। ਸੋ ਕੁੱਤਾ ਰੂਪੀ ਲੋਭ ਲਾਲਚ ਕਈਆਂ ਦਾ ਨਹੀਂ ਹਟਦਾ। ਇਸੇ ਕੁੱਤੇ ਰੂਪੀ ਲੋਭ ਲਾਲਚ ਨੇ ਸਾਡੇ ਪਿਤਾ ਨੂੰ ਸ਼ਹੀਦ ਕੀਤਾ। ਉਹ ਲਾਲਚੀ ਹੈਲਥ ਸਿਸਟਮ ਦੇ ਲੋਕਾਂ ਨੇ ਮਾਰਿਆ, ਇਸੇ ਕੁੱਤੇ ਨੇ। ਇਸੇ ਲੋਭ ਵਿੱਚ ਵੱਸ ਹੋ ਕੇ ਚੰਦੂ ਨੇ ਮਹਾਰਾਜ ਨੂੰ ਸ਼ਹੀਦ, ਅਤੇ ਇੱਥੇ ਗੰਗੂ ਨੇ ਅਤੇ ਸੁੱਚਾਨੰਦ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਇਆ। ਇਹ ਲੋਭ ਐਸੇ ਕੰਮ ਕਰ ਜਾਂਦਾ ਹੈ। ਸੋ ਉਹ ਲੋਭ ਵੀ ਮਰ ਜਾਂਦਾ ਪੂਰੇ ਸੰਤਾਂ ਦੀ ਸੰਗਤ ਵਿੱਚ ਜਾ ਕੇ। ਲਵ ਕੁੱਤਾ, ਮਹਾਰਾਜ ਕਹਿੰਦੇ ਜਿਹੜਾ ਲਵ ਆ, ਮੋਹ ਆ, ਉਹ ਕੁੱਤਾ ਆ। ਕੂੜ ਚੂੜਾ, ਕੂੜ ਜਿਹੜਾ ਝੂਠ ਆ, ਉਹ ਚੂੜਾ ਆ। ਅਸਲ 'ਚ ਚੂੜਾ ਕੋਈ ਜਾਤ ਨਹੀਂ ਆ, ਚੂੜਾ ਝੂਠ ਨੂੰ ਕਿਹਾ। ਮਹਾਰਾਜ ਕਹਿੰਦੇ ਝੂਠ ਨੂੰ ਚੂੜਾ ਸਮਝ, ਝੂਠ ਤੋਂ ਨਫ਼ਰਤ ਕਰ। ਠੱਗ ਖਾਧਾ ਮੁਰਦਾਰ, ਮਹਾਰਾਜ ਕਹਿੰਦੇ ਮੁਰਦਾ ਖਾਣਾ ਉਹ ਠੱਗੀ ਮਾਰਨ ਦੇ ਬਰਾਬਰ ਆ। ਠੱਗੀਆਂ ਮਾਰਨੀਆਂ, ਚੋਰੀ ਯਾਰੀ ਠੱਗੀ ਕਰਨੀ। ਸੋ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਮਹਾਰਾਜ ਕਹਿੰਦੇ ਸਾਧੂਆਂ ਦੀ ਸੰਗਤ ਕਰੂੰਗਾ ਤਾਂ ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਲੋਭ ਰੂਪੀ ਕੁੱਤਾ ਵੀ ਚੱਲ ਜਾਊਗਾ, ਕਾਮ ਕ੍ਰੋਧ ਹੰਕਾਰ ਵੀ ਹਟ ਜਾਣਗੇ। ਫਿਰ ਮਹਾਰਾਜ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਸੱਚੇ ਮਾਰਗ ਦੇ ਚੱਲਦਿਆਂ ਸਾਰਾ ਜਹਾਨ ਹੀ ਮਹਾਰਾਜ ਕਹਿੰਦੇ ਤੇਰੀ ਉਸਤਤ ਕਰੂਗਾ। ਕਿਉਂਕਿ ਸੱਚ ਧਰਮ ਕਾ ਮਾਰਗ ਸੰਤ ਕੀ ਪੌੜੀ ਕੋ ਵਡ ਭਾਗੀ ਪਾਏ। ਸੰਤਾਂ ਦਾ ਮਾਰਗ ਸੱਚ ਦਾ ਮਾਰਗ ਆ। ਸਾਧੂ ਸੰਤ ਸੱਚ ਦੇ ਮਾਰਗ ਨਾਲ ਜੋੜਦੇ ਆ। ਸਾਧੂ ਸੰਤ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਆ। ਸਾਧੂ ਸੰਤ ਗੁਰੂ ਨਾਨਕ ਸਾਹਿਬ ਦੇ ਮਾਰਗ 'ਤੇ ਤੁਰਾਉਂਦੇ ਆ, ਤੋ ਧਰਮ ਦੇ ਰਸਤੇ ਚੱਲਦੇ ਆ, ਦੂਜਿਆਂ ਨੂੰ ਤੁਰਾਉਂਦੇ ਆ। ਮਹਾਰਾਜ ਕਹਿੰਦੇ ਕਬੀਰ ਸੇਵਾ ਕੋ ਦੋਇ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਸਾਧੂਆਂ ਸੰਤਾਂ ਦੀ ਸੇਵਾ ਲੱਗੀ ਨਾਮ ਜਪਾਉਣ ਦੀ। ਜਿਹੜੇ ਆਪ ਖਾਲਸ ਹੋ ਗਏ, ਜਿਨ੍ਹਾਂ ਦੀ ਆਤਮਾ ਸ਼ੁੱਧ ਹੋ ਗਈ, ਇਹਨਾਂ ਦੀ ਆਤਮਾ ਕਾਮ ਕ੍ਰੋਧ ਹੰਕਾਰ ਤੋਂ ਪਰੇ ਰਹਿੰਦੀ ਹੈ, ਝੂਠ ਤੋਂ ਪਰੇ ਰਹਿੰਦੀ ਹੈ। ਸੋ ਉਹੀ ਦੂਜੇ ਨੂੰ ਤਾਰ ਸਕਦੇ ਆ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਮਹਾਰਾਜ ਕਹਿੰਦੇ ਸਾਰਿਆਂ ਜੀਵਾਂ ਉੱਪਰ ਅਤੇ ਆਪਣੇ ਜੀ 'ਤੇ ਤਰਸ ਕਰਾਂਗੇ, ਤੈਨੂੰ ਭਗਤੀ ਨਾਲ ਜੋੜਾਂਗੇ। ਅਤੇ ਚੀਟੀ 'ਤੇ ਕੁੰਚਰ ਸਥੂਲਾ। ਮਹਾਰਾਜ ਕਹਿੰਦੇ ਕਈ ਬੁੱਚੜ ਕਸਾਈ ਬਾਣੀ ਅੰਦਰ 13 ਵਾਰ ਆਇਆ।
ਕਬੀਰ ਖੂਬ ਖਾਣਾ ਖੀਚੜੀ ਜਾਮੇ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਘਟਾਵੇ ਕੌਣ। ਮਹਾਰਾਜ ਸੱਚੇ ਪਾਤਸ਼ਾਹ ਗਿਆਨ ਦਿੰਦੇ ਆ ਵੀ ਦਇਆ ਕਪਾਹ ਸੰਤੋਖ ਸੁਧ ਜਤਗੰਢੀ ਸੱਤ ਵਟ। ਗੁਰੂ ਨਾਨਕ ਸਾਹਿਬ ਕਹਿੰਦੇ ਪੀੜੇ ਤੇ ਜਦ ਬਿਠਾਇਆ ਪੰਡਤ ਹਰਦਿਆਲ ਨੇ, ਕਿਹੜਾ ਧਰਮ ਆ ਤੁਹਾਡਾ? ਉਹ ਕਹਿੰਦੇ ਧਾਗਾ ਧਰਮ ਨਹੀਂ ਹੁੰਦਾ। ਮਹਾਰਾਜ ਕਹਿੰਦੇ ਦਇਆ ਤੇ ਦਇਆ ਦਾ ਸੂਤ ਲਿਆ, ਦਇਆ ਵਿੱਚੋਂ ਧੌਲ ਧਰਮ, ਦਇਆ ਕਾ ਪੂਰ ਧਰਮ। ਦਇਆ ਦਾ ਪੁੱਤਰ ਹੈ, ਜਿੱਥੇ ਦਇਆ ਨਹੀਂ ਉੱਥੇ ਧਰਮ ਕੋਈ ਨਹੀਂ। ਸਾਧ ਸੰਗਤ ਜੀ, ਕਈ ਬੁੱਚੜ ਕਸਾਈ ਅਸੰਖ ਗਲਵੜ ਹੱਤਿਆ ਕਮਾਏ ਸੰਗ ਪਾਪੀ। ਪਾਪ ਕਾ ਜੀਵ ਦੇ ਸਵਾਦ ਵਾਸਤੇ ਜੀਵਾਂ ਨੂੰ ਮਾਰ ਮਾਰ ਕੇ ਖਾਂਦੇ ਆ। ਵੈਸੇ ਇਹਦਾ ਨਿਪਟਾਰਾ ਹੀ ਕਰ ਦਿੱਤਾ ਆ, ਕਿਉਂਕਿ ਸਾਇੰਸ ਨੇ ਵਰਲਡ ਦੀ ਹੈਲਥ ਸੰਸਥਾ WHC ਜਿਹੜੀ ਆ UNO ਵਿੱਚ, ਉਹਨਾਂ ਨੇ ਵੀ ਵਿਚਾਰ ਗੋਸ਼ਟੀ ਕੀਤੀ ਕਿ ਮਨੁੱਖ ਦਾ ਭੋਜਨ ਹੀ ਨਹੀਂ ਆ ਮਾਸ। ਇੱਥੇ ਕੋਈ ਬਹਿਸ ਨਹੀਂ ਹੋਣੀ ਚਾਹੀਦੀ। ਔਰ ਕਈ ਸਾਨੂੰ ਕਹਿ ਦਿੰਦੇ ਜੀ ਖਾਣ ਨਾਲ ਤਾਕਤ ਆਉਂਦੀ ਆ। ਕਈ ਮਾਸ ਮਨੁੱਖ ਦਾ ਭੋਜਨ ਹੀ ਹੈ ਨਹੀਂ। ਮਨੁੱਖ ਚੀਂਡ ਲਾ ਕੇ ਪਾਣੀ ਪੀਂਦਾ, ਜਿਵੇਂ ਬੱਕਰੀ ਅਤੇ ਗਾਂ ਪੀਂਦੀ ਆ। ਅਤੇ ਜਿਹੜੇ ਮਾਂਸਾਹਾਰੀ ਜੀਵ ਆ, ਕੁੱਤਾ ਬਿੱਲੀ ਸ਼ੇਰ, ਇਹ ਚੱਟ ਕੇ ਪਾਣੀ ਪੀਂਦੇ ਆ। ਪਾਣੀ ਪੀਣ ਦਾ ਤਰੀਕਾ ਵੀ ਕੁਝ ਇਹੋ ਜਿਹਾ। ਨਹਿ ਅਤੇ ਦੰਦ ਬਾਬਾ ਜਵਾਲਾ ਸਿੰਘ ਮਹਾਂਪੁਰਖਾਂ ਨੇ ਕਿਹਾ, ਨਹਿ ਅਤੇ ਦੰਦ ਉਸ ਤਰ੍ਹਾਂ ਦੇ ਉਹਨਾਂ ਨੂੰ ਲਾਏ ਆ, ਬਿੱਲੀ ਕੁੱਤੇ ਅਤੇ ਸ਼ੇਰ ਨੂੰ। ਸ਼ਿਕਾਰ ਦੇ ਦੰਦ ਨੁਕੀਲੇ ਹੁੰਦੇ ਆ। ਸੋ ਉਹਨਾਂ ਦੀ ਖੁਰਾਕ ਆ। ਮਨੁੱਖ ਜਿਹੜਾ ਇਹ ਗਾਈਆਂ ਦੀ ਸ਼੍ਰੇਣੀ ਵਿੱਚ ਕਰਕੇ ਇਹਦੀ ਖੁਰਾਕ ਹੀ ਨਹੀਂ ਮਾਸ, ਸਾਰੇ ਝਗੜੇ ਮੁੱਕ ਜਾਂਦੇ। ਅਤੇ ਬਾਣੀ ਮੁਤਾਬਕ ਦੇਖਣਾ ਆ, ਜੇ ਕਹਿੰਦੇ ਤਾਕਤ ਆਉਂਦੀ ਤਾਂ ਹਾਥੀ ਵਿੱਚ ਤਾਕਤ ਕਿੱਥੋਂ ਆ? ਘੋੜੇ ਵਿੱਚ ਘੋੜੇ ਦੀ ਖੁਰਾਕ ਛੋਲੇ ਲਿਖੀ, ਪਰ ਹੁਣ ਤਾਂ ਉਹਨੂੰ ਘਾਹ ਪਾਉਂਦੇ ਆ। ਪਰ ਘੋੜਾ ਇੰਨਾ ਬੋਰਿੰਗ ਦਾ ਸਮਾਨ ਲੈ ਕੇ ਦੌੜਦਾ, ਤਾਕਤ ਕਿੱਥੋਂ ਆਉਂਦੀ ਆ? ਸੋ ਇਹ ਝੂਠੇ ਪ੍ਰਚਾਰ ਸਾਧ ਸੰਗਤ ਜੀ ਆਪਣੀਆਂ ਫੈਕਟਰੀਆਂ ਚਲਾਉਣ ਨੂੰ, ਬਨੋਟੀ ਅੰਡੇ ਹੋਇਆ ਮੰਡੇ ਰੋਜ਼ ਖਾਏ, ਸੰਡੇ ਹੋਇਆ ਮੰਡੇ ਰੋਜ਼ ਖਾਏ, ਅੰਡੇ ਕਹਿ ਕੇ ਪ੍ਰਚਾਰ ਕਰਦੇ ਆ। ਸੋ ਕਤਲ ਧਾਰਾ ਲੱਗਦੀ ਧਰਮਰਾਜ ਦੀ 302। ਐਗ ਖਾਣ ਨਾਲ ਵੀ, ਕੁਕੜੀ ਖਾਣ ਨਾਲ ਵੀ। ਕਾਜੀ ਨੇ ਕੁਕੜੀ ਵੱਢੀ, ਸੁਲਤਾਨਪੁਰ ਲੋਧੀ। ਮਹਾਰਾਜ ਕਹਿੰਦੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ। ਉਹ ਕਹਿੰਦਾ ਮੇਰਾ ਚਿੱਟਾ ਚੋੜਾ ਮੈਲਾ ਹੋ ਗਿਆ। ਮਹਾਰਾਜ ਕਹਿੰਦੇ ਉਹ ਜਿਹੜਾ ਖੂਨ ਤੂੰ ਪੀ ਜਾਂਦਾ, ਜਿਹੜੇ ਦਿਲ 'ਤੇ ਰੱਬ ਦਾ ਵਾਸ ਆ, ਲੱਖ ਦਾ ਰਾਮ ਦਾ ਵਾਸ ਆ, ਉਹ ਵਾਹਿਗੁਰੂ ਜਿੱਥੇ ਵੱਸਦਾ ਉੱਥੇ ਰੱਬ ਕਿੱਥੇ ਰਹੂਗਾ? ਜਿੱਥੇ ਤੂੰ ਬੁੱਚੜਖਾਨਾ ਹੀ ਬਣਾ ਤਾ, ਸਰੀਰ ਨੂੰ ਸ਼ਮਸ਼ਾਨ ਭੂਮੀ ਬਣਾ ਤਾ, ਜਿੱਥੇ ਮਰੇ ਪਸ਼ੂ ਸਿੱਟਦੇ ਆ। ਉਹ ਇਹੋ ਜਿਹਾ ਸਰੀਰ ਬਣਾ ਤਾ ਵੀ ਮਰੇ ਜੀਆਂ ਨੂੰ ਖਾ ਖਾ ਕੇ ਪਾਪ ਕਰਮ ਕਰਦਾ। ਹੱਥ ਛੁਰੀ ਜਗਤ ਕਸਾਈ ਬਾਣੀ ਅੰਦਰ ਲਿਖਿਆ। ਇੱਕ ਜਗ੍ਹਾ ਨਹੀਂ 13 ਅੰਦਰ ਬਾਣੀ 'ਚ ਲਿਖਿਆ। ਕਿਤੇ ਮਾਸ ਖਾਣ ਦੀ ਆਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਦਿੰਦੇ। ਸੋ ਇਸ ਕਰਕੇ ਸਾਧ ਸੰਗਤ ਜੀ, ਜੀਆਂ 'ਤੇ ਤਰਸ ਕਰਨਾ, ਕਿਸੇ ਜੀਵ ਨੂੰ ਮਾਰਨਾ ਨਹੀਂ। ਹਰ ਇੱਕ ਜੀਵ ਦੀ, ਮਰਦੇ ਹੋਏ ਤੜਫਦੇ ਹੋਏ ਜੀਵ ਦੀ ਰੱਖਿਆ ਕਰਨੀ। ਕ੍ਰਿਸ਼ਨ ਮਹਾਰਾਜ ਦੀ ਵੀ ਸਾਖੀ ਆਉਂਦੀ ਆ। ਉਹਨਾਂ ਕੋਲ ਕੋਈ ਬੰਦਾ ਸ਼ਿਕਾਰੀ ਆਇਆ ਸੀ। ਮਹਾਰਾਜ ਕਹਿੰਦੇ ਵੀ ਕਿਉਂ ਮਾਰਦਾ ਹੈ? ਦੇਖੋ ਇਹ ਜਿਹਨੂੰ ਮਾਰਦਾ ਉਹ ਸ਼ਿਕਾਰ ਲੁਕਦਾ ਫਿਰਦਾ ਹੈ, ਉਹ ਨਹੀਂ ਚਾਹੁੰਦਾ ਮੇਰੀ ਮੌਤ ਹੋਵੇ। ਸੋ ਭਗਤੀ ਕੀ ਹੁੰਦੀ? ਇੱਕ ਸਾਧੂ ਸੀ, ਇੱਕ ਕਾਂ ਚਿੜੀ ਪਿੱਛੇ ਲੱਗਾ ਸੀ, ਚਿੜੀ ਉਹਦੀ ਕੁਟੀਆ ਚਾਹ ਕੇ ਲੁਕ ਗਈ। ਸਾਧੂ ਦੀ ਜਿੱਥੇ ਤੱਕ ਨਜ਼ਰ ਦਇਆ ਧਾਰਨ ਕਰਦਾ ਹੈ। ਧਰਮ ਦਾ ਮਾਰਗ ਸਾਧੂ ਦੱਸਦੇ ਆ। ਅਤੇ ਉਹਨੇ ਕਿਹਾ ਚਿੜੀ ਨੂੰ, ਉਹ ਚਿੜੀ ਦੀ ਉਹਦੇ ਕਾਂ ਵੀ 15 ਦਿਨ ਦਾ ਭੁੱਖਾ ਸੀ, ਉਹਦੀ ਖੁਰਾਕ ਮਾਸ ਆ। ਤੋ ਚਿੜੀ ਤਾਂ ਲੁਕ ਗਈ ਅੰਦਰ ਆ ਕੇ। ਸਾਧੂ ਨੇ ਇੱਕ ਚਾਕੂ ਲਿਆ ਕੇ ਆਪਣੇ ਪੱਟ ਦਾ ਮਾਸ ਚੀਰ ਕੇ ਉਹ ਕਾਂ ਦੇ ਮੂੰਹ 'ਚ ਸਿੱਟਿਆ। ਕਹਿੰਦਾ ਜਾ ਤੂੰ ਵੀ ਰੱਜ ਦਾ। ਕਾਂ ਵੀ ਉੜ ਗਿਆ ਅਤੇ ਚਿੜੀ ਨੂੰ ਵੀ ਬਾਹਰ ਚੜ੍ਹਾ ਦਿੱਤਾ। ਸੋ ਇਸ ਤਰ੍ਹਾਂ ਉਹਨਾਂ ਨੇ ਧਰਮ ਰੱਖਿਆ। ਸੋ ਕਦੇ ਧਰਮ ਦੇ ਰਸਤੇ 'ਤੇ ਚੱਲਣ ਵਾਲੇ ਉਹ ਕੁਕੜੀਆਂ ਬੱਕਰੇ ਨਹੀਂ ਖਾਂਦੇ। ਸੋ ਇਹ ਗੁਰੂ ਸਾਹਿਬ ਦਾ ਫਰਮਾਨ ਆ। ਇਹ ਸਬੂਤ ਆ। ਬਾਣੀ ਅੰਦਰ 13 ਜਗ੍ਹਾ ਮਹਾਰਾਜ ਨੇ ਲਿਖਿਆ ਕਿ ਮਾਸ ਖਾਣ ਦਾ ਵਿਰੋਧ ਕੀਤਾ ਹੈ। ਬਾਣੀ ਕਹਿੰਦੀ ਨਹੀਂ ਵੀ ਮਨੁੱਖ ਦਾ ਭੋਜਨ ਮਾਸ ਆ। ਸੋ ਅੱਜ ਸਾਇੰਸ ਵੀ ਮੰਨ ਗਈ ਆ। ਸੋ ਇਸ ਕਰਕੇ ਸਾਧ ਸੰਗਤ ਜੀ, ਕਿਸੇ ਜੀਵ ਨੂੰ ਤੜਫਾਉਣਾ ਨਹੀਂ, ਮਾਰਨਾ ਨਹੀਂ, ਬੁੱਚੜਪੁਣੇ 'ਚ ਨਹੀਂ ਰਹਿਣਾ। ਤਾਮਸੀ ਬਿਰਤੀ ਇਹਨੂੰ ਕਿਹਾ। ਅਸੰਗ ਗਲ ਵੜਤਿਆ ਕਮਾਏ ਸੰਗ ਪਾਪੀ। ਪਾਪ ਕਰ ਜਾਹੇ ਸੰਗ ਕੂੜਿਆਰ ਕੂੜੇ ਫਿਰਾਹੇ। ਕਿਸੇ ਨੂੰ ਪ੍ਰਤੱਖ ਮਾਰਨਾ, ਝੂਠ ਬੋਲਣਾ, ਝੂਠ ਬੋਲ ਕੇ ਕਿਸੇ ਦਾ ਨੁਕਸਾਨ ਕਰਨਾ, ਕਿਸੇ ਦੇ ਪ੍ਰਤੱਖ ਦਿਲ 'ਤੇ ਸੱਟ ਮਾਰਨੀ। ਮਧੂ ਵਚਨ ਔਖ ਦੀ, ਕਟੂ ਵਚਨ ਹੈ ਤੀਰ। ਜਿਵੇਂ ਇੱਕ ਲੱਕੜਹਾਰਾ ਸਿੱਖ ਸੀ, ਉਹਦੀ ਸ਼ੇਰ ਨਾਲ ਦੋਸਤੀ ਹੋ ਗਈ। ਸ਼ੇਰ ਆਪਣੀ ਗੁਫਾ 'ਚ ਉਹਨੂੰ ਲੈ ਜਾਂਦਾ, ਕਹਿੰਦਾ ਜਦੋਂ ਮੀਂਹ ਪਵੇ ਤਾਂ ਇੱਥੇ ਆਰਾਮ ਕਰ ਲਿਆ ਕਰੋ। ਕਹਿੰਦਾ ਮੇਰੇ ਘਰ ਵੀ ਚੱਲੋ। ਜੇ ਸ਼ੇਰ ਕਹਿੰਦਾ ਮਨੁੱਖ ਨਫ਼ਰਤ ਕਰਨਗੇ ਮੇਰੇ ਤੋਂ। ਪਰ ਉਹਦੀ ਘਰਵਾਲੀ ਬੜੀ ਕੌੜੇ ਵਚਨਾਂ ਵਾਲੀ ਸੀ। ਉਹ ਇੱਕ ਦਿਨ ਸ਼ੇਰ ਨੂੰ ਲੈ ਆਉਂਦਾ, ਉਹਨੂੰ ਬੂਹੇ 'ਤੇ ਖੜ੍ਹੇ ਕਰਕੇ ਕਹਿੰਦਾ ਅੱਜ ਮੇਰਾ ਦੋਸਤ ਆਇਆ। ਉਹ ਕਹਿੰਦੀ ਪਰਦਾ ਚੁੱਕ ਕੇ ਦੇਖਦੀ ਤੇਰਾ ਕਿਹੜਾ ਦੋਸਤ ਆ। ਜਦ ਦੇਖਿਆ ਤਾਂ ਸ਼ੇਰ ਖੜ੍ਹਾ ਸੀ। ਕਹਿੰਦੀ ਆਹੋ ਤੇਰੀ ਕੁੱਤਿਆਂ ਬਿੱਲਿਆਂ ਨਾਲ ਦੋਸਤੀ। ਮਾੜਾ ਵਚਨ ਕਹਿ ਦਿੱਤਾ, ਉਹਦੇ ਦਿਲ 'ਤੇ ਸੱਟ ਵੱਜੀ। ਸ਼ੇਰ ਕਹਿੰਦਾ ਖੁਆੜੀ ਲਿਆ, ਜਿੰਨਾ ਲੱਕੜਾਂ ਕੱਟਦਾ ਮੇਰੇ ਮੱਥੇ 'ਤੇ ਮਾਰ। ਉਹ ਕਹਿੰਦਾ ਨਹੀਂ ਤੂੰ ਮੇਰਾ ਦੋਸਤ ਆ। ਉਹ ਕਹਿੰਦਾ ਨਹੀਂ ਮੈਂ ਤੇਰੇ ਨਾਲ ਖੱਟੀ ਹੋ ਜਾਊਂ, ਮੈਂ ਤੇਰੇ ਨਾਲ ਤੋੜ ਲਊਂਗਾ। ਫਿਰ ਉਹਨੇ ਖੁਆੜੀ ਦਾ ਹਲਕਾ ਜਿਹਾ ਟੱਕ ਲਾਇਆ, ਖੂਨ ਜਾਣ ਲੱਗਾ। ਸ਼ੇਰ ਕਹਿੰਦਾ ਹੁਣ 4 ਦਿਨ ਮੇਰੀ ਗੁਫਾ 'ਚ ਨਾ ਆਈ। ਇਹ ਜਿਹੜੇ ਜਾਨਵਰ ਆ ਇਹ ਸੌਂ ਕੇ ਨੀਂਦ ਪੂਰੀ ਕਰਨਾ, ਇਹਨਾਂ ਦੇ ਜ਼ਖਮ ਸੁੱਕ ਜਾਂਦੇ। ਇਹ ਕਿਹੜੇ ਮਲਮ ਪੱਟੀਆਂ ਕਰਾਉਂਦੇ ਆ। 4 ਦਿਨ ਬਾਅਦ 'ਚ ਜਦ ਗਿਆ ਅਤੇ ਉਹਦਾ ਜ਼ਖਮ ਸੁੱਕ ਗਿਆ ਸੀ। ਕਹਿੰਦਾ ਪਰ ਤੇਰੀ ਘਰਵਾਲੀ ਨੇ ਵਚਨ ਕਹੇ ਆ, ਉਹ ਸਾਰੀ ਜ਼ਿੰਦਗੀ ਨਹੀਂ ਮੇਰੇ ਦਿਲ ਵਿੱਚੋਂ ਨਿਕਲਣੇ। ਸੋ ਸਾਧ ਸੰਗਤ ਜੀ, ਬੜੇ ਮਨਮੁਖ ਲੋਕ ਹੁੰਦੇ
ਕੋਈ ਵਚਨ ਕਿਸੇ ਨੂੰ ਕਹਿਣਾ, ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਕਹਿੰਦੇ ਪਹਿਲਾਂ ਆਪ ਸੋਚੋ ਵੀ ਮੈਨੂੰ ਇਹ ਵਚਨ ਕੋਈ ਕਹੂਗਾ ਤੇ ਮੇਰਾ ਦਿਲ ਕਿੰਨਾ ਦੁਖੀ ਹੋਊਗਾ। ਲੋਕ ਦੂਜੇ ਨੂੰ ਮਾੜਾ ਕਹਿ ਦਿੰਦੇ, ਕਿਸੇ ਦੇ ਦਿਲ 'ਤੇ ਸੱਟ ਮਾਰ ਦਿੰਦੇ ਆ, ਉਹ ਸਿਵਿਆਂ ਤੱਕ ਨਹੀਂ ਭੁੱਲਦੀ, ਪਰ ਇਹ ਨਹੀਂ ਸੋਚਦੇ ਵੀ ਇਹ ਗੱਲ ਮੈਨੂੰ ਕੋਈ ਕਹੂਗਾ ਤੇ ਕੀ ਹੋਊਗਾ। ਸੋ ਇਸ ਕਰਕੇ ਮਧੂ ਵਚਨ ਹੈ ਔਖਦੀ, ਕਟੂ ਵਚਨ ਹੈ ਤੀਰ। ਝੂਠ ਬੋਲਣਾ ਵੀ ਪਾਪ ਆ, ਅਤੇ ਕਿਸੇ ਦਾ ਦਿਲ ਦਿਖਾਉਣਾ ਵੀ ਹੱਤਿਆ ਕਰਨੀ ਆ, ਅਤੇ ਪ੍ਰਤੱਖ ਵੀ ਕਿਸੇ ਦੇ ਸਰੀਰ ਦਾ ਕਤਲ ਕਰਨਾ ਉਹ ਵੀ ਹੱਤਿਆ ਕਰਨੀ ਆ। ਸੋ ਸਾਰੇ ਜੀਆਂ ਜਨਤਾ ਨਾਲ ਪਿਆਰ ਕਰੋ, ਖਲਕਤ ਨਾਲ ਪਿਆਰ ਕਰੋ। ਇਹ ਸਾਧੂ ਮਹਾਂਪੁਰਖ ਧਰਮ ਦਾ ਰਸਤਾ ਦੱਸਦੇ। ਸਾਰੇ ਦੁਨੀਆ ਦੇ ਧਰਮ, ਸਾਰੇ ਦੁਨੀਆ ਦੇ ਜਿੰਨੇ ਮਹਾਂਪੁਰਖ ਹੋਇਆ ਸਭ ਨੇ ਕਿਹਾ ਵੀ ਤਰਸ ਕਰਨਾ ਆ ਜੀਵਾਂ 'ਤੇ, ਪੁੰਨ ਦਾਨ ਕਰਨਾ ਆ, ਅਤੇ ਕਿਸੇ ਨੂੰ ਪਾਪ ਨਹੀਂ ਕਰਨਾ, ਕਿਸੇ ਜੀਵ ਨੂੰ ਮਾਰਨਾ ਨਹੀਂ, ਤੜਫਾਉਣਾ ਨਹੀਂ, ਕੱਟਣਾ ਨਹੀਂ, ਵੱਢਣਾ ਨਹੀਂ। ਸੋ ਇਸ ਕਰਕੇ ਸਾਧ ਸੰਗਤ ਜੀ ਇਹ ਧਰਮ ਦੇ ਰਸਤੇ ਚੱਲਣਾ ਹੈ। 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਕਿਸੇ ਜੀਵ 'ਤੇ ਤਰਸ ਕਰ ਲਓ। ਅਤੇ ਸਾਡੇ ਪਿਤਾ ਜੀ ਅਸਾਮ ਵਿੱਚ ਸੀਗੇ, ਉੱਥੇ ਕਤੂਰੇ ਥਿਆਏ ਮਾਰਦੇ ਸੀ, ਉਹਨਾਂ ਨੇ ਪੱਗ ਲਾਈ, ਖੂਹ ਦਾ ਪਾਣੀ ਨੀਵਾਂ ਸੀ, ਪੱਗ ਭੇਂ ਭੇਂ ਕੇ ਉਹਨਾਂ ਦੇ ਮੂੰਹ ਵਿੱਚ ਜਲ ਪਾਇਆ ਸੀ। ਇਸੇ ਤਰ੍ਹਾਂ ਸਾਹਿਬਾਂ ਮਿਰਜ਼ਾ ਹੋਈ, ਇਹਦੀ ਸਾਖੀ ਆਉਂਦੀ ਆ ਵੀ ਇਹ ਬੱਚੀ ਜਨਮ ਲੈਂਦੀ ਆ ਪਰ ਇਹਦੇ ਮਾਂ ਪਿਓ ਮਰ ਜਾਂਦੇ ਆ। ਕਿਸੇ ਆੜੇ ਦੁਆੜੇ ਦੇ ਲੋਕਾਂ ਨੇ ਕੁਸੰਗਤ ਕਰਕੇ ਇਹਨੂੰ ਕਿਸੇ ਵੇਸ਼ਿਆ ਦੇ ਹਵਾਲੇ ਕਰਤਾ, ਪਰ ਇਹ ਭਗਤੀ ਬਹੁਤ ਕਰਦੀ ਸੀ। ਇੱਕ ਵਿਕਾਰੀ ਬੰਦਾ ਇਹਦੇ ਵੱਲ ਜਦ ਇਹਦੇ ਕਮਰੇ 'ਚ ਗਿਆ ਅਤੇ ਉਹਨੇ ਦੇਖਿਆ ਸ਼ੇਰਨੀ ਬੈਠੀ ਆ। ਉਹ ਉਹਦਾ ਸੱਚ ਧਰਮ ਸੀ, ਜਤ ਧਰਮ ਸੀ, ਨਹੀਂ ਟੁੱਟਾ। ਉਹਨੂੰ ਕਹਿੰਦਾ ਇਹਦਾ ਜਿੰਨਾ ਮੁੱਲ ਲੈਣਾ ਲੈ ਲਾ, ਮੈਨੂੰ ਮਾਂ ਬਣਾ ਕੇ ਰੱਖੂੰਗਾ। ਉਹਨੂੰ ਘਰ ਲੈ ਜਾਂਦਾ ਹੈ। ਫਿਰ ਮੁਸਲਮਾਨ ਰੋਜ਼ਾ ਕਰਨ ਜਾਂਦੇ ਆ ਅਤੇ ਉਹ ਕਹਿੰਦੀ ਮੈਂ ਵੀ ਜਾਣਾ ਆ, ਅਤੇ ਉਹਨੂੰ ਰੋਜ਼ੇ ਦੇ ਖਰਚੇ ਦੇ ਦਿੰਦਾ, ਤੋਰ ਦਿੰਦਾ ਉਹਨਾਂ ਨਾਲ। ਉਹ ਰੋਜ਼ੇ ਵਾਲੇ ਰਾਹ 'ਚ ਕਿਤੇ ਕਤੂਰੇ ਥਿਆਏ ਮਾਰਦੇ ਸੀ, ਉਹ ਵਿਚਾਰੀ ਦੀ ਚੁੰਨੀ ਨਾਲ ਪਾਣੀ ਨਹੀਂ ਸੀ ਖੂਹੀ 'ਚ ਜਾਂਦਾ, ਤਾਂ ਉਹਨੇ ਵਾਲ ਪੱਟ ਪੱਟ ਕੇ ਲੰਮੀ ਡੋਰ ਬਣਾਤੀ ਅਤੇ ਚੁੰਨੀ ਭੇਂ ਭੇਂ ਕੇ ਕਤੂਰਿਆਂ ਨੂੰ ਪੜਾਈ। ਅਤੇ ਮੁਸਲਮਾਨ ਜਦੋਂ ਉੱਥੇ ਆਕੜ ਵਿੱਚ ਗਏ, ਉੱਥੇ ਤੀਰਥ ਦੇ ਦਰਸ਼ਨੇ, ਮੱਕੇ ਦੇ ਦਰਸ਼ਨੇ ਨਹੀਂ ਹੋਏ, ਅਤੇ ਮੱਖਾ ਇਹਨੂੰ ਰਸਤੇ ਵਿੱਚ ਹੀ ਦਰਸ਼ਨ ਦੇਣ ਆ ਗਿਆ। ਸੋ ਇਸ ਤਰ੍ਹਾਂ 68 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ। ਇੱਕ ਜੀਵ 'ਤੇ ਤਰਸ ਕਰਨ ਦੇ ਨਾਲ ਤੀਰਥ ਵੀ ਇਸ਼ਨਾਨ ਕਰਨਾ ਜਾਂਦੇ ਆ। ਸੋ ਅਸੀਂ ਵੀ ਹਜ਼ੂਰ ਸਾਹਿਬ ਗਏ ਸੀ, ਉੱਥੇ ਇੱਕ ਗਾਂ ਦੇ ਬੱਚੇ ਨੂੰ ਕੁੱਤੇ ਖਾਂਦੇ ਸੀ, ਅਤੇ ਉਹ ਵਿਚਾਰੀ ਗਾਂ ਲਵਾਰਸ ਸੀਗੀ, ਉਹ ਕਿਤੇ ਸੂ ਪਈ ਅਤੇ ਕੁੱਤੇ ਉਹਦੇ ਪਿੱਛੇ ਲੱਗੇ ਸੀ। ਅਸੀਂ ਉਹ ਬੱਚੇ ਦੀ ਲੱਤ ਖਾਧੀ ਸੀ। ਅਸੀਂ ਲਾਂਗਰੀ ਕੋ ਗਏ, ਉੱਥੋਂ ਹਲਦੀ ਲਿਆਂਦੀ, ਤੇਲ ਲਿਆਂਦਾ, ਅਤੇ ਉਹਦੇ ਪੱਟੀਆਂ ਬੰਨੀਆਂ ਸੀਗੀਆਂ ਵੀ ਸਾਡਾ ਤੀਰਥ 300 ਸਾਲੇ ਸਾਹਿਬਜ਼ਾਦਿਆਂ ਦੇ ਸ਼ਤਾਬਦੀ ਸੀ, ਸੱਚਖੰਡ ਗੁਰਤਾ ਗੱਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਅਤੇ ਉੱਥੇ ਅਸੀਂ ਗਏ ਸੀ। ਅਤੇ ਅਸੀਂ ਕਿਹਾ ਵੀ ਇਸ ਤੀਰਥ ਦਾ ਫਾਇਦਾ ਕੀ ਹਜ਼ੂਰ ਸਾਹਿਬ ਆਉਣ ਦਾ, ਜੇ ਗਾਂ ਦਾ ਬੱਚਾ ਬਚਾ ਲਿਆ ਅਤੇ ਇਹ ਵੀ ਇੱਕ ਤੀਰਥ ਆ। ਸੋ ਦਇਆ ਦੇ ਧਾਰਨੀ ਬਣਨਾ ਚਾਹੀਦਾ ਸਾਧ ਸੰਗਤ ਜੀ। ਜੀਵਾਂ ਨੂੰ, ਮਰਦਿਆਂ ਨੂੰ ਬਚਾਉਣਾ ਹੈ, ਨਾ ਕਿ ਜੀਵਾਂ ਨੂੰ ਵੱਢ ਵੱਢ ਕੇ ਖਾਣਾ ਹੈ। ਪਾਪੀ ਨਹੀਂ ਬਣਨਾ, ਹੱਥ-ਛੁਰੀ ਜਗਤ ਕਸਾਈ ਨਹੀਂ ਬਣਨਾ। ਮਹਾਰਾਜ ਨੇ ਕਸਾਈ ਕਿਹਾ ਉਹਨਾਂ ਲੋਕਾਂ ਨੂੰ ਜਿਹੜੇ ਜੀਭ ਦੇ ਸਵਾਦ ਵਾਸਤੇ ਮਾਸ ਖਾਂਦੇ ਆ। ਸੋ ਜਿਸ ਨੇ ਨਾਮ ਜਪਿਆ ਹੈ ਉਸ ਦੇ 68 ਤੀਰਥਾਂ ਦਾ ਇਸ਼ਨਾਨ ਅਤੇ ਸਾਰੇ ਪੁੰਨ, ਜੀਵਾਂ ਉੱਪਰ ਦਇਆ ਕਰਨੀ, ਇਤ ਆਦਿਕ ਸਾਰੇ ਕਰਮ ਪ੍ਰਵਾਨ ਹੋ ਗਏ ਹਨ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਵਚਨ ਕਹੇ ਆ ਬਾਣੀ ਅੰਦਰ। ਸੋ ਆਓ ਸਾਧੂਆਂ ਦੀ ਸੰਗਤ ਕਰੀਏ ਤਾਂ ਕਿ ਸਾਨੂੰ 68 ਤੀਰਥਾਂ ਦਾ ਪੁੰਨ ਫਲ ਮਿਲੇ। ਜੀਵਾਂ 'ਤੇ ਤਰਸ ਕਰੀਏ। ਭੁੱਖੇ ਜੀਆਂ ਜਨਤਾ ਨੂੰ, ਕਈ ਕੁੱਤੇ ਭੁੱਖੇ ਮਰਦੇ, ਕਾਂ ਕੁੱਤੇ ਮਰਦੇ, ਇਹਨਾਂ ਨੂੰ ਜ਼ਰੂਰ ਬੁਰਕੀ ਪਾਣੀ ਚਾਹੀਦੀ ਆ। ਬੰਦਾ ਤਾਂ ਮੰਗ ਕੇ ਵੀ ਖਾ ਲੈਂਦਾ ਆ, ਜੇ ਭੁੱਖ ਲੱਗੀ ਹੈ, ਜੇ ਵਿਚਾਰੇ ਬੇਜਵਾਨ ਜਾਨਵਰ ਤਾਂ ਮੰਗ ਕੇ ਨਹੀਂ ਖਾਂਦੇ। ਸੋ ਇਹਨਾਂ ਨੂੰ ਵੀ ਲੰਗਰ ਲਾਉਣਾ ਚਾਹੀਦਾ ਆ। ਕਾਵਾਂ ਨੂੰ ਵੀ ਦਾਣੇ, ਚਿੜੀਆਂ ਨੂੰ ਦਾਣੇ ਪਾਉਣੇ ਚਾਹੀਦੇ ਆ। ਸੋ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪਰਮਾਤਮਾ ਦਇਆ ਕਰਕੇ ਨਾਮ ਸਿਮਰਨ ਦਿੰਦਾ ਹੈ, ਜਿਸ 'ਤੇ ਪਰਮਾਤਮਾ ਤਰਸ ਕਰ ਲੈਂਦਾ ਹੈ, ਉਹੀ ਸੁਜਾਨ ਚਤੁਰ ਮਨੁੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹੀ ਮਨੁੱਖ ਚਤੁਰ ਆ, ਉਹੀ ਮਨੁੱਖ ਚੰਗਾ ਆ, ਉਹੀ ਮਨੁੱਖ ਜਿਹੜਾ ਆ ਸਿਆਣਾ ਆ, ਬੁੱਧੀਮਾਨ ਆ, ਜਿਹਨੂੰ ਅਕਲ ਆ ਜਾਂਦੀ, ਗੁਰੂ ਦੀ ਗੁਰਮਤਿ ਜਿਹੜਾ ਧਾਰਨ ਕਰ ਲੈਂਦਾ, ਉਹ ਸਾਧੂਆਂ ਸੰਤਾਂ ਦੀ ਸੰਗਤ ਵਿੱਚ ਜਾਂਦਾ, ਸਤਸੰਗ ਕਰਦਾ, ਨਾਮ ਜਪਦਾ, ਗੁਰਮੁਖ ਨਾਮਦਾਨ ਇਸ਼ਨਾਨ ਕਰਦਾ ਆ, ਦਾਨ ਵੀ ਕਰਦਾ, ਪੁੰਨ ਵੀ ਕਰਦਾ, ਜੀਆਂ 'ਤੇ ਤਰਸ ਵੀ ਕਰਦਾ, ਦਿਆਲੂਪੁਣਾ ਉਹਦੇ 'ਚ ਆ ਜਾਂਦਾ ਆ। ਜਿਹ 'ਚ ਦਇਆ ਪੈਦਾ ਹੋ ਗਈ ਉਹ 'ਚ ਧਰਮ ਆਪੇ ਹੀ ਆ ਗਿਆ, ਕਿਉਂਕਿ ਧੌਲ ਧਰਮ ਦਇਆ ਕਾ ਪੂਤ, ਧਰਮ ਤਾਂ ਦਇਆ ਦਾ ਪੁੱਤਰ ਆ। ਸੋ ਇਸ ਕਰਕੇ ਸਾਧ ਸੰਗਤ ਜੀ ਮਨ ਵਿੱਚ ਤਰਸ ਅਤੇ ਦਇਆ ਰੱਖਣੀ ਚਾਹੀਦੀ ਆ। ਸੋ ਉਹੀ ਸਿੱਖ ਹੁੰਦਾ ਆ ਜਿਹੜਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ, ਦਇਆ ਜਤ ਅਤੇ ਸੱਤ ਅਤੇ ਸੰਤੋਖੀ ਸਬਰ ਸ਼ੁਕਰ ਵਾਲਾ ਹੋਵੇ। ਸੋ ਸਬਰ ਸ਼ੁਕਰ ਵਾਲੇ ਤਾਂ ਪ੍ਰਦੇਸਾਂ 'ਚ ਜਾਂਦੇ ਹੀ ਨਹੀਂ, ਉਹਨਾਂ ਨੂੰ ਇੱਥੇ ਹੀ ਸਬਰ ਸ਼ੁਕਰ ਆ। ਸੋ ਤਾਂ ਸਤਸੰਗੀ ਲੋਕ ਸੀ, ਸਤਯੁਗ ਦੇ ਲੋਕ ਉਨਾ ਕੁ ਕਰ ਲੈਂਦੇ ਸੀ ਜਿਵੇਂ ਗੋਰੇ ਲੋਕ ਕਰਦੇ, ਉਨੀ ਕੁ ਮਿਹਨਤ ਕਰਨੀ, ਫਿਰ ਤੀਰਥਾਂ ਜੋਗੇ ਪੈਸੇ ਇਕੱਠੇ ਕਰਕੇ ਟੂਰ ਕਰਨ ਤੁਰ ਪੈਂਦੇ। ਸਾਡੇ ਲੋਕ ਨਹੀਂ ਥੱਕਦੇ, ਇਹ ਤਾਂ ਕਹਿੰਦੇ ਸੈਂਕੜੇ ਕਮਾਈਏ, ਕਰੋੜਾਂ ਦਾ ਬੈਂਕ ਬੈਲੈਂਸ ਬਣਾ ਲਈਏ। ਉਹ ਮਰਦੇ ਰਹਿੰਦੇ ਮਾਇਆ 'ਚ ਹੀ, ਇੱਕ ਦਿਨ ਸੱਪ ਦੀ ਜੂਨ 'ਚ ਪੈ ਜਾਂਦੇ।
ਸੋ ਮਹਾਰਾਜ ਕਹਿੰਦੇ ਆ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਮਹਾਰਾਜ ਕਹਿੰਦੇ ਜਿਸ ਮਨੁੱਖ ਨੂੰ ਪਰਮਾਤਮਾ ਦਇਆ ਕਰਕੇ ਨਾਮ ਸਿਮਰਨ ਦਿੰਦਾ ਹੈ, ਉਹੀ ਸੁਜਾਨ ਚਤੁਰ ਮਨੁੱਖ ਹੈ। ਤੇ ਪਰਮਾਤਮਾ ਹੀ ਦਇਆ ਕਰੇ ਤੇ ਨਾਮ ਦੀ ਦਾਤ ਦਿੰਦਾ, ਪਰਮਾਤਮਾ ਹੀ ਦਇਆ ਕਰੇ ਸਾਧੂਆਂ ਸੰਤਾਂ ਦਾ ਮਿਲਾਪ ਕਰਾਉਂਦਾ, ਪਰਮਾਤਮਾ ਦਇਆ ਕਰੇ ਤਾਂ ਸਤਸੰਗ ਕਰਾਉਂਦਾ ਆ। ਉਹ ਦਇਆ ਕਰਕੇ ਸਾਡਾ ਅਸੀਂ ਸ਼ੁਕਰਾਨਾ ਕਰਦੇ ਹਾਂ ਉਸ ਮਾਲਕ ਦਾ ਕਿ ਮਹਾਰਾਜ ਨੇ ਸਾਨੂੰ ਧਰਮੀ ਬਣਾਇਆ, ਸਾਡੇ ਮਾਤਾ ਪਿਤਾ ਨੂੰ ਸੰਤ ਬਾਬਾ ਜਵਾਲਾ ਸਿੰਘ ਦੀ ਸੰਗਤ 'ਚ ਤੋਰਿਆ, ਸਾਡੀ ਦਾਦੀ ਨੂੰ, ਸਾਡੇ ਖਾਨਦਾਨ ਨੂੰ ਅਤੇ ਮਹਾਂਪੁਰਖਾਂ ਦੀ ਵੀ ਸੰਗਤ ਮਿਲੀ, ਸਾਡੇ 'ਤੇ ਦਇਆ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਸਾਤੋਂ ਦਇਆ ਕਰਕੇ ਆਪ ਕਥਾ ਕਰਾਉਂਦੇ ਆ, ਸਾਤੋਂ ਦਇਆ ਕਰਕੇ ਭਗਤੀ ਨਾਲ ਜੋੜਦੇ ਆ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜਾਏ, ਕਿਰਪਾ ਕਰੋ। ਇਹ ਅਰਦਾਸ ਤੁਹਾਡੇ ਚਰਨਾਂ 'ਚ ਕਿ ਮੇਰਾ ਸੱਚੇ ਪਾਤਸ਼ਾਹ ਤੁਹਾਡੇ ਨਾਲ ਸਾਡੀ ਨਿਭ ਜਾਏ, ਧਰਮ ਦੀ ਕਿਰਤ ਕਰਾਵੋ ਅਤੇ ਆਪਣੇ ਸਿੱਖੀ ਦੇ ਅਸੂਲਾਂ 'ਤੇ ਤੋਰੋ। ਸਵਾਸਾਂ ਦਾ ਦਸਵੰਧ 8 ਪਹਿਰ ਜਿੰਨਾ ਹੋ ਸਕੇ ਸਾਤੋਂ ਬੰਦਗੀ ਕਰਾਓ। ਈਰਖਾ ਨਿੰਦਾ ਚੁਗਲੀ ਤੋਂ ਸਾਨੂੰ ਬਚਾਓ। ਮਹਾਰਾਜ ਸੱਚੇ ਪਾਤਸ਼ਾਹ ਇਹ ਅਰਦਾਸ ਕਰਨੀ ਚਾਹੀਦੀ ਮਹਾਰਾਜ ਦੇ ਚਰਨਾਂ 'ਚ। ਸੋ ਜੀਆਂ 'ਤੇ ਤਰਸ ਕਰੀਏ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਮਹਾਰਾਜ ਕਹਿੰਦੇ ਉਹ ਪੁਰਖ ਸੁਜਾਖਾ ਆ, ਉਹ ਬੁੱਧੀਮਾਨ ਆ, ਜਿੱਤੇ ਪਰਮਾਤਮਾ ਦਇਆ ਕਰ ਦਿੰਦਾ, ਮਿਹਰ ਕਰ ਦਿੰਦਾ। ਸੋ ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਗੁਰਮੁਖਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਮਿਲਿਆ ਹੈ, ਪ੍ਰਭੂ ਜੀ ਕਥਨ ਕਰਦੇ ਹਨ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਿਨ੍ਹਾਂ ਗੁਰਮੁਖਾਂ ਨੂੰ, ਜਿਨ੍ਹਾਂ ਸਾਧੂਆਂ ਨੂੰ, ਜਿਨ੍ਹਾਂ ਸੰਤਾਂ ਨੂੰ, ਜਿਨ੍ਹਾਂ ਬ੍ਰਹਮ ਗਿਆਨੀਆਂ ਨੂੰ ਪਰਮਾਤਮਾ ਮਿਲ ਗਿਆ, ਜਿਨ੍ਹਾਂ ਦੀ ਰਸਨਾ 'ਤੇ 8 ਪਹਿਰ ਸਿਮਰਨ ਬਾਣੀ ਚੱਲ ਪਈ, ਜਿਨ੍ਹਾਂ ਨੂੰ ਸੇਵਾ ਸਿਮਰਨ ਬਖਸ਼ਿਸ਼ ਕਰਤੀ, ਜਿਨ੍ਹਾਂ ਦੇ ਅਵਗੁਣ ਕੱਢਤੇ, ਜਿਨ੍ਹਾਂ ਨੂੰ ਗੁਣਾਂ ਦੇ ਖਜ਼ਾਨੇ ਦਇਆ ਸੰਤੋਖ ਜਤ ਸਤ ਬਖਸ਼ਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖਾਂ 'ਤੇ ਕਿਰਪਾ ਕਰਕੇ ਉਹਨਾਂ ਨੂੰ ਤੂੰ ਆਪਣਾ ਨਾਮ ਜਪਾਉਣਾ ਆ, ਜਿਨ੍ਹਾਂ ਨੂੰ ਸਤਸੰਗ ਕਰਾਉਣਾ, ਜਿਨ੍ਹਾਂ ਨੂੰ ਸਾਧੂ ਸੰਤ ਬਣਾਉਣਾ, ਮਹਾਰਾਜ ਕਹਿੰਦੇ ਭਈ ਮੈਂ ਉਹਨਾਂ 'ਤੇ ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ 'ਤੇ ਕੁਰਬਾਨ ਜਾਂਦਾ ਹਾਂ। ਜਿਨ੍ਹਾਂ ਨੂੰ ਤੂੰ ਆਪਣੇ ਰਸਤੇ ਚਲਾ ਲਿਆ, ਜਿਨ੍ਹਾਂ ਨੂੰ ਤੂੰ ਧਰਮ ਦੇ ਰਸਤੇ ਤੋਰ ਲਿਆ, ਮੈਂ ਉਹਨਾਂ 'ਤੇ ਕੁਰਬਾਨ ਹੋ ਜਾਂਦਾ ਹਾਂ। ਮਾਘ ਸੁੱਚੇ ਸੇ ਕਾਂਢੀਆ ਹੈ, ਜਿਨ ਪੂਰਾ ਗੁਰ ਮਿਹਰਬਾਨ। ਮਾਘ ਦੁਆਰਾ ਕਥਨ ਕਰਦੇ ਹਨ ਉਹ ਮਨੁੱਖ ਸੁੱਚੇ ਪਵਿੱਤਰ ਕਹੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਕਿਰਪਾਲੂ ਹੋਇਆ ਹੈ। ਮਹਾਰਾਜ ਕਹਿੰਦੇ ਜੇ ਤੇ ਪੂਰਾ ਗੁਰੂ ਮਿਹਰ ਕਰ ਦੇਵੇ ਨਾ, ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ, ਉਹ ਸੁੱਚੇ ਬਣ ਜਾਂਦੇ ਆ। ਜਿਹੜੇ ਸੁੱਚੀਆਂ ਰੂਹਾਂ ਸਾਧੂ ਸੁੱਚੇ ਹੁੰਦੇ, ਉਹਨਾਂ ਦੀ ਆਤਮਾ ਸੁੱਚੀ ਹੁੰਦੀ, ਵਿਕਾਰਾਂ ਤੋਂ ਬਚੀ ਹੁੰਦੀ। ਉਹ ਸੁੱਚਿਆਂ ਦੀ ਸੰਗਤ ਵਿੱਚ ਫਿਰ ਜਿੰਨੇ ਆਉਂਦੇ ਉਹ ਵੀ ਸੁੱਚੇ ਬਣ ਜਾਂਦੇ। ਅਤੇ ਜਿਨੀ ਉਹਨਾਂ ਦੇ ਦਿਲ ਵਿੱਚ ਰੱਬ ਦਾ ਵਾਸ ਹੁੰਦਾ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਦੀ ਖਾਨਦਾਨ 'ਚ ਇੱਕ ਮਾਈ ਨੇ ਕਿਹਾ ਸੀ 10ਵੇਂ ਪਾਤਸ਼ਾਹ ਨੂੰ ਚੋੜਾ ਭੇਂਟ ਕਰ ਦਈਏ, ਅਤੇ ਮਹਾਰਾਜ ਨੂੰ ਕਹਿੰਦੀ ਮਹਾਰਾਜ ਤੁਹਾਡੀ ਕਿਰਪਾ ਨਾਲ ਅੰਮ੍ਰਿਤ ਦੀ ਦਾਤ ਤਾਂ ਮਿਲੀ ਆ, ਨਾਮ ਵੀ ਜਪਦੇ ਹਾਂ, ਸਿੱਖ ਵੀ ਹੈਗੇ ਆ, ਪਰ ਪੂਰਨ ਸੰਤ ਤੋਂ ਬਿਨਾਂ ਮੁਕਤੀ ਨਹੀਂ। ਇੱਕ ਸੰਤ 21 ਕੁੱਲਾਂ ਤਾਰ ਲੈਂਦਾ, ਕਿਰਪਾ ਕਰੋ ਮੇਰੇ ਖਾਨਦਾਨ 'ਚ ਕੋਈ ਸੰਤ ਆਵੇ, ਉਹ 7 ਪੇਕਿਆਂ ਦੀ, 7 ਨਾਨਕਿਆਂ ਦੀ ਅਤੇ 7 ਦਾਦਕਿਆਂ ਦੀ 21 ਕੁੱਲਾਂ ਤਾਰ ਲਵੇ। ਉਨਾ ਹੀ ਨਹੀਂ, ਗੁਰੂ ਨਾਨਕ ਸਾਹਿਬ ਕਹਿੰਦੇ ਜਿਨੀ ਨਾਮ ਧਿਆਇਆ ਗਿਆ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹ 21 ਕੁੱਲਾਂ ਤਾਰ ਕੇ ਹੋਰ ਵੀ ਜਿੰਨੀ ਸੰਗਤ ਕੰਟੈਕਟ 'ਚ ਆਉਂਦੀ ਉਹਨਾਂ ਨੂੰ ਵੀ ਤਾਰ ਲੈਂਦੇ। ਜੀਆ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ, ਜਨ ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ। ਸੋ ਮਹਾਰਾਜ ਜੀ ਨੇ 2 ਮਿੰਟ ਨੇਤਰ ਬੰਦ ਕੀਤੇ, ਕਹਿੰਦੇ ਮਾਤਾ ਤੇਰੇ ਖਾਨਦਾਨ ਵਿੱਚ ਇੱਕ ਪੂਰਨ ਬ੍ਰਹਮ ਗਿਆਨੀ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ, ਜੋ ਦਮਦਮੀ ਟਕਸਾਲ ਸਾਡੀ ਚਲਾਈ, ਗੁਰਬਾਣੀ ਦੇ ਅਰਥਾਂ ਦੀ ਟਕਸਾਲ, ਇਹਦੇ 12ਵੇਂ ਮੁਖੀ ਹੋਣਗੇ। ਸੋ ਇਹਦੇ ਮੁਖੀ ਸਾਰੇ ਬ੍ਰਹਮ ਗਿਆਨੀ ਹੋਏ ਆ ਟਕਸਾਲਾਂ ਦੇ, ਜਿਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਦਾ ਪ੍ਰਚਾਰ ਕੀਤਾ, ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਰਹਿਤ ਪਰਪੱਕ ਰੱਖੀ। ਮਹਾਰਾਜ ਤੋਂ ਬਾਬਾ ਦੀਪ ਸਿੰਘ ਨੇ ਅੰਮ੍ਰਿਤ ਛਕਿਆ ਸੀ। ਸੰਤ ਗਿਆਨੀ ਜਰਨੈਲ ਸਿੰਘ ਨੂੰ ਵੰਡ ਦੇ ਪ੍ਰੈਸ ਰਿਪੋਰਟਰਾਂ ਨੇ ਪੁੱਛਿਆ, ਕਈ ਸਾਨੂੰ ਪੁੱਛਦੇ ਅੰਮ੍ਰਿਤ ਕਿੱਥੋਂ ਛਕਣਾ ਚਾਹੀਦਾ। ਉਹ ਪੂਰੀ ਮਰਿਆਦਾ ਜਿਹੜੀ ਹੋਵੇ ਗੁਰੂ ਸਾਹਿਬ ਦੀ, ਅਸੀਂ ਨਹੀਂ ਕਹਿੰਦੇ ਕਿ ਕੋਈ ਕਮੇਟੀ ਮਾਰੀ ਜਾਂ ਕੋਈ ਡੇਰਾ ਮਾੜਾ, ਪਰ ਸਭ ਨੂੰ ਮਹਾਰਾਜ ਸਮੱਤ ਬਖਸ਼ੇ। ਸੰਤ ਗਿਆਨੀ ਜਰਨੈਲ ਸਿੰਘ ਦੇ ਵਚਨ ਸੀ ਕਿ ਦਮਦਮੀ ਟਕਸਾਲ ਰਹਿਤ 'ਤੇ ਪਹਿਰਾ ਦਿੰਦੀ ਆਈ ਆ। ਰਹਿਤ ਅਸੀਂ ਨਹੀਂ ਬਣਾ ਸਕਦੇ, ਇਹ ਲੋਕਾਂ ਨੇ ਰਹਿਤਾਂ ਆਪਣੀਆਂ ਬਣਾ ਲਈਆਂ, ਰਹਿਤ 'ਚ ਛੂਟ ਕਰਤੀ, ਬਾਣੀ ਕੱਟਤੀ, ਚੌਪਈ ਸਾਹਿਬ ਅੱਧੀ ਕਰਤੀ, ਮੂਲ ਮੰਤਰ ਅੱਧੇ ਕਰਤੇ। ਪਰ ਦਮਦਮੀ ਟਕਸਾਲ ਅੰਦਰ ਅੰਮ੍ਰਿਤ ਸੰਚਾਰ ਹੁੰਦਾ ਆ ਹਰ 12 ਵਜੇ ਐਤਵਾਰ, ਔਰ ਉਹ ਪੂਰੀ ਮਰਿਆਦਾ ਅੱਜ ਤੱਕ ਨਹੀਂ ਬਦਲੀ। ਉੱਤੇ ਟਕਸਾਲ ਪਹਿਰਾ ਦਿੰਦੀ ਆਈ ਆ, ਪਹਿਰਾ ਦਿੰਦੀ ਰਹੂਗੀ, ਕਿਉਂਕਿ ਮਰਿਆਦਾ ਬਣਾਉਣ ਵਾਲੇ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਆ। ਮਹਾਰਾਜ ਦੇ ਚਰਨਾਂ 'ਚ ਹੀ ਬੇਨਤੀ ਆ ਸਮੱਤ ਬਖਸ਼ਣ, 5 ਤਖ਼ਤਾਂ 'ਤੇ ਉਹ ਟਕਸਾਲੀ ਮਰਿਆਦਾ ਜਿਹੜੀ ਆ ਉਹ ਲਾਗੂ ਹੋਵੇ, ਜੋ ਦਮਦਮੀ ਟਕਸਾਲ 'ਚ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਰਿਆਦਾ ਨਾਲ ਤਿਆਰ ਕੀਤਾ ਜਾਂਦਾ ਆ। ਅਤੇ ਉਸ ਮਰਿਆਦਾ 'ਤੇ 5 ਤਖ਼ਤ ਚੱਲਣ, ਅਤੇ ਸਾਰੀ ਜਗ੍ਹਾ ਸਾਰੀਆਂ ਪੂਰੀਆਂ ਬਾਣੀਆਂ ਰਹਿਰਾਸ ਸਾਹਿਬ ਦੇ ਪਾਠ
ਪੂਰਾ ਮੂਲ ਮੰਤਰ ਦਿੱਤਾ ਜਾਵੇ ਅਤੇ ਇਹ ਮਰਿਆਦਾ ਲਾਗੂ ਹੋਣੀ ਚਾਹੀਦੀ ਆ। ਸੋ ਮਹਾਰਾਜ ਕਿਰਪਾ ਕਰਨ, ਉਹਨਾਂ ਦੇ ਚਰਨਾਂ 'ਚ ਅਰਦਾਸ ਕਰੀਏ। ਮਹਾਰਾਜ ਇਹ ਮਹੀਨਾ ਮਾਘ ਦੁਆਰਾ ਕਥਨ ਕਰਦੇ ਹਨ ਕਿ ਮਨੁੱਖ ਸੁੱਚੇ ਪਵਿੱਤਰ ਹੋ ਜਾਂਦੇ ਹਨ ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਕਿਰਪਾਲੂ ਹੋਇਆ ਹੈ। ਅਰਦਾਸ ਕਰੀਏ ਮਹਾਰਾਜ ਇਸ ਮਾਘ ਦੇ ਮਹੀਨੇ ਵਿੱਚ ਸਾਨੂੰ ਸਾਧੂਆਂ ਸੰਤਾਂ ਦੀ ਸੰਗਤ ਬਖਸ਼ੋ, ਖੰਡੇ ਬਾਟੇ ਦਾ ਅੰਮ੍ਰਿਤ ਬਖਸ਼ੋ, ਰਹਿਤ ਮਰਿਆਦਾ ਜੋ ਤੁਹਾਡੀ ਲਿਖੀ ਉੱਤੇ ਚੱਲ ਸਕੀਏ, ਤੁਹਾਡੇ ਨਾਲ ਸਾਡੀ ਨਿਭ ਜਾਏ। ਮੇਰਾ ਰੁੱਸੇ ਨਾ ਕਲਗੀਆਂ ਵਾੜਿਆ, ਜਗ ਭਾਵੇਂ ਸਾਰਾ ਰੁੱਸ ਜਾਏ। ਇਹੋ ਜਿਹੀ ਸਾਨੂੰ ਪਿਆਰੀ ਸਿੱਖੀ ਅਤੇ ਭਗਤੀ ਦੀ ਦਾਤ ਬਖਸ਼ੋ। ਇਹ ਅਰਦਾਸ ਕਰੀਏ ਮਹਾਰਾਜ ਜੀ ਦੇ ਚਰਨਾਂ ਵਿੱਚ। ਸੋ ਸਾਡਾ ਇਹ ਮਹੀਨਾ ਚੜ੍ਹਿਆ ਸਫਲ ਹੋਵੇ। ਆਖਰੀ ਪੰਕਤੀ 2 ਵਾਰ ਕਰਦਿਆਂ ਕਥਾ ਕਰਦਿਆਂ ਭੁੱਲਣਾ ਚੁੱਕਣ ਦੀ ਖਿਮਾ ਸੰਗਤ ਬਖਸ਼ਣ ਯੋਗ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਆ ਹੈ, ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।